ਅੱਜ ਆਪਾਂ ਆਸਾ ਦੀ ਵਾਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ 468 ਅੰਗ ਤੋਂ ਸ਼ੁਰੂ ਕਰਨ ਲੱਗੇ ਹਾਂ ਜੀ। 9 ਪੌੜੀਆਂ ਹੋ ਗਈਆਂ, 10ਵੀਂ ਪੌੜੀ ਲੈ ਰਹੇ ਹਾਂ। ਇਹ ਵਾਰ ਜਿਹੜੀ ਹੈਗੀ ਆ ਇਹ ਇੰਨੀ ਮਹੱਤਵਪੂਰਨ ਹੈਗੀ ਕਿਉਂਕਿ ਕਰਮ ਕਾਂਡ ਜਿਹੜੇ ਹੈਗੇ ਬਾਹਰੀ ਜਿਹੜੀ ਭਗਤੀ ਹੈਗੀ, ਜਿਹੜੀ ਬਾਹਰੀ ਭਗਤੀ ਹੈਗੀ, ਭੇਖ ਦਿੱਖ ਦੀ ਭਗਤੀ ਜਿਹੜੀ ਹੈਗੀ ਆ, ਵੇਸ ਭੇਖ ਚਤੁਰਾਈ ਦੀ ਭਗਤੀ ਜਿਹੜੀ ਹੈਗੀ ਆ, ਛੋੜੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਇਹ ਪਾਤਸ਼ਾਹੀ ਪਹਿਲੀ ਕਹਿੰਦੀ ਹੈ ਇਹ ਤਾਂ ਦੁਬਦਾ ਹੈਗੀ, ਇਹਦੇ 'ਚ ਫਲ ਥੋੜ੍ਹੀ ਨਾ ਮਿਲਣਾ ਹੈ, ਇਹਦੇ 'ਚ ਚੜਾਈ ਥੋੜ੍ਹੀ ਨਾ ਹੋਣੀ ਹੈ। ਤੇਰੇ ਅੰਦਰ ਜਿਹੜੀ ਹੈਗੀ ਅੰਮ੍ਰਿਤ ਰਸ ਔਰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਪ੍ਰਗਟ ਥੋੜ੍ਹੀ ਨਾ ਹੋਏਗਾ ਇਹਦੇ ਨਾਲ। ਇਹ ਜਿਹੜੀ ਹੈਗੀ ਆ ਵੇਸ ਭੇਖ ਇਹਦੇ ਨਾਲ। ਔਰ ਇਹ ਪਰ ਪਤਾ ਨਹੀਂ ਕਿਉਂ ਜਿਹੜਾ ਹੈਗਾ ਇਹ ਵਾਰ ਰੋਜ਼ ਪੜ੍ਹੀ, ਰੋਜ਼ ਜਿਹੜੀ ਹੈਗੀ ਲਾਈ ਜਾਂਦੀ ਹਰੇਕ ਗੁਰਦੁਆਰੇ ਦੇ ਵਿੱਚ, ਘੱਟ ਤੋਂ ਘੱਟ ਥੋੜ੍ਹੀਆਂ ਪੌੜੀਆਂ। ਅਤੇ ਫਿਰ ਵੀ ਜਿਹੜਾ ਹੈਗਾ ਆਪਣੇ ਵਿੱਚ ਹੀ ਜਿਹੜਾ ਹੈਗਾ ਇਹ ਜਿਹੜੀ ਹੈਗੀ ਆ ਇਹ ਬਾਹਰੀ ਇਹ ਜਿਹੜੀ ਹੈਗੀ ਭਗਤੀ ਜਿਹੜੀ ਹੈਗੀ ਉਹ ਪ੍ਰਦਾਨ ਹੋਈ ਜਾ ਰਹੀ ਹੈ ਕਰਮ ਕਾਂਡਾਂ ਦੀ। ਸ਼ਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕਹਿੰਦੇ ਜੋ ਕੁਛ ਵੀ ਦਿਸ ਰਿਹਾ ਆ ਤੈਨੂੰ ਪੰਜਾਂ ਤੱਤਾਂ ਦੀ ਰਚਨਾ ਦੇ ਵਿੱਚ, ਇੱਥੇ ਦੀ ਜਿਹੜੀਆਂ ਪਾਤਸ਼ਾਹੀਆਂ ਜਿਹੜੀਆਂ ਹੈਗੀਆਂ, ਇੱਥੇ ਦੀ ਪ੍ਰਜਾ ਜਿਹੜੀ ਹੈਗੀ ਆ, ਇਹ ਸਾਰਾ ਦਾ ਸਾਰਾ ਸੰਸਾਰ ਜਿਹੜਾ ਹੈਗਾ ਇਹ ਝੂਠ ਹੈਗਾ ਭਾਈ। ਇਹ ਬਣਾਇਆ ਗਿਆ ਹੈਗਾ, ਇਹ ਪੰਜਾਂ ਤੱਤਾਂ ਦੇ ਨਾਲ ਬਣਾਇਆ ਗਿਆ ਹੈਗਾ। ਇਹਦੇ ਵਿੱਚ ਜਿਹੜੀ ਹੈਗੀ ਆ ਪਰਮੇਸ਼ਰ ਦੀ ਜੋਤ ਹੈਗੀ ਆ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਇਹਦੇ ਵਿੱਚ ਗੁਪਤ ਰੂਪ ਦੇ ਵਿੱਚ ਸ਼ਕਤੀ ਮਾਲਕ ਦੀ ਕੰਮ ਕਰ ਰਹੀ ਆ। ਬਾਕੀ ਇਸ ਰਾਜਾ ਜਿਹੜੇ ਰਾਜੇ ਅਤੇ ਪ੍ਰਜਾ ਅਤੇ ਸਾਰਾ ਦਾ ਸਾਰਾ ਸੰਸਾਰ ਝੂਠ ਹੈ। ਇੱਥੇ ਕੋਈ ਰਾਜਾ ਮਨਿਆਦ ਆ ਰਾਜੇ ਦੀ, ਉਹ ਰਾਜੇ ਨੇ ਜਿਹੜਾ ਹੈਗਾ ਭਾਵੇਂ ਕੋਈ ਰਾਜਾ ਹੋਏ ਭਾਵੇਂ ਕੋਈ ਪ੍ਰਜਾ ਹੋਏ, ਭਾਵੇਂ ਕੋਈ ਆਕ੍ਰਿਤੀ ਜਿਹੜੀ ਦਿਸ ਰਿਹਾ ਹੈ ਸੰਸਾਰ ਦੇ ਵਿੱਚ, ਕੋਈ ਰਚਨਾ ਹੋਏ, ਉਹਦੀ ਆਪਣੀ ਮਨਿਆਦ ਆ, ਉਹਨੇ ਚਲੇ ਜਾਣਾ ਹੈ, ਉਹ ਝੂਠ ਹੈਗਾ। ਉਹ ਸਾਰੀ ਦੀ ਸਾਰੀ ਦਿਖ ਰਹੀ ਜਿਹੜੀ ਹੈਗੀ ਆ ਉਹ ਹੋਂਦ ਜਿਹੜੀ ਹੈਗੀ ਉਹ ਝੂਠ ਹੈਗੀ ਭਾਈ। ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ। ਕਹਿੰਦੇ ਆ ਮੰਡਪ ਸ਼ਾਮੀਆਂ ਨੇ ਔਰ ਆ ਜਿਹੜੇ ਮਹਿਲ ਮਾੜੀਆਂ ਇਹ ਸਾਰੇ, ਅਤੇ ਇਹਨਾਂ ਦੇ ਵਿੱਚ ਜਿਹੜੇ ਬੈਠਣ ਵਾਲੇ ਭਾਈ ਰਹਿਣ ਵਾਲੇ ਉਹ ਵੀ ਝੂਠ ਹੈਗੇ। ਉਹ ਵੀ ਜਿਹੜੇ ਹੈਗੇ ਥੋੜ੍ਹਾ ਸਮਾਂ ਹੈਗਾ ਪਰਟੀਕੂਲਰ, ਹਰੇਕ ਦਾ ਇੰਡੀਵਿਜੂਅਲ ਆਪਣੀ ਉਮਰ ਹੈਗੀ ਆ, ਉਹਨੇ ਇੱਕ ਸਵਾਸ ਲੈਣੇ ਆ ਉਹਨੇ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ। ਔਰ ਜਿਹੜੇ ਗਹਿਣੇ ਜੋ ਵੀ ਆਪਾਂ ਜਿਹੜੇ ਹੈਗੇ ਸਰੀਰ 'ਤੇ, ਜਦ ਸਰੀਰ ਹੀ ਝੂਠਾ ਹੈਗਾ ਅਤੇ ਇਸ 'ਤੇ ਗਹਿਣੇ ਗੁਣੇ ਜੋ ਕੁਛ ਵੀ ਸੋਨਾ ਚਾਂਦੀ, ਰੂਪਾ ਮਤਲਬ ਚਾਂਦੀ, ਸੋਇਨਾ ਮਤਲਬ ਸੋਨਾ, ਅਤੇ ਜੋ ਪਹਿਨਣ ਵਾਲੇ ਆ ਭਾਈ ਉਹ ਵੀ ਕਹਿੰਦੇ ਆ ਕੂੜ ਹੈਗੇ, ਝੂਠ ਹੈ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਔਰ ਜੋ ਵੀ ਆਪਾਂ ਇਹ ਸਰੀਰ ਔਰ ਇਹਦੇ ਉੱਤੇ ਜਿਹੜਾ ਕੱਪੜਾ ਪਾਉਂਦੇ ਆ ਔਰ ਜੋ ਰੂਪ ਸੁੰਦਰਤਾ, ਸਾਰਾ ਕੁਛ ਕਹਿੰਦੇ ਝੂਠ ਹੈਗਾ। ਆਪਾਂ ਨੂੰ ਜਿਹੜੀ ਆਪਣੀ ਆਤਮਾ ਦੇ ਉੱਤੇ ਆ ਕੱਪੜਾ ਸਰੀਰ ਦਾ ਮਿਲਿਆ ਹੈ ਇਹ ਵੀ ਝੂਠ ਹੈਗਾ। ਜੋ ਆਪਣਾ ਸਰੀਰ, ਕੂੜ ਮੀਆਂ ਕੂੜ ਬੀਬੀ, ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ। ਔਰ ਮੀਆਂ ਅਤੇ ਬੀਬੀ, ਘਰ ਵਾਲਾ ਅਤੇ ਘਰ ਵਾਲੀ, ਕਹਿੰਦੇ ਇਹ ਵੀ ਜਿਹੜੇ ਹੈਗੇ ਇਹ ਵੀ ਸਾਰੇ ਜਿਹੜੇ ਹੈਗੇ ਪਰਮਾਤਮਾ ਨੇ ਜਿਹੜੇ ਹੈਗੇ, ਕੋਈ ਬੰਦਾ ਬਣਾਤਾ ਕੋਈ ਤੀਵੀਂ ਬਣਾਤੀ ਆ। ਇਹ ਭਾਈ ਜੋਤ ਹੈਗੀ ਮਾਲਕ ਪਰਮਾਤਮਾ ਦੀ। ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਇੱਕ ਦੂਸਰੇ ਨੂੰ ਸੱਚ ਸਮਝ ਕੇ, ਪਦਾਰਥਾਂ ਨੂੰ ਪਰਿਵਾਰ ਨੂੰ ਸੱਚ ਸਮਝ ਕੇ ਇੱਥੇ ਹੀ ਖੱਪ ਕੇ ਖਾਰ ਹੋ ਜਾਂਦੇ ਆ ਭਾਈ। ਖੱਪ ਕੇ ਖੁਆਰ ਹੋ ਜਾਂਦੇ ਆ, ਖੁਆਰ ਦੁਖੀ ਹੁੰਦੇ ਆ, ਮਿਲਦਾ ਮਿਲਾਉਂਦਾ ਕੁਛ ਵੀ ਨਹੀਂ ਹੈਗਾ। ਕੂੜੇ ਕੂੜਾ ਨਿਹੁ ਲੱਗਾ ਵਿਸਰਿਆ ਕਰਤਾਰ। ਇਹ ਕੂੜ ਦੇ ਨਾਲ ਇਨਸਾਨ ਜਿਹੜਾ ਹੈਗਾ, ਕੂੜੇ ਇਨਸਾਨ ਨੂੰ ਸਰੀਰ ਦੇ ਨਾਲ, ਪਦਾਰਥਾਂ ਦੇ ਨਾਲ ਹੀ ਪਿਆਰ ਹੈਗਾ ਭਾਈ।
ਕੂੜੇ ਦਾ ਕੂੜੇ ਦੇ ਨਾਲ ਪਿਆਰ ਹੈਗਾ, ਕਿਉਂਕਿ ਆਪਣੇ ਆਪ ਨੂੰ ਸਰੀਰ ਸਮਝਦਾ ਹੈ। ਤੇ ਵਿਸਰਿਆ ਕਰਤਾਰ, ਸੱਚ ਜਿਹੜਾ ਹੈਗਾ, ਕਰਤਾਰ ਜਿਹੜਾ ਹੈਗਾ, ਇਹਦੇ ਅੰਦਰ ਆਤਮਾ ਜਿਹੜੀ ਹੈਗੀ ਆ ਉਹ ਪਰਮਾਤਮਾ ਦਾ ਅੰਸ਼ ਹੈਗੀ, ਉਹ ਵਿਸਰ ਜਾਂਦਾ ਹੈ। ਆਤਮ ਤਲ ਤੇ ਕੋਈ ਵੀ ਜਿਹੜਾ ਦੁਨੀਆ ਦੇ ਵਿੱਚ ਨਹੀਂ ਵਿਚਰਦਾ। ਕੂੜ ਕੂੜੈ ਨਿਹ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣਹਾਰ। ਤੇ ਕਹਿੰਦੇ ਭਾਈ ਫਿਰ ਕੂੜ ਦੇ ਨਾਲ ਦੋਸਤੀ ਕਰਨੀ ਤਾਂ ਵਧੀਆ ਤਾਂ ਹੈ ਨਹੀਂ ਕਿ ਭਾਈ, ਕਿਉਂਕਿ ਇਹ ਤਾਂ ਜਿਹੜਾ ਹੈਗਾ ਕਿਸੇ ਬੰਦੇ ਨਾਲ, ਤੀਵੀਂ ਨਾਲ, ਕਿਸੇ ਦੇ ਨਾਲ ਵੀ ਆਪਾਂ ਹੀ ਨਹੀਂ ਰਹਿਣਾ, ਤੇ ਬਾਕੀ ਤਾਂ ਦੋਸਤੀ ਤਾਂ ਕਿਵੇਂ ਰਹੂਗੀ। ਕੁਐਸਚਨ ਹੈਗਾ ਭਾਈ, ਕਾਹਦੇ ਲਈ ਫਿਰ ਦੋਸਤੀ ਕੀਤੀ ਜਾਏ? ਕਿਸ ਨਾਲ ਕੀਚੇ ਦੋਸਤੀ, ਕਾਹਦੇ ਲਈ ਦੋਸਤੀ ਕੀਤੀ ਜਾਏ ਭਾਈ? ਸਭ ਜਗ ਚੱਲਣਹਾਰ, ਸਾਰਾ ਜਗ ਤਾਂ ਚੱਲਣ ਵਾਲਾ ਹੈ, ਕਿਉਂ ਦੋਸਤੀ ਕਰੀਏ ਇਹਨਾਂ ਦੇ ਨਾਲ, ਇਸ ਸੰਸਾਰ ਦੇ ਨਾਲ? ਕਿਉਂ ਮਿੱਤਰਤਾ? ਇਹ ਤਾਂ ਮਿੱਤਰਤਾ ਟੁੱਟ ਜਾਣੀ ਹੈ। ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਪਰ ਕਹਿੰਦੇ ਇੰਨਾ ਮਿੱਠਾ ਆ ਭਾਈ ਇਹ ਜਿਹੜਾ ਹੈਗਾ, ਇਹ ਮੋਹ, ਇਹ ਝੂਠ, ਇਹ ਖਲਾਰਾ, ਇਹ ਰਚਨਾ ਇੰਨੀ ਚਮਕਦਾਰ ਆ ਔਰ ਇੰਨਾ ਸਵਾਦ ਹੈ ਇਹਦੇ ਵਿੱਚ। ਕੂੜ ਮਾਖਿਓ, ਸ਼ਹਿਦ ਮੰਗੂ, ਸ਼ਹਿਦ ਤੋਂ ਵੀ ਮਿੱਠਾ ਹੈ, ਕਹਿੰਦੇ ਇੰਨਾ ਸਵਾਦ। ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਭਾਰੇ ਕੂੜ ਜਿਹੜਾ ਹੈਗਾ, ਇਹ ਸ਼ਾਇਦ ਮਿਠਾਸ ਜਿਹੜੀ ਹੈਗੀ, ਇਹ ਜਿਹੜੀ ਆ ਪੂਰਾਂ ਦੇ ਪੂਰ ਡੋਬ ਦਿੰਦੀ ਆ। ਰਿਜ਼ਲਟ ਡੋਬਣ ਦਾ ਕੀ ਮਤਲਬ ਆ? ਇਸ ਸੰਸਾਰ ਦੇ ਵਿੱਚ ਆਏ ਆ, ਇਹਦੇ ਵਿੱਚ ਹੀ ਡੁੱਬ ਜਾਂਦੇ ਆ। ਇਹ ਮਨੁੱਖ ਸਰੀਰ ਮਿਲਿਆ ਸੀਗਾ ਨਿਕਲਣ ਦਾ ਵਾਸਤੇ, ਤੇ ਫਿਰ ਜੂਨਾਂ ਦੇ ਵਿੱਚ ਵਾਪਸ ਪੈ ਗਏ, ਨਵੇਂ ਸਿਰ ਤੋਂ ਫਿਰ ਚੱਲ ਪਈ ਗੱਡੀ। ਆਹ ਹੈਗਾ ਡੁੱਬਣਾ ਭਾਈ। ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਨਾਨਕ ਵਖਾਣੇ ਬੇਨਤੀ, ਤੁਧ ਬਾਜ ਕੂੜੋ ਕੂੜ। ਮਹਾਰਾਜ ਬੇਨਤੀ ਕਰ ਰਹੇ ਆ, ਦੱਸ ਰਹੇ ਆਪਾਂ ਨੂੰ ਭਾਈ, ਬੇਨਤੀ ਕਰਕੇ, ਭਾਈ ਪਿਆਰਿਓ, ਉਹ ਮਾਲਕ ਤੋਂ ਬਗੈਰ ਸਾਰਾ ਕੁਛ ਜਿਹੜਾ ਹੈਗਾ ਕੂੜ ਹੈਗਾ। ਸੱਚ ਜਿਹੜਾ ਹੈਗਾ ਉਹ ਮਾਲਕ ਹੈਗਾ, ਸੱਚ ਹੈਗੀ ਆਤਮਾ। ਆਤਮ ਤਲ ਤੇ ਜੀਓ, ਔਰ ਹਰੇਕ ਦੇ ਵਿੱਚ, ਇਸ ਸੰਸਾਰ ਦੇ ਵਿੱਚ ਉਹ ਮਾਲਕ ਪਰਮਾਤਮਾ ਆਪ ਹੈਗਾ ਗੁਪਤ। ਉਸ ਮਾਲਕ ਪਰਮਾਤਮਾ ਦੇ ਨਾਲ, ਉਹ ਸੱਚ ਦੇ ਨਾਲ ਜਿਹੜਾ ਹੈਗਾ ਦੋਸਤੀ ਕਰੋ। ਹਾਂਜੀ ਵੀਰ ਜੀ। हाँ गोरकी साहब शायद है नहीं है, डिस्कनैक्ट हो गया उन्होंने। सुखजिंदर जी तुसी आ जाओ जब तक। फोन आ गया ना किसी दा उन्हें। अच्छा जी कोई नहीं। हाँ जी सुखविंदर जी तुसी आ जाओ। सुखविंदर जी, सुखविंदर भी गायब हो गए। ਵਾਹਿਗੁਰੂ ਜੀ ਅੱਜ ਤੁਸੀਂ ਆਪ ਹੀ ਸ਼ੁਰੂ ਕਰ ਲਓ ਹੁਣ, ਜਦ ਤੱਕ ਕੋਈ ਨਹੀਂ ਆ ਰਿਹਾ, ਇਸ ਕਰਕੇ ਤੁਹਾਨੂੰ ਆਪ ਖੁਦ ਹੀ ਕਰਨਾ ਪੈਣਾ ਜੀ। आगे जी ਵੀਰ ਜੀ ਆ ਰਹੀ ਹੈ ਬਈ? हाँ जी हाँ जी आ रही है, आ रही है जी, आ रही है। थोड़ी थोड़ी चले गए थोड़ी वॉल्यूम घट है थोड़ा, थोड़ा थोड़ा नेड़े हो जाओ बस। एक मिनट में ਇਹ ਨਾ ਐਕਚੁਅਲੀ ਜਿਹੜਾ ਨਾ ਕਿਸੇ ਬੰਦੇ ਦਾ ਫੋਨ ਆਇਆ ਗੁਰਕੀ ਜੀ ਨੂੰ, ਉਹ ਤਾਂ ਇੱਕ ਬੰਦੇ ਦਾ ਫੋਨ ਆਇਆ। ਇੱਥੇ ਤਾਂ ਜਿਹੜੀ ਸੰਗਤ ਹੈਗੀ ਭਾਈ, ਇਸ ਲਈ ਸਾਡੀ ਮੈਜੋਰਟੀ ਜ਼ਿਆਦਾ ਹੈਗੀ ਆ। ਹਾਂਜੀ ਮੈਂ ਕਿਹਾ ਸਾਡੀ ਮੈਜੋਰਟੀ ਜ਼ਿਆਦਾ ਹੈ। ਮਾਤਾ ਜੀ ਕਹਿ ਰਹੇ, ਕਹਿੰਦੇ ਕਿ ਭੈਣ ਜੀ ਕਹਿ ਰਹੇ ਕਿ ਇੱਕ ਬੰਦੇ ਦਾ ਫੋਨ ਆ ਗਿਆ। ਮੈਂ ਕਿਹਾ ਬੰਦੇ ਦਾ ਤਾਂ ਸਾਡੀ ਇੱਥੇ ਤਾਂ ਆ ਗਈ ਹੈ। ਹਾਂਜੀ ਹਾਂਜੀ ਬੋਲੋ ਜੀ। ਹਾਂਜੀ 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 ਮੈਂ ਕੁਝ ਜਗ੍ਹਾ ਕੱਢ ਲਾਂ ਸ਼ਬਦ। ਮੈਂ ਤਾਂ ਕਿ ਮੈਂ ਨਿਸ਼ਚਿੰਤ ਹੋ ਗਿਆ ਸੀ, ਮੈਂ ਗੁਰਪ੍ਰੀਤ ਜੀ ਆ ਗਏ, ਚੱਲ ਮੈਂ ਆਰਾਮ ਨਾਲ ਬੈਠ ਗਿਆ ਸੀ। ਨਹੀਂ ਨਹੀਂ ਕੋਈ ਨਹੀਂ। ਇੱਕ ਮਿੰਟ ਜੀ। ਕੋਡ ਕੂੜ ਰਾਜਾ ਕੂੜ ਪਰਜਾ।
ਹਾਂਜੀ ਵੀਰ ਜੀ, ਇਹ ਇਸ ਦੇ ਵਿੱਚ ਤਾਂ ਸਾਰਾ ਕੁਝ ਦੇਖੋ, ਤੁਸੀਂ ਦੱਸ ਰਹੇ ਹੋ ਜਿੱਦਾਂ ਕਿ ਉਹ ਕਹਿੰਦੇ ਵੀ ਉਸ ਮਾਲਕ ਪ੍ਰਮਾਤਮਾ ਤੋਂ ਬਿਨਾਂ ਬਾਕੀ ਸਭ ਕੂੜ ਹੈ, ਹਨਾ? ਬਿਲਕੁਲ। ਫਿਰ ਉਹ ਐਗਜ਼ਾਮਪਲਾਂ ਦੇਈ ਜਾਂਦੇ ਆ ਵੀ ਉਹ ਜੋ ਵੀ ਤੂੰ ਜੋ ਵੀ ਰਾਜ ਭਾਗ, ਜੋ ਪ੍ਰਜਾ, ਸਭ ਸੰਸਾਰ ਜਿੰਨਾ ਵੀ ਹੈ, ਮਾੜੀਆਂ ਕੋਠੇ ਮੰਡਪ ਮਾੜੀਆਂ, ਹਨਾ ਜੀ, ਸੋਨਾ ਰੂਪਾ ਚਾਂਦੀ ਜਿਹਨੂੰ ਕਹਿੰਦੇ ਤੁਸੀਂ ਕਹਿ ਰਹੇ ਹੋ, ਹਨਾ ਜੀ, ਰੁਪਏ ਨੂੰ ਚਾਂਦੀ ਕਿਹਾ ਜਾਂਦਾ। ਕਾਇਆ ਜਿਹੜੀ ਹੈ, ਜਿੰਨੇ ਕੱਪੜਾ ਰੂਪ ਪਾਰ, ਮੈਨੂੰ ਤਾਂ ਨਜ਼ਰ ਹੀ ਨਹੀਂ ਆ ਰਿਹਾ ਜੀ ਕੁਛ ਉਹ ਤੋਂ ਬਿਨਾਂ, ਕੂੜ ਤੋਂ ਬਿਨਾਂ ਸਾਰਾ ਕੂੜ ਹੀ ਹੈ, ਹਨਾ? ਕਮਾਲ ਹੀ ਹੈ। ਕਿਹਦੇ ਨਾਲ ਕਹਿੰਦੇ ਦੋਸਤੀ ਕਰੀਏ? ਇਹ ਚੱਲਣ ਹਾਰ ਹੈ ਸਾਰਾ ਜੱਗ। ਜੇ ਕੋਈ ਚੀਜ਼ ਪਰਮਾਨੈਂਟ ਹੋਵੇ ਉਹਦੇ ਨਾਲ ਹੀ ਦੋਸਤੀ ਕਰਨ ਦਾ ਫਾਇਦਾ। ਬਿਲਕੁਲ। ਜਿਹੜੀ ਚੀਜ਼ ਨੇ ਰਹਿਣਾ ਹੀ ਨਹੀਂ, ਜਿਹੜੀ ਚੀਜ਼ ਸੱਚ ਨਹੀਂ ਹੈਗੀ, ਸੱਚ ਨਹੀਂ ਹੈ, ਤੇ ਝੂਠ ਦੇ ਨਾਲ ਦੋਸਤੀ ਕਰਨ ਦਾ ਤਾਂ ਨੁਕਸਾਨ ਹੀ ਮਿਲੇਗਾ, ਫਾਇਦਾ ਤਾਂ ਮਿਲੇਗਾ ਨਹੀਂ ਭਾਈ। ਬਿਲਕੁਲ। ਪਾਣੀ ਤੇ ਲੀਕ ਮਾਰੀ ਤੇ ਉਹ ਪਾਣੀ ਹੈ, ਫਿਰ ਉਹ ਕੀ ਕਰੋਗੇ ਤੁਸੀਂ ਉਹਨੂੰ? ਤੇ ਲੀਕ ਵੱਜੀ, ਉਹਦੀ ਕੋਈ ਨਿਸ਼ਾਨ ਰਹਿ ਜਾਣਾ ਉਹਦਾ ਕੁਝ। ਵੀਰ ਜੀ ਆ ਗਏ ਜੀ ਮੈਨੂੰ ਲੱਗਦਾ। ਹਾਂਜੀ ਵੀਰ ਜੀ। ਹਾਂ ਸੌਰੀ ਮੈਂ ਨਾ ਗੋਰਕੀ ਸਾਹਿਬ, ਹਾਂ ਤੁਹਾਡੀ ਫਿਰ ਆਵਾਜ਼ ਬੰਦ ਹੋ ਗਈ ਜੀ। ਇੱਕ ਚੀਜ਼ ਨੂੰ ਸਮਝੋ, ਬਾਣੀ ਕੀ ਕਹਿ ਰਹੀ ਹੈ, ਪਲੀਜ਼ ਆਪ ਅੰਡਰਸਟੈਂਡ ਕਰੋ। ਬਾਣੀ ਕਹਿੰਦੀ ਹੈ ਕੂੜ ਰਾਜਾ ਕੂੜ ਪ੍ਰਜਾ, ਮਤਲਬ ਕੂੜ ਸਭ ਸੰਸਾਰ। ਕੂੜ ਦਾ ਮਤਲਬ ਹੁੰਦਾ ਮਾਇਆ, ਜੋ ਬਿੜ ਸਜਾਣਾ ਹੈ। ਇਹ ਮਤਲਬ ਐਡਾ ਪ੍ਰੈਕਟੀਕਲ ਹੈ। ਇੰਨੀ ਵਧੀਆ ਚੀਜ਼ ਬਣਾਈ ਹੈ ਪ੍ਰਕਿਰਤੀ, ਪਰਮਾਤਮਾ ਨੇ ਬਣਾਈ। ਆਪ ਜਸਟ ਸੋਚੋ ਕਿ ਜੇ ਪਰਮਾਤਮਾ ਨੇ ਕਿਸੇ ਚੀਜ਼ ਦੀ ਰਚਨਾ ਕੀਤੀ ਹੈ ਤੇ ਕਿੰਨੀ ਤਗੜੀ ਹੋਊਗੀ। ਇਹ ਕੋਈ ਆਰਡੀਨਰੀ ਕੰਸਟਰਕਸ਼ਨ ਨਹੀਂ ਕੀਤੀ ਕਿ ਜਿੱਦਾਂ ਮੇਰੇ ਵਰਗੇ ਨੇ ਆਪਾਂ ਨੇ ਕੜਕੜ ਦੀ ਆਵਾਜ਼ ਕਿੱਥੋਂ ਆਉਂਦੀ ਨੇ ਤੁਹਾਡੇ ਲਾਉਂਦੀ ਨਹੀਂ ਜੀ। ਦੇਖ ਲੈਣੇ, ਮੈਂ ਬੰਦ ਕਰ ਹੌਸਲਾ ਮਾਈਕ ਖੁੱਲਾ ਜੀ। ਕੋਈ ਨਹੀਂ, ਮੈਂ ਅਸੀਂ ਬੰਦ ਕਰ ਦਿੰਦੇ ਜੀ, ਕੋਈ ਨਹੀਂ, ਕੋਈ ਗੱਲ। ਅੱਛਾ, ਇਹ ਸਾਧ ਸੰਗਤ ਜੀ, ਇਹ ਸੰਸਾਰ ਹੈ। ਦੇਖੋ ਆਪ ਪਲੀਜ਼ ਅੰਡਰਸਟੈਂਡ ਕਰੋ। ਅਜੇ ਤੱਕ ਕੋਈ ਇਹ ਨਹੀਂ ਦੱਸ ਸਕਿਆ ਕਿ ਮੁਰਗੀ ਪਹਿਲਾਂ ਆਈ ਕਿ ਆਂਡਾ ਪਹਿਲਾਂ ਆਇਆ। ਦੇਖੋ, ਔਰਤ ਤੇ ਮਰਦ ਦੇ ਮਿਲਣ ਤੋਂ ਬਾਅਦ ਬੱਚੇ ਦਾ ਜਨਮ ਹੁੰਦਾ। ਇਹ ਪਹਿਲਾ ਬੱਚਾ ਕਿੱਥੋਂ ਆਇਆ? ਆਪਨੇ ਕਿਤੇ ਵਿਚਾਰ ਕੀਤਾ? ਇਹ ਜਿਹੜੇ ਪੰਜ ਤੱਤ ਆ, ਪਾਣੀ ਆ, ਅਗਨ ਹੈ, ਨਿੱਜਰ ਸਾਹਿਬ ਮੈਨੂੰ ਲੱਗਦਾ ਇਹ ਪਤਨੀ ਵੇਖੋ ਮਾਈਕ ਕਿਹਦਾ ਆਉਣ ਜੇ। ਨਹੀਂ, ਮਾਈਕ ਕਿਸੇ ਦਾ ਆਉਣ ਨਹੀਂ ਹੈ ਜੀ, ਮੇਰਾ ਹੈ। ਮੇਰਾ ਜੇ ਕਹਿੰਨੇ ਮੈਂ ਵੀ ਬੰਦ ਕਰ ਦੇਣਾ ਹੈ ਤੇ ਹਾਂ ਤੁਸੀਂ ਇੱਕ ਮਿੰਟ ਬੰਦ ਕਰ ਦਿਓ। ਮੇਰੇ ਤਾਂ ਹੁਣ ਇਹ ਸੰਸਾਰ ਆ ਸਾਧ ਸੰਗਤ ਜੀ, 2 ਮਿੰਟ ਵਿਚਾਰ ਕਰਨੀ ਤੁਹਾਡੇ ਨਾਲ। ਆਪ ਪਲੀਜ਼ ਦੇਖੋ ਕਿ ਇੰਨੀ ਇਹਦੇ ਵਿੱਚ ਬਰੀਕੀ ਆ। ਇੱਕ ਚੀਜ਼ ਜਿਹੜੀ ਆ ਪ੍ਰੋਪਰਲੀ ਬਣਾਈ ਹੈ। ਇਹ ਬ੍ਰਹਮ ਗਿਆਨੀ ਸਾਨੂੰ ਇਹੋ ਦੱਸ ਕੇ ਗਏ ਕਿ ਇਹ ਜਿਹੜਾ ਇਹ ਸੰਸਾਰ ਜਿਹੜਾ ਹੈ, ਇਹਦੇ ਨਾਲ ਮੋਹ ਨਾ ਕਰ, ਇਹ ਕੂੜ ਹੈ। ਕੂੜ ਕਿਉਂ ਕਹਿੰਦੇ ਆ? ਉਹ ਕਹਿੰਦੇ ਕਿ ਜਿਹਦੇ ਪਤਨੀ ਕਰਕੇ ਜਾਂ ਪਤੀ ਕਰਕੇ ਜਾਂ ਬੱਚਿਆਂ ਕਰਕੇ ਜਾਂ ਹੋਰ ਕਿਸੇ ਰਿਸ਼ਤੇਦਾਰ ਕਰਕੇ ਜੇ ਤੂੰ ਜੀਵਨ ਦਾ ਗਲਤ ਇਸਤੇਮਾਲ ਕਰਦਾ ਹੈ ਨਾ, ਤੇ ਇਹ ਤੇ ਸਾਰੇ ਲੋੜਾਂ ਦੇ ਗਰਜਾਂ ਦੇ ਲੋੜ ਦੋਸਤ ਨੇ ਤੇਰੇ। ਇਹ ਮਤਲਬ ਤੂੰ ਕਿਉਂ ਏਦਾਂ ਦਾ ਕਰ ਰਿਹਾ? ਅਸਲ ਚ ਉਹ ਇਹ ਕਹਿਣਾ ਚਾਹੁੰਦੇ ਆ। ਆਪ ਜਸਟ ਦੇਖੋ, ਮੈਂ ਰਾਜਸਥਾਨ ਗਿਆ ਸਾਂ ਨਾ, ਬੜੇ ਵੱਡੇ ਨਜ਼ਰ ਸਾਹਿਬ ਮਹਿਲ ਬਣੇ ਉੱਥੇ। ਉਹਦੇ ਮਹਿਲ ਬਣੇ ਆ ਨਾ, ਜਿਨ੍ਹਾਂ ਨੇ ਮਹਿਲ ਬਣਾਏ, ਇੰਨੇ ਮਜ਼ਬੂਤ ਮਹਿਲ ਬਣਵਾਏ ਸੀ। ਉਹਨਾਂ ਨੇ ਸੋਚਿਆ ਸੀ ਕਿ ਸਾਡੇ ਨਸਲਾਂ ਜਿਹੜੀਆਂ ਹੈਗੀਆਂ ਉੱਥੇ ਰਹਿਣਗੀਆਂ, ਉਹਨਾਂ ਦਾ ਰਾਜ ਭਾਗ ਚੱਲੇਗਾ। ਪਰ ਨਹੀਂ, ਸਮੇਂ ਦਾ ਚੱਕਰ ਕਿੱਦਾਂ ਘੁੰਮਦਾ ਹੈ ਕੋਈ ਕਿਸੇ ਕੋ ਨਹੀਂ, ਕੋਈ ਸਮਝ ਨਹੀਂ ਸਕਦਾ। ਜਦੋਂ ਸਾਡਾ ਤਾਪ ਖਤਮ ਹੋ ਜਾਂਦਾ, ਸਾਡੇ ਕੋਲ ਸਾਡੀ ਸ਼ਕਤੀ ਖੋਹ ਲਈ ਜਾਂਦੀ ਹੈ, ਪ੍ਰਕਿਰਤੀ ਦੇ ਤੌਰ ਤੇ ਬਹਾਨਾ ਬਣ ਜਾਂਦਾ। ਹੁਣ ਇਹ ਜਿਹੜਾ ਕੂੜ ਹੈ, ਦੇਖੋ ਕੂੜ ਰਾਜਾ, ਉਹ ਕਹਿੰਦੇ ਰਾਜਾ ਵੀ ਕੂੜ ਆ, ਜਿਹੜੀ ਉਹਦੀ ਪ੍ਰਜਾ ਵਾ ਰਾਜੇ ਦੀ, ਉਹ ਵੀ ਕੂੜ ਆ। ਕੂੜ ਸਭ ਸੰਸਾਰ, ਉਹ ਕਹਿੰਦੇ ਕਿ ਸਾਰਾ ਸੰਸਾਰ ਜਿਹੜਾ ਕੂੜ ਆ। ਕੂੜ ਦਾ ਮਤਲਬ ਕਿ ਇੱਕ ਛਲ, ਇੱਕ ਭਰਮ। ਜਦੋਂ ਆਪਾਂ ਇਹਦੀ ਅਸਲੀਅਤ ਨਹੀਂ ਨਾ ਸਮਝਦੇ ਤੇ ਫਿਰ ਆਪਾਂ ਕੀ ਕਰਦੇ ਹਾਂ ਕਿ ਆਪਾਂ ਜੀਵਨ ਦਾ ਗਲਤ ਇਸਤੇਮਾਲ ਕਰਦੇ। ਅਸਲ 'ਚ ਸਾਨੂੰ ਜੀਵਨ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਇੱਕ ਸਿੰਪਲ ਆਪਣਾ ਮਿਹਨਤ ਕਰੋ, ਇੱਕ ਇਮਾਨਦਾਰੀ ਆਪਣਾ ਜੀਵਨ ਬਤੀਤ ਕਰੋ, ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਤੁਹਾਨੂੰ ਭਗਤੀ ਵੀ ਕਰਨ ਦੀ ਲੋੜ ਨਹੀਂ। ਤੁਸੀਂ ਸੁਭਾਵ ਸਾਗਰ ਤੋਂ ਪਾਰ ਲੰਘ ਜਾਣਾ। ਜਦੋਂ ਆਪਾਂ ਮੋਹ 'ਚ ਆ ਜਾਂਦੇ, ਦੇਖੋ ਪਾਣੀ 'ਚ 5 ਤੱਤ ਬਹੁਤ ਪਾਵਰਫੁਲ ਨੇ। ਇੱਕ ਹੈਗਾ ਕਾਮ, ਇੱਕ ਕ੍ਰੋਧ, ਇੱਕ ਲੋਭ, ਇੱਕ ਮੋਹ ਤੇ ਇੱਕ ਹੰਕਾਰ। ਇਹਨਾਂ ਦੇ ਜਦੋਂ ਆਪਾਂ ਅਧੀਨ ਆ ਜਾਂਦੇ ਆ, ਜਾਂ ਇਹਨਾਂ ਦੀ ਜਦੋਂ ਕੋਈ ਸਾਡੇ ਅੰਦਰ ਜ਼ਿਆਦਾ ਓਵਰ ਪਾਵਰ ਹੁੰਦੀ ਹੈ,
ਔਰ ਅਸੀਂ ਫਿਰ ਉਹਦੇ ਅਨੁਸਾਰ ਜਦੋਂ ਆਪਾਂ ਕੋਈ ਕੰਮ ਕਰਦੇ ਹਾਂ ਤੇ ਫਿਰ ਸੰਸਕਾਰ ਬਣ ਜਾਂਦਾ। ਦੇਖੋ ਕਬੀਰ ਸਾਹਿਬ, ਗੁਰੂ ਨਾਨਕ ਪਾਤਸ਼ਾਹ ਜਾਂ ਰਵਿਦਾਸ ਜੀ, ਵੇਖੋ ਉਹਨਾਂ ਨੇ ਆਪਣਾ ਪ੍ਰੋਫੈਸ਼ਨਲ ਚੇਂਜ ਨਹੀਂ ਕੀਤਾ। ਰਵਿਦਾਸ ਜੀ ਉਹਨਾਂ ਦਾ ਪ੍ਰੋਫੈਸ਼ਨ ਸੀ ਕਿ ਉਹ ਚਮਿਆਰ ਦਾ ਕੰਮ ਕਰਦੇ ਸਨ, ਚਮੜੀ ਲਾਉਂਦੇ ਸਨ। ਉਹਨਾਂ ਨੇ ਉਹਨੂੰ ਕਿੱਤੇ ਨੂੰ ਕੰਟੀਨਿਊ ਰੱਖਿਆ। ਜੇਕਰ ਆਪਾਂ ਕਿਸੇ ਪ੍ਰੋਫੈਸ਼ਨ ਦੇ ਵਿੱਚ ਬੈਠੇ ਹਾਂ ਔਰ ਇਹਨਾਂ ਪੰਜਾਂ ਤੋਂ ਬਗੈਰ ਆਪਾਂ ਉੱਥੇ ਆਪਣਾ ਜੀਵਨ ਬਤੀਤ ਕਰਦੇ ਹਾਂ, ਉਸ ਚੀਜ਼ ਦਾ ਸੰਸਕਾਰ ਨਹੀਂ ਬਣਦਾ। ਜਦੋਂ ਆਪਾਂ ਇਹਨਾਂ ਪੰਜਾਂ ਤੱਤਾਂ ਚੋਂ ਕਿਸੇ ਦੇ ਵੀ ਅਧੀਨ ਆ ਜਾਂਦੇ, ਚਾਹੇ ਤੁਸੀਂ ਕਾਮ ਦੇ ਅਧੀਨ ਆ ਗਏ ਜੋ, ਤੁਸੀਂ ਕਾਮ ਦੇ ਅਧੀਨ ਆ ਕੇ ਮਾੜਾ ਕੰਮ ਕਰ ਲਓ, ਤੁਸੀਂ ਮਰਿਆਦਾ ਨੂੰ ਤੋੜ ਲਓ, ਤੁਹਾਡਾ ਕੰਮ ਹੋ ਗਿਆ, ਸੰਸਕਾਰ ਬਣ ਜਾਣਾ ਜੀ, ਉਹ ਤੁਹਾਨੂੰ ਭੋਗਣਾ ਪਊ, ਕਾਰਨ ਸਰੀਰ ਦੇ ਵਿੱਚ ਤੁਹਾਡੇ ਐਡ ਹੋ ਜਾਣਾ। ਉਹ ਕਥਾ ਯਾਦ ਜੋ, ਉਹ ਜਦੋਂ ਇੱਕ ਸ਼ੇਖ ਸੀ ਉਹ ਇਨਸਾਫ ਕਰਦਾ ਸੀ, ਇਨਸਾਫ ਕਰਨ ਲਈ ਥਾਂ ਥਾਂ ਤੇ ਘੁੰਮਦਾ ਸੀ। ਉਹਦੇ ਕੁਝ ਉਹਦੇ ਸਿਪਾਹੀ ਸੀ ਦਿੱਤੇ, ਰਾਜੇ ਨੇ ਦਿੱਤੇ ਸੀ ਕਿ ਤੁਸੀਂ ਜਾ ਕੇ ਇਨਸਾਫ ਕਰਨਾ। ਹੁਣ ਇੱਕ ਜਗ੍ਹਾ ਤੇ ਇੱਕ ਬੰਦਾ ਸੀ, ਉਹ ਲੋਕਾਂ ਨਾਲ ਧੱਕਾ ਕਰਦਾ ਸੀ, ਜ਼ਬਰਦਸਤੀ ਉਹਨਾਂ ਨੂੰ ਪਰੇਸ਼ਾਨ ਕਰਦਾ ਸੀ, ਕੁਝ ਵੀ ਗੜਬੜ ਕਰਦਾ ਸੀ, ਲਾਅ ਦੇ ਅਨੁਸਾਰ ਨਹੀਂ ਕੰਮ ਕਰਦਾ ਸੀ। ਉੱਥੇ ਉਹ ਸ਼ੇਖ ਪਹੁੰਚਿਆ, ਸ਼ੇਖ ਦੀ ਉਹਦੇ ਨਾਲ ਲੜਾਈ ਹੋਈ। ਲੜਾਈ ਦੇ ਵਿੱਚ ਉਹਦੇ ਜਿਹੜੇ ਬੰਦੇ ਸੀ ਉਹ ਸਾਰੇ ਭੱਜ ਗਏ। ਫਿਰ ਸ਼ੇਖ ਦੇ, ਇਹ ਕਹਾਣੀ ਮੈਂ ਕਈ ਵਾਰੀ ਸੁਣਾਈ ਤੁਹਾਨੂੰ, ਪਰ ਕ੍ਰੋਧ ਦੀ ਗੱਲ ਕਰਦਾ ਮੈਂ। ਫਿਰ ਉਹਨੇ ਕੀ ਕੀਤਾ ਕਿ ਉਹਨੇ ਸ਼ੇਖ ਦੇ ਜਿਹੜੇ ਮੂੰਹ ਤੇ ਥੁੱਕ ਦਿੱਤਾ। ਹੁਣ ਸ਼ੇਖ ਨੇ ਕਿਹਾ ਕਿ ਦੇਖੋ, ਜਿਹੜੀ ਕਿਰਪਾਨ ਬਾਹਰ ਕੱਢੀ ਸੀ ਨਾ, ਅੱਧੀ ਤੋਂ ਜ਼ਿਆਦਾ 50-75% ਕਿਰਪਾਨ ਬਾਹਰ ਆ ਚੁੱਕੀ ਸੀ, ਉਹਨੇ ਕਿਰਪਾਨ ਵਿੱਚ ਪਾ ਲਈ। ਉਹ ਕਹਿੰਦੇ ਕਿ ਨਹੀਂ, ਹੁਣ ਇਨਸਾਫ ਨਹੀਂ ਹੋ ਸਕਦਾ, ਮੈਨੂੰ ਕ੍ਰੋਧ ਆ ਗਿਆ ਕਿਉਂਕਿ ਤੂੰ ਮੇਰੇ ਮੂੰਹ ਤੇ ਥੁੱਕਦਾ। ਬੇਸ਼ੱਕ ਤੂੰ ਗਲਤ ਆ, ਮੈਂ ਮੰਨਦਾ ਵਾ ਤੂੰ ਗਲਤ ਆ, ਪਰ ਹੁਣ ਜੋ ਵੀ ਮੈਂ ਕਰਾਂਗਾ, ਮੇਰਾ ਡਿਸੀਜਨ ਆ, ਜੋ ਵੀ ਮੇਰਾ ਕਰਮ ਹੋਵੇਗਾ ਉਹ ਸੰਸਕਾਰ ਜਨਰੇਟ ਕਰੇਗਾ, ਕਿਉਂਕਿ ਹੁਣ ਕੁਝ ਗੜਬੜ ਹੋ ਗਈ ਹੈ ਨਾ। ਹੁਣ ਇਸੇ ਤਰ੍ਹਾਂ ਤੁਸੀਂ ਘਰ ਦੇ ਵਿੱਚ ਵੇਖੋ, ਜਿੰਨਾ ਅਗਲੇ ਦਾ ਕਸੂਰ ਹੈ ਤੁਸੀਂ ਓਨਾ ਹੀ ਕਰ ਸਕਦੇ ਜੋ। ਜਦੋਂ ਤੁਸੀਂ ਉਹ ਓਵਰ ਕਰੋਗੇ ਤੇ ਫਿਰ ਉਹ ਸੰਸਕਾਰ ਬਣਾ ਦੇਗਾ। ਉੱਥੇ ਪੰਗਾ ਪੈ ਨਾ ਨਿੱਜਰ ਸਾਹਿਬ, ਬਿਲਕੁਲ, ਕਿਉਂਕਿ ਤੁਸੀਂ ਓਵਰ ਕਰਤਾ ਨਾ। ਹੁਣ ਵੇਖੋ 1 ਰੁਪਏ ਦੀ ਚੀਜ਼ ਦਿੱਤੀ, 1 ਰੁਪਏ ਦੀ ਵਸਤੂ ਆ ਗਈ, ਇਹ ਤੇ ਕਾਰੋਬਾਰ ਆ, ਇਹਦੇ 'ਚ ਕੋਈ ਸੰਸਕਾਰ ਨਹੀਂ ਬਣੇਗਾ। ਪੰਗਾ ਉੱਥੇ ਪੈ ਜਾਣਾ ਹੈ, ਤੁਸੀਂ ਦਿੱਤਾ 1 ਰੁਪਇਆ ਤੇ ਵਸਤੂ ਅਗਲੇ ਦੀ 5 ਦੀ ਚੁੱਕ ਲਈ ਆ। ਘੱਟ ਚੁੱਕ ਲੋ, ਕੋਈ ਪ੍ਰੋਬਲਮ ਨਹੀਂ ਆ, ਉਹ 'ਚ ਕੋਈ ਨੁਕਸਾਨ ਨਹੀਂ ਜੀ ਨਿੱਜਰ ਸਾਹਿਬ। ਬਿਲਕੁਲ ਸਹੀ ਹੈ ਜੀ। ਤੁਸੀਂ ਵਾਅਦੇ ਚੁੱਕ ਲਈ ਤਾਂ ਪੰਗਾ ਪੈ ਗਿਆ ਜੀ, ਉੱਥੇ ਸੰਸਕਾਰ ਬਣ ਗਿਆ। ਔਰ ਉਹ ਤੁਹਾਨੂੰ ਪਤਾ ਹੈ ਤੁਸੀਂ ਚੁੱਕ ਰਹੇ, ਕਿਉਂਕਿ ਚੀਜ਼ ਦੀ ਵਰਥ ਨਹੀਂ ਹੈਗੀ। ਇਹਦਾ ਕਾਰਨ ਕੀ ਹੈ? ਇਹ ਬਾਣੀ ਸਾਨੂੰ ਕਿਉਂ ਸਮਝਾ ਰਹੀ ਹੈ ਬਾਰ-ਬਾਰ? ਕੂੜ ਆ, ਮੰਡਪ ਆ, ਕੂੜ ਮਾੜੀ ਆ, ਕੂੜ ਬੈਸਨਹਾਰ, ਕੂੜ ਸੁਣੀਏ, ਕੂੜ ਰੂਪਾ, ਕੂੜ ਪਹਿਨਣਹਾਰ। ਹੁਣ ਵੇਖੋ, ਸੋਨਾ ਚਾਂਦੀ ਵੀ ਕਹਿੰਦੇ ਕੂੜ ਆ, ਫਿਰ ਕੂੜ ਕਹਿੰਦੇ ਰੂਪ ਵੀ ਆ, ਕੂੜ ਆ। ਪਰ ਰੂਪ ਵੇਖੋ, ਇੱਕ ਔਰਤ, ਮੈਂ ਇੰਨੀਆਂ ਖੂਬਸੂਰਤ ਔਰਤਾਂ ਆਪਣੀ ਜ਼ਿੰਦਗੀ 'ਚ ਵੇਖੀਆਂ ਤੇ ਹੁਣ ਵਿਚਾਰੀਆਂ ਦਾ ਰੂਪ ਪਤਾ ਨਹੀਂ ਕਿੱਥੇ ਚਲ ਗਿਆ ਨਿੱਜਰ ਸਾਹਿਬ। ਬਿਲਕੁਲ। ਕਿਹੜੀ ਚੀਜ਼ ਸਸਟੇਨ ਕਰ ਰਹੀ ਆ? ਕੋਈ ਚੀਜ਼ ਸਸਟੇਨ ਨਹੀਂ ਕਰ ਰਹੀ, ਹਰ ਚੀਜ਼ ਤੁਰ ਰਹੀ ਹੈ। ਜਦੋਂ ਮੈਂ ਜੰਮਿਆ ਸਾਂ ਮੇਰਾ ਕੁਝ ਹੋਰ ਰੂਪ ਸੀ, ਫਿਰ ਮੈਂ ਵੱਡਾ ਹੋਇਆ ਮੇਰਾ ਕੋਈ ਰੂਪ ਹੋ ਰਿਹਾ, ਅੱਜ ਮੇਰਾ ਕੁਝ ਰੂਪ ਹੋ ਰਿਹਾ। ਵਾਲੀ ਦੇ ਦਾੜੀ ਦੇ ਕਾਫੀ ਵਾਲ ਚਿੱਟੇ ਹੋ ਗਏ, ਸਿਰ ਦੇ ਵਾਲ ਮੇਰੇ ਚਿੱਟੇ ਹੋ ਗਏ, ਦੰਦ ਵੀ ਇੱਕ ਖਰਾਬ ਹੋ ਗਿਆ, ਨਜ਼ਰ ਵੀ ਘਟ ਗਈ ਹੈ, ਸਰੀਰ ਦੇ ਵਿੱਚ ਹੋਰ ਵੀ ਮੇਰੇ ਕਈ ਕੰਪਲੀਕੇਸ਼ਨ ਆ ਗਏ ਨੇ। ਇੱਕ ਸਮਾਂ ਆਊਗਾ ਇਹ ਸਰੀਰ ਮੇਰੇ ਤੋਂ ਅਲੱਗ ਹੋ ਜਾਏਗਾ। ਜੇਕਰ ਆਪਾਂ ਇਸ ਸਰੀਰ ਨੂੰ ਮੈਡੀਕਲ ਲਾਈਨ 'ਚ ਆ ਕੇ ਇਹਨੂੰ ਬਰਕਰਾਰ ਕਰਨਾ ਚਾਹੁੰਦੇ ਹਾਂ ਕਿ ਸਸਟੇਨ ਰਵੇ, ਤੁਸੀਂ ਦੁਨੀਆ ਦੀ ਕੋਈ ਵੀ ਟੈਕਨੋਲੋਜੀ ਵਰਤ ਕੇ ਵੇਖ ਲਓ, ਇਹ ਹੈ ਵਾ, ਇਹਦੀ ਇੱਕ ਲਿਮਿਟ ਹੈ। ਲਿਮਿਟ ਦੇ ਵਿੱਚ ਇਹਨੇ ਡਾਊਨ ਹੋ ਜਾਣਾ। ਇਸੇ ਕਰਕੇ ਬਾਣੀ ਕਹਿੰਦੀ ਕਿ ਤੂੰ ਆਪਣੇ ਸਰੀਰ ਨਾਲ ਮੋਹ ਨਾ ਕਰ। ਤੂੰ ਜਿੰਨਾ ਮੋਹ ਕਰੇਂਗਾ, ਜਦੋਂ ਇਹ ਬੁੱਢਾ ਹੋਊਗਾ ਨਾ, ਤੈਨੂੰ ਦੁੱਖ ਬੜਾ ਹੋਣਾ, ਤੂੰ ਬੜਾ ਪਰੇਸ਼ਾਨ ਹੋ ਜਾਏਗਾ। ਫਿਰ ਤੂੰ ਵੇਖ ਲੈ ਲੋਕੀ ਕਾਲੇ ਵਾਲ ਕਰਦੇ ਆ, ਕਿਉਂਕਿ ਤੂੰ ਕਾਲੇ ਵਾਲਾਂ ਨੂੰ ਬਹੁਤ ਲਾਈਕ ਕਰਦਾ। ਉਮਰ ਦਾ ਮਤਲਬ ਤੇ ਇਹੋ ਹੀ ਹੈ। ਜਿੱਦਾਂ ਚਿੱਟਾ ਦੜਾ ਉਹ ਵੀ ਬੜਾ ਜ਼ਰੂਰੀ ਹੈ। ਨਿੱਜਰ ਸਾਹਿਬ ਦੇ ਮੂੰਹ ਤੇ ਚਿੱਟਾ ਦੜਾ ਕਿੱਡਾ ਸੋਹਣਾ ਲੱਗਦਾ। ਹੁਣ ਮੇਰੇ ਵਰਗਾ 2-3 ਵਾਲ ਹੋਣ ਤੇ ਕੱਢਣ ਦੀ ਕੋਸ਼ਿਸ਼ ਕਰਦਾ ਹੈ ਕਿ ਛੱਡੋ ਖੜਾ ਜਾ, 2-3 ਵਾਲ ਘੱਟ ਕਰੀਏ। ਹੁਣ ਵਾਲ ਜ਼ਿਆਦਾ ਉੱਗਦੇ ਆ, ਕਿੰਨੇ ਕੁ ਕੱਢੂਗਾ, ਸਾਰੀ ਦਾੜੀ ਨਿਕਲ ਜਾਣੀ ਹੈ। ਪਰ ਪ੍ਰਕਿਰਤੀ ਦਾ ਜਿਹੜਾ ਰੂਲ ਹੈ ਨਾ, ਉਹਨੂੰ ਫੋਲੋ ਕਰੋ। ਮੈਂ ਦਾੜੀ ਕਾਲੀ ਕੀਤੇ ਤੁਸੀਂ ਅਧਰਮੀ ਨਹੀਂ ਹੋ ਚੱਲੇ। ਇਹ ਮਨ ਚੋਂ ਵਰਕਾ ਪਾੜਦੇ, ਤੁਸੀਂ ਮੇਕਅਪ ਕਰ ਲਿਆ ਤੇ ਕੱਪੜੇ ਵਧੀਆ ਪਾ ਲਏ ਤੇ ਤੁਸੀਂ ਬੜੇ ਪਾਪੀ ਹੋ ਗਏ। ਉਹ ਜ਼ਰੂਰਤ ਹੈ, ਸਾਡੇ ਸਰੀਰ ਦੀ ਲੋੜ ਹੈ, ਤੁਹਾਡੇ ਸਰੀਰ ਨੂੰ ਲੋੜ ਆ। ਇੱਥੋਂ ਤੱਕ ਹੁਣ ਤੁਹਾਡੇ ਸਰੀਰ ਨੂੰ ਲੋੜ ਆ ਕੋਈ ਏਦਾਂ ਦੀ ਦਵਾਈ ਖਾਣ ਦੀ ਜਿਹਦੇ ਵਿੱਚ ਮੱਛੀ ਦਾ ਕੋਈ ਤੇਲ ਹੋਵੇ, ਜ਼ਹਿਰਾ ਵਗੈਰਾ, ਤੁਹਾਨੂੰ ਖਾਣੀ ਪੈਣੀ ਹੈ। ਤੁਹਾਡੀ ਬੋਡੀ ਦੀ ਰਿਕੁਆਇਰਮੈਂਟ ਹੈ। ਉਹਨਾਂ ਕੈਲਸ਼ੀਅਮ ਦੀ ਹੈ। ਕੈਲਸ਼ੀਅਮ ਕਿੱਥੋਂ ਆਉਂਦੀ ਹੈ? ਇਹ ਜਾਨਵਰਾਂ ਦੀਆਂ ਹੱਡੀਆਂ ਤੋਂ ਹੀ ਆਉਂਦੀ ਹੈ।
ਤੇ ਜਦੋਂ ਲੋੜ ਹੈ ਤੇ ਤੁਹਾਨੂੰ ਖਾਣੀ ਪੈਣੀ। ਕੀ ਕਰ ਲੋਗੇ? ਕਈ ਕਹਿੰਦੇ ਜੀ ਇੱਥੇ ਨਾ ਮੈਂ ਵਾਲ ਵੱਢਣਾ ਪੈਣਾ ਹੈ ਜੀ, ਮੇਰੀ ਛਾਤੀ ਤੇ ਆਪਰੇਸ਼ਨ ਹੋਣਾ। ਹਾਂ ਠੀਕ ਹੈ, ਵੱਢਣ ਦੀ ਲੋੜ ਹੈ, ਤੁਸੀਂ ਸ਼ੌਂਕ ਨਾਲ ਥੋੜੀ ਵੱਢ ਰਹੇ ਵਾਲ। ਜੇ ਉਹਨੂੰ ਆਪਰੇਸ਼ਨ ਕਰਨਾ ਵਾ, ਉਹ ਇਨਫੈਕਸ਼ਨ ਹੋ ਸਕਦੀ ਆ, ਉੱਥੇ ਕੱਟਣਾ ਕੋਈ ਜਾਇਜ਼ ਹੈ, ਕੋਈ ਪ੍ਰੋਬਲਮ ਨਹੀਂ ਹੈ। ਧਰਮ 'ਚ ਕਿੱਥੇ ਲਿਖਿਆ ਵਾ ਕਿ ਇੱਥੇ ਬਾਣੀ 'ਚ ਤੇ ਕਿਤੇ ਨਹੀਂ ਲਿਖਿਆ ਏਦਾਂ ਦੀ ਲਾਈਨ ਕਿ ਜੇ ਤੁਹਾਡੀ ਹੁਣ ਇੱਥੋਂ ਤੱਕ ਕਿ ਵਾਲ ਦੀ ਛੱਡੋ ਗੱਲ, ਤੁਹਾਡੀ ਕਈ ਵਾਰੀ ਸਰੀਰ ਦਾ ਜਿਹੜਾ ਅੰਗ ਆ ਜਦੋਂ ਖਰਾਬ ਹੋ ਜਾਂਦਾ ਉਹਨੂੰ ਵੱਢਣਾ ਪੈਂਦਾ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਦੇਖੋ ਜੇ ਧਰਮ ਦੇ ਅਨੁਸਾਰ ਗੱਲ ਕਰਨੀ ਹੈ ਤੇ ਗੱਲ ਬੜੀ ਲੰਬੀ ਜਾਂਦੀ ਜੋ। ਮੈਂ ਐਸੇ ਬੰਦੇ ਵੇਖੇ ਆ, ਮੇਰਾ ਦੋਸਤ ਹੈ, ਉਹਦੀ ਉਂਗਲ ਵੱਢਣੀ ਪਈ ਉਹਨਾਂ ਨੂੰ। ਉਹ ਕਹਿੰਦੇ ਨਹੀਂ, ਉਹ ਕਹਿੰਦਾ ਨਹੀਂ ਵਟਾਉਣਾ ਚਾਹੁੰਦਾ। ਉਹ ਕਹਿੰਦਾ ਭਾਜੀ ਫਿਰ ਪੂਰਾ ਪੈਰ ਵੱਢਣਾ ਪੈਣਾ ਜੋ। ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਦੋਂ ਬੰਦਾ। ਦੇਖੋ ਧਰਮ ਕੀ ਹੈ? ਧਰਮ ਕਹਿੰਦਾ ਕਿ ਆਪਣੇ ਸਰੀਰ ਨੂੰ ਬਚਾਉਣਾ। ਔਰ ਜਦੋਂ ਸਾਡੇ ਸਰੀਰ ਤੇ ਕੋਈ ਵਿਪਤਾ ਆਉਂਦੀ ਹੈ, ਹੁਣ ਕੋਈ ਜਾਨਵਰ ਆ ਗਿਆ, ਸੱਪ ਆ ਗਿਆ ਮੇਰੇ ਘਰੇ, ਮੈਂ ਰਾਤ ਦਾ ਟਾਈਮ ਹੈ, ਉਸ ਟਾਈਮ ਤੇ ਮੈਨੂੰ ਪਤਾ ਸੱਪ ਨੂੰ ਮਾਰਨਾ ਪਾਪ ਆ, ਪਰ ਉਸ ਟਾਈਮ ਤੇ ਮੇਰਾ ਵੀ ਧਰਮ ਬਣਦਾ ਮੈਂ ਆਪਣੇ ਆਪ ਨੂੰ ਬਚਾਉਣਾ। ਫਲ ਤੇ ਉਹਦਾ ਮਿਲਣਾ ਮੈਨੂੰ। ਧਰਮ ਕੀ ਕਹਿੰਦੇ ਆ ਪਲੀਜ਼ ਅੰਡਰਸਟੈਂਡ ਕਰੋ। ਕੂੜ ਕਹਿੰਦੇ ਆ ਕਿ ਕੂੜ ਬੀਬੀ। ਨਿਜਰ ਸਾਹਿਬ ਇਹ ਥੋੜਾ ਬੋਲੋ ਆਪ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ। ਕਹਿੰਦੇ ਮੀਆਂ ਜਿਹੜਾ ਹੈਗਾ ਬੰਦਾ ਤੇ ਤੀਵੀਂ ਜਿਹੜੇ ਹੈਗੇ, ਇਹ ਰਿਲੇਸ਼ਨ ਵੀ ਜਿਹੜਾ ਹੈਗਾ ਕਹਿੰਦੇ ਕੂੜ ਹੀ ਹੈਗਾ ਬਾਈ। ਥੋੜੇ ਸਮੇਂ ਦਾ ਹੀ ਰਿਲੇਸ਼ਨ ਹੈਗਾ। ਇਹ ਆਪਾਂ ਨੂੰ ਜਿਹੜੇ ਸਾਰਾ ਜੋ ਵੀ ਮਾਲਕ ਨੇ ਦਿੱਤਾ ਹੋਇਆ ਕੂੜ, ਜੋ ਵੀ ਕੁਛ ਵੀ ਜਿਹੜਾ ਪੰਜਾਂ ਤੱਤਾਂ ਦੀ ਰਚਨਾ ਹੈਗੀ, ਇਹ ਆਪਾਂ ਨੂੰ ਯਾਤਰਾ ਦੇ ਵਾਸਤੇ ਮਿਲੀ ਹੋਈ ਆ। ਇਹ ਸੁਵਿਧਾਵਾਂ ਮਿਲੀਆਂ ਹੋਈਆਂ ਬਈ ਤੂੰ ਜਿਹੜਾ ਹੈਗਾ ਇਹ ਜੋ ਯਾਤਰਾ ਜਿਸ ਕੰਮ ਵਾਸਤੇ ਤੈਨੂੰ ਸੱਚ ਨੂੰ ਬੁੱਝਣ ਵਾਸਤੇ ਤੈਨੂੰ ਭੇਜਿਆ ਹੈ ਦੁਨੀਆ 'ਚ, ਉਹ ਸੱਚ ਨੂੰ ਬੁੱਝ ਲਾ। ਹਾਂਜੀ ਵੀਰ ਜੀ। ਹੁਣ ਇੱਥੇ ਕਹਿੰਦੇ ਆ ਵੇਖੋ ਤੁਕ 'ਚ ਕਿੱਡਾ ਕਲੀਅਰ ਲਿਖਿਆ, ਕਹਿੰਦੇ ਕੂੜ ਨੇਹੋ ਲੱਗਾ ਵਿਸਰਿਆ ਕਰਤਾਰ। ਕੂੜਾ ਨੇਹੋ ਲੱਗਾ ਕਿ ਜਦੋਂ ਕੂੜ ਝੂਠੇ ਦਾ ਝੂਠੇ ਨਾਲ ਲੱਗ ਗਿਆ। ਹੁਣ ਝੂਠ ਦੇ ਨਾਲ ਜਦੋਂ ਸਾਡਾ ਨੇਹ ਲੱਗ ਗਿਆ, ਜਦੋਂ ਸਾਡਾ ਉਹਦੇ ਨਾਲ ਝੂਠ ਦੇ ਨਾਲ ਸਾਡੀ ਦੋਸਤੀ ਪੈ ਜੇ, ਤੇ ਫਿਰ ਅਸੀਂ ਕੀ ਕਰਨਾ? ਅਸੀਂ ਸੱਚ ਦਾ ਤਿਆਗ ਕਰ ਦੇਣਾ। ਬਿਲਕੁਲ ਇੱਕੋ ਦੋਸਤੀ ਸੱਚ ਨੂੰ ਅੰਦਰ ਇੱਕ ਚੀਜ਼ ਆ ਸਕਦੀ ਹੈ ਗੋਰਖੀ ਸਾਹਿਬ, ਜਾਂ ਤਾਂ ਜਿਹੜਾ ਹੈਗਾ ਸੱਚ ਆ ਜਾਏਗਾ ਜਾਂ ਫਿਰ ਝੂਠ ਆ ਜਾਏਗਾ। ਇੱਕ ਚੀਜ਼ ਆ ਸਕਦੀ, ਜਗ੍ਹਾ ਤਾਂ ਇੱਕ ਦੀ ਹੈਗੀ, ਦੋ ਤਾਂ ਜਗ੍ਹਾ ਹੀ ਹੈ ਨਹੀਂ। ਨਿੱਜਰ ਸਾਹਿਬ ਉਹ ਜਿਹੜੀ ਗੱਡੀ, ਉਹ ਕਹਿੰਦੇ ਸੱਚ ਦੀ ਗੱਡੀ ਤੇ ਚੜ੍ਹ ਕੇ ਟਰੈਵਲ ਕਰੋ, ਪਰ ਅਸੀਂ ਕਹਿੰਦੇ ਸੱਚ ਦੀ ਗੱਡੀ ਤੇ ਚੜ੍ਹਨਾ ਨਹੀਂ। ਬਸ ਬਾਣੀ ਤੇ ਕਹਿੰਦੀ ਆ ਕਿ ਸੱਚ ਦੀ ਗੱਡੀ ਤੇ ਟਰੈਵਲ ਕਰੇਗਾ ਤਾਂ ਭਵ ਸਾਗਰ ਤੋਂ ਬਾਹਰ ਲੰਘ ਜਾ, ਤੈਨੂੰ ਕੀ ਪ੍ਰੋਬਲਮ ਹੈ? ਬਿਲਕੁਲ। ਪਰ ਉੱਥੇ ਆਪਾਂ ਕੀ ਕਰ ਰਹੇ ਹਾਂ? ਆਪਾਂ ਕੁਛ ਏਦਾਂ ਦਾ ਕਰ ਰਹੇ ਹਾਂ ਜਿਹੜਾ ਪ੍ਰਕਿਰਤੀ ਦੇ ਬਰਖਲਾਫ ਹੈ, ਜੋ ਮਤਲਬ ਧਰਮ ਦੇ ਬਰਖਲਾਫ ਹੈ। ਧਰਮ ਨੂੰ ਕੱਢ ਦੇ ਆਪਣੀ ਜ਼ਿੰਦਗੀ 'ਚ, ਫਿਰ ਬਾਕੀ ਕਿਤੇ ਕੁਛ ਵੀ ਨਹੀਂ ਰਹੇਗਾ, ਫਿਰ ਤਾਂ ਬਾਕੀ ਕੂੜ ਹੈ। ਹੁਣ ਵਿਵੇਕ ਨੂੰ ਕੱਢ ਦੋ, ਫਿਰ ਬਾਕੀ ਕੀ ਰਹਿ ਗਿਆ? ਤੁਹਾਨੂੰ ਪਤਾ ਨਹੀਂ ਲੱਗਣਾ ਸਹੀ ਕੀ ਗਲਤ ਹੈ, ਤੁਸੀਂ ਆਇਡੈਂਟੀਫਾਈ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਦੇਖੋ ਜ਼ਿੰਦਗੀ ਤੁਹਾਡੀ 'ਚ ਦੋ ਰਸਤੇ ਨੇ। ਹਰ ਤੁਹਾਡੀ ਨਾ ਜ਼ਿੰਦਗੀ ਇੱਕ ਤੁਸੀਂ ਖਲੋਤੇ ਜੋ, ਤੁਹਾਡਾ ਸੱਜਾ ਵੀ ਤੇ ਖੱਬਾ ਵੀ ਆ। ਇੱਕ ਰਸਤਾ ਸਹੀ ਆ, ਇੱਕ ਗਲਤ ਆ। ਬਿਲਕੁਲ ਸਹੀ ਗੱਲ ਆ। ਹੁਣ ਇਹ ਫੈਸਲਾ ਕਿਹਨੇ ਕਰਨਾ ਵਾ? ਇੱਕ ਫੈਸਲੇ ਤੇ ਹੁਣੇ ਮੈਂ ਉੱਥੇ ਪਿੰਡ ਫੈਸਲਾ ਕਰਾਉਣ ਗਿਆ ਸਾਂ, ਉੱਥੇ ਮੈਂ ਆਪਣੇ ਰਿਸ਼ਤੇਦਾਰਾਂ ਦਾ ਵੀ ਵੇਖਣਾ, ਦੂਜਾ ਵੀ ਸੱਚ ਵੇਖਣਾ। ਔਰ ਜੋ ਸੱਚ ਹੈਗਾ ਮੈਂ ਫੈਸਲਾ ਦਿੱਤਾ, ਪਰ ਉਹਨਾਂ ਨੂੰ ਨਹੀਂ ਮਨਜ਼ੂਰ, ਉਹਨਾਂ ਦੀ ਮਰਜ਼ੀ। ਪਰ ਜੋ ਮੇਰੀ ਆਤਮਾ ਦਾ ਫੈਸਲਾ ਸੀ, ਮੈਂ ਤੇ ਸੱਚਾ ਹੀ ਕੀਤਾ। ਅੱਜ 3 ਦਿਨ ਹੋ ਗਿਆ ਮੈਂ ਉਹਨਾਂ ਨੂੰ ਕਹਿੰਦੇ ਆ ਨਾ ਕਰੋ। 3 ਦਿਨ ਪੁਲਿਸ ਵਾਲਿਆਂ ਕੋ ਟਾਈਮ ਲੈ ਆਉਂਦੇ ਆ ਕਿ ਕਈ ਵਾਰੀ ਬੰਦਾ ਗੁੱਸੇ 'ਚ ਹੁੰਦਾ। 3 ਦਿਨ ਤੇ ਨਿੱਜਰ ਸਾਹਿਬ ਕਿਸੇ ਨੂੰ ਗੁੱਸਾ ਤੇ ਨਹੀਂ ਨਾ ਰਹਿੰਦਾ। ਨਹੀਂ ਹਾਂ ਨਾ, ਮੈਂ ਕਹਿੰਦੇ ਸੀ ਬੱਚਿਆਂ ਦਾ ਕੰਮ ਆ, ਪਲੀਜ਼ ਏਦਾਂ ਕਰੋ ਕਿ ਇਹਨਾਂ ਨੂੰ ਕੱਲ ਦੋ। ਫਿਰ ਕੱਲ ਆ ਗਿਆ, ਫਿਰ ਮੈਂ ਨਹੀਂ ਅਜੇ ਵੀ ਥੋੜੇ ਜੋਸ਼ 'ਚ ਹੈਗੇ ਨੇ, 1 ਦਿਨ ਹੋਰ ਦੋ, ਫਿਰ ਜੋਸ਼ 'ਚ ਆ ਗਏ। ਅੱਜ ਦਾ ਫੈਸਲਾ ਸੀ, ਅੱਜ ਵੀ ਮੈਂ ਉਹ ਮੀਟਿੰਗ ਛੱਡ ਕੇ ਬਾਹਰ ਆ ਗਿਆ। ਮੈਂ ਇਹਨਾਂ ਨੂੰ 1 ਦਿਨ ਹੋਰ ਦੋ, ਹੋ ਸਕਦਾ ਕਿ ਇਹਨਾਂ ਦੇ ਦਿਮਾਗ 'ਚ ਗੱਲ ਪੈ ਜੇ। ਉਸ ਤੋਂ ਬਾਅਦ ਜਿਹੜਾ ਫੈਸਲਾ ਹੋਊਗਾ, ਮੈਂ ਕਿਹਾ ਫਿਰ ਤੁਹਾਡੀ ਮਰਜ਼ੀ ਆ, ਉਹਦੇ 'ਚ ਮੈਂ ਜ਼ਿੰਮੇਵਾਰ ਨਹੀਂ। ਕਿਉਂਕਿ ਕਾਫੀ 3-4 ਦਿਨ ਬੜਾ ਵੱਡਾ ਟਾਈਮ ਹੁੰਦਾ ਨਿੱਜਰ ਸਾਹਿਬ, ਬੰਦਾ ਕੂਲ ਹੋ ਜਾਂਦਾ। ਗੁੱਸਾ 2-4 ਮਿੰਟ, ਅੱਧਾ ਘੰਟਾ, ਫਿਰ ਬੰਦਾ ਬੜੀ ਦੂਰ ਅੰਦੇਸ਼ੀ, ਬੜੀ ਦੂਰ ਤੱਕ ਦੇਖਦਾ ਹੈ ਕਿ ਜੋ ਮੈਂ ਫੈਸਲਾ ਲਊਂਗਾ ਆਉਣ ਵਾਲੇ ਸਮੇਂ 'ਚ ਇਹਦਾ ਰਿਜ਼ਲਟ ਕੀ ਨਿਕਲੇਗਾ। ਬਾਣੀ ਕਹਿੰਦੀ ਆ ਕਿ ਜੇਕਰ ਤੂੰ ਧਰਮ ਦੇ ਦੀਪਕ ਤੋਂ ਬਿਨਾ ਦੂਰ ਤੱਕ ਦੇਖੇ ਬਿਨਾ ਜੀਵਨ ਬਤੀਤ ਕਰੇਗਾ, ਕੂੜ ਦੇ ਅਨੁਸਾਰ ਜੀਵਨ ਬਤੀਤ ਕਰੇਗਾ, ਫਿਰ ਅਗਲੇ ਬੰਨੇ ਕੀ ਹੋਣਾ ਹੈ? ਤੂੰ ਰੱਬ ਨੂੰ ਵਿਸਾਰ ਦੇਣਾ ਹੈ, ਤੈਨੂੰ ਭੁੱਲ ਜਾਏਗਾ। ਨਿੱਜਰ ਸਾਹਿਬ ਮੈਂ ਹੁਣ ਇੱਥੇ ਵੇਖਿਆ ਵਾ, ਗਲਤ ਰਸਤੇ ਤੁਰਿਆ ਜਾਵਾਂ, ਮੈਨੂੰ ਪਤਾ ਵੀ ਹੈ ਕਿ ਅਗਲੇ ਬੰਨੇ ਰਸਤਾ ਤੇ ਜਾਂਦਾ ਹੀ ਨਹੀਂ ਆ, ਰਸਤਾ ਤੇ ਬੰਦ ਹੈ ਅੱਗੇ। ਤੇ ਜਿੱਥੇ ਜਾਂਦਾ ਉਹ ਮੰਜ਼ਿਲ ਤੇ ਮੇਰੀ ਉੱਥੇ ਹੈ ਨਹੀਂ ਆ, ਤੇ ਨਿੱਜਰ ਸਾਹਿਬ ਫਿਰ ਉਸ ਰਸਤੇ ਤੇ ਜਾਣ ਦੇ ਨਾਲ ਮੈਨੂੰ ਕੀ ਫਾਇਦਾ ਹੋ? ਨਾ ਸਮਾਂ ਖਤਮ ਹੋ ਜਾਣਾ ਬਸ। ਹਾਂ
ਬਣੀ ਤੇ ਉਹ ਕਹਿੰਦੀ ਆ, ਉਹ ਕਹਿੰਦੇ ਰਸਤਾ ਤੇਰੇ ਕੋਲ, ਤੂੰ ਬੈਠਾ ਸਹੀ ਰਸਤੇ ਤੇ ਆ, ਪਰ ਇਸ ਟਾਈਮ ਤੇਰੇ ਅੰਦਰ ਦੀ ਭਾਵਨਾ ਨਹੀਂ ਸਹੀ, ਪਰ ਤੂੰ ਇਹ ਜਿਹੜਾ ਗਲਤ ਤਰੀਕੇ ਨਾਲ ਤੁਰਿਆ ਤੇ ਜਾਣਦੇ ਆ। ਆਖਰ ਚ ਇਹ ਰਿਸ਼ਤਾ ਕਿੱਥੇ ਜਾਂਦਾ ਹੈ? ਇਹ ਰਸਤਾ ਜਾਂਦਾ ਹੈ ਧਰਮਰਾਜ ਦੇ ਕੋਲ, ਇਹ ਪ੍ਰਮਾਤਮਾ ਕੋਲ ਥੋੜੀ ਜਾਣਦੇ ਆ ਵਾ। ਅੱਗੇ ਕਹਿ ਰਹੀ ਹੈ ਬਾਣੀ, ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ, ਇਹ ਤਾਂ ਡੁੱਬਣ ਨੂੰ ਜਾ ਰਿਹਾ ਹੈ। ਹਾਂ, ਤੂੰ ਜਿਹੜਾ ਬੜਾ ਇੰਜੋਏ ਕਰਨੇ ਨਾ, ਹੁਣ ਮੇਰੇ ਵਰਗੇ ਨੂੰ ਤੁਸੀਂ ਕਹੋ ਉਹ ਚਰਨਜੀਤ ਵੇ ਕਿੱਡੇ ਨਜ਼ਾਰੇ ਲੈਂਦੇ ਆ, ਪਰ ਅਗਲੇ ਬੰਨੇ ਤੁਸੀਂ ਇਹ ਵੇਖੋ ਕਿ ਜਿਹੜੇ ਜਹਾਜ਼ ਤੇ ਸੋਨਾ ਲੱਦਣ ਦੇ ਆ, ਉਹ ਜਹਾਜ਼ ਦੀ ਕਪੈਸਿਟੀ ਇੱਕ, ਜਿਹੜੇ ਅਮੀਰ ਲੋਕ ਕਹਿੰਦੇ ਨਾ, ਬਾਣੀ ਕਹਿੰਦੇ ਵੱਡੇ ਵੱਡੇ ਜੋ ਦੇਖਣ ਲੋਕ, ਦੇਖੋ ਵਿਆਪੇ ਚਿੰਤਾ ਰੋ, ਇਹ ਜਿਹੜੇ ਲੋਕ ਵਿਚਾਰੇ ਗਲਤ ਤਰੀਕੇ ਨਾਲ ਪੈਸਾ ਇਕੱਠਾ ਕਰ ਰਹੇ ਆ, ਇਹ ਕੀ ਕਰ ਰਹੇ ਆ? ਆਪਣੀ ਕਿਸ਼ਤੀ ਚ ਸੋਨਾ ਇਕੱਠਾ ਕਰ ਰਹੇ ਆ, ਔਰ ਕਿਸ਼ਤੀ ਡੁੱਬ ਜਾਣੀ। ਬਿਲਕੁਲ ਆਪ ਬੰਦਾ ਲੱਦਦਾ ਹੈ, ਕਿਉਂਕਿ ਧਰਮਰਾਜ ਕਹਿੰਦਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਤੁਹਾਡੇ ਅੰਦਰ ਜਿਹੜਾ ਚਿੱਤਰਗੁਪਤ ਆ ਤੁਹਾਨੂੰ ਨਹੀਂ ਕਹਿੰਦਾ ਤੁਸੀਂ ਕੋਈ ਕਰਮ ਕਰਨਾ ਜਾਂ ਨਹੀਂ ਕਰਨਾ, ਉਹ ਕਹਿੰਦਾ ਮੈਂ ਭਰਾ ਸਾਖੀ ਹੈਗਾ ਜੋ। ਮੈਂ ਨਹੀਂ ਉਹ ਕਹਿਣਾ ਤੂੰ ਸੱਜੇ ਬੰਨੇ ਮੋੜ, ਤੇ ਮੈਂ ਨਹੀਂ ਕਹਿੰਦਾ ਖੱਬੇ ਮੋੜ, ਪਰ ਮੈਂ ਤੈਨੂੰ ਇੰਨਾ ਜ਼ਰੂਰ ਕਹਿੰਦਾ ਵਾ, ਜੇ ਤੂੰ ਸੱਜੇ ਬੰਨੇ ਮੁੜੇਗਾ ਤੇਰਾ ਇਹ ਫਾਇਦਾ ਹੀ, ਤੇ ਜੇ ਤੂੰ ਖੱਬੇ ਬੰਨੇ ਮੁੜੇਗਾ ਤੇਰਾ ਆ ਫਾਇਦਾ। ਪਰ ਗੱਡੀ ਮੋੜਨੀ ਕਿ ਨਹੀਂ ਮੋੜਨੀ, ਆਹ ਪਲੀਜ਼ ਨੋਟ ਕਰੋ। ਤੁਹਾਡੀ ਜ਼ਿੰਦਗੀ ਦਾ ਜਿਹੜਾ ਫੈਸਲਾ ਹੈ ਨਾ, ਉਹ ਤੁਹਾਡਾ ਹੈ, ਕੋਈ ਉਹਦੇ ਚ ਇੰਟਰਫੇਰੈਂਸ ਨਹੀਂ। ਤੁਸੀਂ ਕਰਮ ਕਰਨਾ ਹੈ। ਹੁਣ ਮੇਰੀ ਘਰ ਦੀ ਬਾਹਰ ਬੈਠੀ ਆ, ਮੈਂ ਕੋਈ ਵੀ ਮਾੜਾ ਕਰਮ ਕਰ ਸਕਦਾ, ਮੈਂ ਘਰੋਂ ਬਾਹਰ ਵੀ ਜਾ ਕੇ ਕਰਮ ਕਰ ਸਕਦਾ, ਮੇਰੇ ਘਰ ਦੇ ਨਹੀਂ ਵਹਿੰਦੇ ਪਏ, ਪਰ ਮੇਰਾ ਜਿਹੜਾ ਅੰਦਰ ਚਿੱਤਰ ਗੁਪਤ ਆ ਉਹ ਮੈਨੂੰ ਵਹਿੰਦਾ ਪਿਆ ਜੀ। ਕਿਉਂ? ਕਿਉਂਕਿ ਜਦੋਂ ਮੈਂ ਅਧਰਮ ਦਾ ਕੰਮ ਕੀਤਾ ਨਾਲ ਹੀ ਲਿਖਿਆ ਜਾਣਾ ਜੀ। ਇਹੋ ਹੀ ਬਾਣੀ ਚ ਲਿਖਿਆ ਹੈ। ਬਾਣੀ ਚ ਕੁਝ ਅਰਬੀ ਫਾਰਸੀ ਨਹੀਂ ਲਿਖੀ। ਬਾਣੀ ਕਹਿੰਦੀ ਹੈ ਕਿ ਤੂੰ ਜੀਵਨ ਨੂੰ ਸਹੀ ਤਰੀਕੇ ਨਾਲ ਬਤੀਤ ਕਰ, ਇਹ ਕੂੜ ਤੋਂ ਥੋੜਾ ਦੂਰ ਹੋ ਜਾ, ਕਿਉਂਕਿ ਕੂੜ ਨੇ ਤੇਰੀਆਂ ਅੱਖਾਂ ਤੇ ਐਸਾ ਪਰਦਾ ਪਾ ਦੇਣਾ ਹੀ, ਤੇਰੀ ਬੁੱਧੀ ਭ੍ਰਿਸ਼ਟ ਕਰ ਦੇਣੀ ਹੂੰ, ਤੈਨੂੰ ਸੱਚ ਨਹੀਂ ਦਿਖਣਾ। ਜਿੱਦਾਂ ਕਲਰ ਬਲਾਈਂਡ ਨਹੀਂ ਬੰਦੇ ਨੂੰ ਹੋ ਜਾਂਦੀ, ਉਹ ਬੰਦੇ ਨੂੰ ਵਿਚਾਰੇ ਨੂੰ ਰੰਗ ਨਹੀਂ ਦਿਖਦੇ, ਇਸੇ ਤਰ੍ਹਾਂ ਬਾਣੀ ਕਹਿੰਦੀ ਹੈ ਮਾਇਆ ਧਾਰੀ ਅਤ ਅੰਨਾ ਬੁਰਾ, ਕਿਉਂਕਿ ਤੂੰ ਕੂੜ ਦੇ ਨਾਲ ਦੋਸਤੀ ਪਾਏਗਾ, ਤੇਰੀਆਂ ਅੱਖਾਂ ਦੇ ਲਈ ਜਿਹੜੀ ਚਮਕ ਆ, ਤੇਰੀ ਅੱਖਾਂ ਜਿਹੜੀ ਦੇਖਣ ਦੀ ਸ਼ਕਤੀ ਉਹ ਖਤਮ ਹੋ ਜਾਏ, ਫਿਰ ਤੂੰ ਦਿਖੇਗਾ ਨਹੀਂ। ਹਾਂਜੀ ਨਜਰ ਸਾਹਿਬ, ਵਾਹਿਗੁਰੂ ਜੀ ਆਪ ਕੁਝ ਕਹਿਣਾ ਚਾਹੁੰਦੇ? ਹਾਂਜੀ ਹਾਂਜੀ ਵਾਹਿਗੁਰੂ ਜੀ। ਕਿ ਆਪੇ ਕਲਮ ਆਪ ਪੱਟੀ ਉੱਪਰ ਲਿਖੀ ਤੂੰ ਇੱਕੋ ਕਹੀ ਹੈ, ਨਾਨਕਾ ਦੂਜਾ ਕਹੇ ਕੋਈ, ਸੇਮ ਦਿਹਾੜੇ ਵਾਲੀ ਗੱਲ ਕਹੀ ਹੈ ਜੀ ਇਹਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ, ਕਿ ਜਿਹੜੇ ਆਪ ਪੱਟੀ ਆਪ ਅਸੀਂ ਆਪਣੀ ਲਿਖਣੀ ਹੈਗੀ ਆ। ਸਾਰਾ ਕੁਝ ਜੋ ਤੁਸੀਂ ਹੁਣ ਦੱਸਿਆ ਉਹ ਸਾਰਾ ਕੁਝ ਇਹੀ ਹੈ ਜੀ ਦੱਸਿਆ ਗੁਰੂ ਨਾਨਕ ਦੇਵ ਜੀ ਨੇ। ਮਿਹਰਬਾਨੀ ਜੀ। ਹਾਂ ਬਿਲਕੁਲ, ਬੜੀ ਮਿਹਰਬਾਨੀ ਜੀ। ਮੈਂ ਇਹੋ ਕਹਿਣਾ ਚਾਹੁੰਦਾ ਕਿ ਬ੍ਰਹਮ ਗਿਆਨੀਆਂ ਨੇ, ਦੇਖੋ ਪਤਾ ਕੀ ਬ੍ਰਹਮ ਗਿਆਨੀ ਕੀ ਕਰ ਰਹੇ ਆ? ਬ੍ਰਹਮ ਗਿਆਨੀ ਕਰ ਰਹੇ ਆ, ਸਾਨੂੰ ਜ਼ਿੰਦਗੀ ਦੀ ਸੇਧ ਦੇ ਰਹੇ ਆ। ਉਹ ਕਹਿੰਦੇ ਆ ਕਿ ਤੂੰ ਤਾਰਿਆਂ ਦੀ ਭੀੜ ਚ ਨਾ ਵੜ, ਤੂੰ ਸੂਰਜ ਬਣ, ਸੂਰਜ ਆਪਣੇ ਪ੍ਰਕਾਸ਼ ਦਾ ਖੁਦ ਮਾਲਕ ਬਣ ਨਿੱਜਰ ਸਾਹਿਬ, ਕਿਉਂਕਿ ਭੀੜ ਤੁਹਾਡੀ ਹੋਂਦ ਨੂੰ ਖੋਹ ਲੈਂਦੀ ਆ। ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ ਗੋਗੀ ਸਾਹਿਬ। ਉਹ ਕਹਿੰਦੇ ਕਿ ਤੂੰ ਸੂਰਜ ਬਣ, ਮਤਲਬ ਕਿ ਤੂੰ ਆਪਣੇ ਫੈਸਲੇ ਦੀ ਜ਼ਿੰਮੇਵਾਰੀ ਚੁੱਕ। ਉਹ ਤਾਰੇ ਭਾਵੇਂ ਵੱਡੇ ਨੇ ਸੂਰਜ ਤੋਂ, ਪਰ ਸੂਰਜ ਦੇ ਗਾੜੀ ਫਿੱਕੇ ਨੇ ਉਹ। ਇਸੇ ਲਈ ਕਹਿੰਦੇ ਕਿ ਤੂੰ ਬ੍ਰਹਮ ਗਿਆਨੀ ਬਣ, ਖਤਮ ਕਰ ਝੰਜਟ। ਫਿਰ ਕਬੀਰ ਸਾਹਿਬ ਕਲੇਮ ਕਰਦੇ ਆ, ਇੱਕ ਔਗਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਕਬੀਰ ਸਾਹਿਬ ਕਹਿੰਦੇ ਮੈਂ ਸੂਰਜ ਆ, ਔਰ ਮੈਨੂੰ ਕਿਸੇ ਚੀਜ਼ ਨੂੰ ਵੇਖਣ ਦੇ ਲਈ ਕਿਸੇ ਪ੍ਰਕਾਸ਼ ਦੀ ਲੋੜ ਨਹੀਂ, ਮੇਰਾ ਆਪਣਾ ਹੀ ਪ੍ਰਕਾਸ਼ ਹੈ ਤੇ ਮੈਂ ਆਪਣੇ ਪ੍ਰਕਾਸ਼ ਨਾਲ ਹੀ ਦੇਖਦਾ ਵਾਂ, ਮੇਰਾ ਆਪਣਾ ਗਿਆਨ ਹੈ। ਇਸ ਲਈ ਬਾਣੀ ਕਹਿੰਦੀ ਕਿ ਗਿਆਨ ਜਿਹੜਾ ਤੁਸੀਂ ਆਪਣਾ ਮੰਗੋ ਪ੍ਰਮਾਤਮਾ ਕੋ, ਕਿ ਮੈਨੂੰ ਸੱਚ ਵੇਖਣ ਦੇ ਲਈ ਜਿਹੜੀ ਮੇਰੇ ਅੰਦਰ ਸਮਰੱਥਾ ਕਪੈਸਿਟੀ ਪੈਦਾ ਹੋ ਜਾਏ, ਮੈਂ ਸੱਚ ਨੂੰ ਦੇਖ ਸਕਾਂ, ਕਿਉਂਕਿ ਹਜੇ ਮੈਨੂੰ ਪਤਾ ਨਹੀਂ ਲੱਗਣ ਦਿਆ ਸੱਚ ਕੀ ਹੈ ਤੇ ਝੂਠ ਕੀ ਆ, ਕਿਉਂਕਿ ਮੈਂ ਕੂੜ ਨੂੰ ਸੱਚ ਸਮਝ ਰਿਹਾ। ਨਜਰ ਸਾਹਿਬ ਅੱਗੇ ਚੱਲੀਏ ਪਲੀਜ਼। ਬਸ ਆਖਰੀ ਵਿੱਚ ਕਹਿ ਰਹੇ, ਕਹਿੰਦੇ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ। ਬੇਨਤੀ ਦੱਸ ਰਹੇ, ਆਪਾਂ ਨੂੰ ਮਹਾਰਾਜ ਨੂੰ ਬੇਨਤੀ ਕਰ ਰਹੇ ਆ, ਆਪਾਂ ਨੂੰ ਵੀ ਬੇਨਤੀ ਕਰ ਰਹੇ। ਭਾਈ ਦੇਖੋ, ਉਸ ਮਾਲਕ ਪਰਮਾਤਮਾ ਤੋਂ ਬਗੈਰ ਜਿਹੜਾ ਹੈਗਾ ਸਭ ਝੂਠ ਹੀ ਝੂਠ ਹੈਗਾ। ਇਸ ਕਰਕੇ ਪਰਮਾਤਮਾ ਦੇ ਨਾਲ ਜਿਹੜੇ ਹੈਗੇ, ਉਹਦੇ ਨਾਲ ਦੋਸਤੀ ਕਰ, ਉਹਦੇ ਨਾਲ ਨਿਉ ਕਰ, ਉਹਦੇ ਨਾਲ ਨਿਉ ਕਰ। ਮਾਲਕ ਪਰਮਾਤਮਾ ਦੇ ਨਾਲ ਦੋਸਤੀ ਕਰ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਉਹ ਨਹੀਂ ਚੱਲਣਹਾਰਾ ਹੈਗਾ, ਉਹ ਹਮੇਸ਼ਾ ਰਹਿਣ ਵਾਲਾ ਹੈਗਾ। ਉਹਦੇ ਨਾਲ ਦੋਸਤੀ ਬਣਾ। ਹੁਣ ਜਿਹੜਾ ਹੈਗਾ, ਜੇ ਤਾਂ ਕੋਈ ਜਿਹੜਾ ਹੈਗਾ ਦੋਸਤੀ ਬਣਾਉਣਾ ਚਾਹੁੰਦਾ ਹੈਗਾ ਤੇ ਉਹਦੇ ਵਾਸਤੇ ਅਗਲਾ ਸ਼ਲੋਕ ਹੈਗਾ। ਜੇ ਕੋਈ ਨਹੀਂ ਚਾਹੁੰਦਾ ਤੇ ਫਾਇ ਇੱਥੋਂ ਹੀ ਟਾਟਾ ਬਾਏ ਬਾਏ ਕਰ ਸਕਦਾ। ਅੱਗੇ ਸ਼ਲੋਕ ਆ ਗਿਆ, ਮਹੱਲਾ ਪਹਿਲਾ। ਸੱਚ ਤਾਂ ਪਰ ਜਾਣੀਏ ਜਾਂ ਹਿਰਦਾ ਸੱਚਾ ਹੋਏ। ਪਹਿਲੀ ਕੰਡੀਸ਼ਨ ਹੈਗੀ, ਜੇ ਤੂੰ ਸੱਚ ਨੂੰ ਚਾਹੁੰਦਾ ਆ, ਜੇ ਤੂੰ ਸੱਚ ਨੂੰ ਚਾਹੁੰਦਾ ਹੈ, ਸੱਚ ਦੇ ਨਾਲ ਦੋਸਤੀ ਚਾਹੁੰਦਾ ਹੈ, ਇਹਦਾ ਮਤਲਬ ਤੇਰੇ ਹਿਰਦੇ 'ਚ ਆ ਗਈ ਵੀ ਮੈਂ ਸੱਚ ਦੇ ਨਾਲ ਦੋਸਤੀ ਚਾਹੁੰਦਾ ਹੈ, ਤਾਂ ਅੱਗੇ ਯਾਤਰਾ ਹੋਏਗੀ।
ਨਹੀਂ ਤਾਂ ਫਿਰ ਇਹ ਤਾਂ ਇੱਧਰੋਂ ਨਿਕਲਿਆ ਗਿਆ ਨਾ ਉੱਧਰੋਂ ਚਲਾ ਗਿਆ। ਤੂੰ ਕੂੜ ਨੂੰ ਛੱਡਣਾ ਨਹੀਂ ਚਾਹੁੰਦਾ, ਸੱਚ ਨੂੰ ਲਿਆਉਣਾ ਨਹੀਂ ਚਾਹੁੰਦਾ, ਫਿਰ ਤਾਂ ਗੱਲ ਬਣੇਗੀ ਨਹੀਂ। ਸੱਚ ਤਾਂ ਪਰ ਜਾਣੀਏ, ਤਾਂ ਸੱਚ ਜਿਹੜਾ ਹੈਗਾ ਜਾਣਿਆ ਜਾ ਸਕਦਾ ਹੈਗਾ ਜੇ ਤੇਰੇ ਅੰਦਰ ਸੱਚ ਦੇ ਨਾਲ ਦੋਸਤੀ ਕਰਨ ਦੀ ਤੇਰੇ ਹਿਰਦੇ ਦੇ ਵਿੱਚ ਇੱਛਾ ਹੋਏ। ਸੱਚ ਤਾਂ ਪਰ ਜਾਣੀਏ ਜਾਂ ਹਿਰਦਾ ਸੱਚਾ ਹੋਏ, ਤੇਰੇ ਹਿਰਦੇ 'ਚ ਤਾਂ ਘੱਟ ਤੋਂ ਘੱਟ ਸੱਚਾ ਆ ਜਾਏ, ਉਹ ਤੇਰੇ ਅੰਦਰ ਜਿਹੜਾ ਸੱਚ ਦੀ ਇੱਛਾ ਤਾਂ ਪੈਦਾ ਹੋ ਜਾਏ। ਫਿਰ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ। ਤਾਂ ਜਿਹੜੀ ਇਹ ਕੂੜ ਦੀ ਜਿਹੜੀ ਪਹਿਲਾਂ ਇੰਨੀ ਮੈਲ ਇਕੱਠੀ ਕੀਤੀ ਹੋਈ ਆ ਤਾਂ ਉਤਰਨ ਦਾ ਜਿਹੜਾ ਹੈਗਾ ਕੋਈ ਹੀਲਾ ਹੋ ਸਕਦਾ। ਨਹੀਂ ਤਾਂ ਤੂੰ ਤਾਂ ਕੂੜ ਦੇ ਨਾਲ ਮੈਲ ਹੋਰ ਚੜਾਈ ਜਾਣਾ, ਜਿੰਨੀ ਲਾਉਣਾ ਉਸ ਤੋਂ 4 ਗੁਣੀ ਚੌਗੁਣੀ ਤਾਂ ਚੜਾ ਦੇਣਾ ਹੈ ਤੂੰ। ਐਵੇਂ ਤਾਂ ਤੂੰ ਅੱਛਾ ਹੋ ਹੀ ਨਹੀਂ ਸਕਦਾ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ। ਕਹਿੰਦੇ ਜੇ ਸੱਚ ਤਾਂ ਜਾਣਿਆ ਜਾ ਸਕਦਾ ਹੈ, ਤੇਰੇ ਅੰਦਰ ਇੱਛਾ ਹੋਏ ਤੇ ਤੇਰੇ ਅੰਦਰ ਸੱਚ ਦੇ ਨਾਲ ਪਿਆਰ ਹੋਏ, ਜਾਣਨ ਦੇ ਨਾਲ, ਸੱਚ ਨੂੰ ਜਾਣਨ ਦੇ ਵਾਸਤੇ। ਨਾਮ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦੁਆਰ। ਨਾਮ ਨੂੰ ਸੁਣ ਕੇ ਜਿਹੜਾ ਤੇਰੇ ਅੰਦਰ ਖੁਸ਼ੀ ਪੈਦਾ ਹੋਣੀ ਚਾਹੀਦੀ ਹੈ, ਤੇਰੇ ਮਨ ਦੇ ਵਿੱਚ ਖੇੜਾ ਹੋਣਾ ਚਾਹੀਦਾ ਹੈ। ਤੂੰ ਸੱਚ ਨੂੰ ਜਾਣਨ ਵਾਸਤੇ ਲੱਗ ਪਿਆ, ਸੱਚ ਨੂੰ ਜਾਣਨ ਦੇ ਵਾਸਤੇ, ਤੇ ਫਿਰ ਮੁਕਤੀ ਦਾ ਦੁਆਰਾ ਵੀ ਲੱਭ ਜਾਏਗਾ ਭਾਈ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜਿਉ। ਇਹਦੀ ਜੁਗਤੀ ਵੀ ਚਾਹੀਦੀ ਹੈ ਭਾਈ। ਇਹ ਸੱਚ ਜਿਹੜਾ ਹੈਗਾ ਜਿਉ ਦਾ ਹੈਗਾ, ਆਤਮਾ ਦਾ ਹੈਗਾ, ਆਤਮਾ ਦੀ ਖੁਰਾਕ ਹੈਗਾ। ਸੱਚ ਜਿਹੜਾ ਆਤਮਾ ਨੂੰ ਬੁੱਝਣਾ ਹੈਗਾ ਭਾਈ। ਇਹ ਜਿਹੜਾ ਹੈਗਾ ਸਰੀਰ ਦਾ ਨਹੀਂ ਹੈਗਾ। ਬਾਹਰ ਦ੍ਰਿਸ਼ ਜਿਹੜਾ ਕਾਇਆ ਜਿਹੜੀ ਹੈਗੀ ਜੋ 5 ਤੱਤਾਂ ਦੀ ਰਚਨਾ ਹੈ ਉਹ ਨਹੀਂ ਹੈਗੀ ਭਾਈ। ਇਹ ਤਾਂ ਅੰਦਰੋਂ ਜਿਹੜੀ ਹੈਗੀ ਮਨ ਦੇ ਰਾਮ ਲਿਆ ਹੈ ਮੋਲ, ਮਨ ਦੀ ਖੇਡ ਹੈਗੀ ਆ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜਿਉ। ਇਹਦੀ ਜੁਗਤੀ ਹੈ ਭਾਈ। ਆਤਮਾ ਦੇ ਵਿੱਚ, ਆਤਮਾ ਦੇ ਨੇੜੇ, ਸੱਚ ਦੇ ਨੇੜੇ ਕਿਵੇਂ ਹੋਣਾ ਹੈ। ਤਰਤ ਕੀ ਜੁਗਤੀ ਆ? ਤਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬਿਓ। ਇਹ ਧਰਤੀ ਹੈ, ਸਰੀਰ ਮਿਲਿਆ ਹੈ, ਕਾਇਆ ਤੈਨੂੰ ਸਰੀਰ ਹੈ, ਇਹਦੇ ਵਿੱਚ ਨਾਮ ਦਾ ਬੀਜ ਬੀਜਣਾ ਆ। ਇਹ ਜ਼ਮੀਨ ਹੈਗੀ ਹੈ, ਜ਼ਮੀਨ ਤਿਆਰ। ਰੋਜ਼ੀ ਜੀ, ਰੋਜ਼ੀ ਇੱਕ ਸੈਕਿੰਡ ਜੀ, ਮੈਂ ਕਰਦਾ ਜੀ, ਇਹ ਬੰਦ ਕਰ ਦੇਣਾ ਜੀ। ਇਹ ਪਤਾ ਨਹੀਂ, ਰੋਜ਼ੀ ਤੁਸੀਂ ਮਾਈਕ ਬੰਦ ਕਰਕੇ ਵੀ ਆ ਸਕਦੇ ਸੀ ਜੀ ਪਲੀਜ਼। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜਿਉ। ਤਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬਿਓ। ਇਹ ਆਪਾਂ ਨੂੰ ਕਾਇਆ ਮਿਲਿਆ, ਸਰੀਰ ਮਿਲਿਆ ਆ, ਇਹਦੇ ਵਿੱਚ ਖੇਤੀ ਕਰਨੀ ਆ, ਸਾਧਣਾ ਇਹਨੂੰ। ਪਹਿਲਾਂ ਜ਼ਮੀਨ ਜਿਹੜੀ ਹੈਗੀ ਇਹਦੇ ਵਿੱਚੋਂ ਨਦੀਨ ਪੁੱਟਣਾ ਹੈ, ਇਹਨੂੰ ਜਿਹੜਾ ਹੈਗਾ ਵਾਹੁਣਾ ਆ, ਪਾਣੀ ਦੇਣਾ ਹੈ, ਗਿੱਲ ਕਰਨੀ ਆ, ਤਾਂ ਜਾ ਕੇ ਨਾਮ ਦਾ ਬੀਜ ਦਿੱਤਾ ਜਾ ਸਕਦਾ ਹੈ। ਔਰ ਨਾਮ ਦਾ ਵੀ ਬੀਜ ਜੇ ਸਾਬਤ ਹੋਊਗਾ ਤਾਂ ਦਿੱਤਾ ਜਾਊਗਾ। ਤੇ ਮਨ ਸਾਬਤ ਆ ਤਾਂ ਜਿਹੜਾ ਨਾਮ ਦਾ ਬੀਜ ਬੀਜਿਆ ਜਾਊਗਾ। ਤਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬਿਓ। ਕਰਤੇ ਦਾ ਬਿਓ, ਨਾਮ ਦਾ ਬੀਜ ਦੇਣਾ ਹੈ। ਮਾਲਕ ਪਰਮਾਤਮਾ ਦਾ ਨਾਮ ਦਾ ਬੀਜ ਬੀਜਣਾ ਹੈ, ਇਹਦੇ ਸੱਚ ਦਾ ਬੀਜ ਬੀਜਣਾ ਹੈ, ਤਾਂ ਸੱਚ ਦੀ ਖੇਤੀ ਹੋਏਗੀ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ। ਇਹਦੇ ਵਾਸਤੇ ਸੱਚੀ ਸਿੱਖਿਆ ਲੈਣੀ ਪਊਗੀ ਤੈਨੂੰ, ਤਾਂ ਜਾਣਿਆ ਜਾ ਸਕਦਾ ਹੈ। ਬ੍ਰਹਮ ਗਿਆਨੀਆਂ ਕੋਲ ਸੱਚੀ ਸਿੱਖਿਆ ਹੈਗੀ, ਉਹਨਾਂ ਦਾ ਗਿਆਨ ਲੈਣਾ ਪੈਣਾ ਹੈ। ਉਹਨਾਂ ਦੇ ਗਿਆਨ ਦੇ ਅਨੁਸਾਰ ਆਪਣੇ ਆਪ ਨੂੰ ਚੇਂਜ ਕਰਨਾ ਪੈਣਾ ਹੈ। ਕੀ ਸਿੱਖਿਆ ਜੀ? ਦਇਆ ਜਾਣੇ ਜੀ ਕਿ ਕਿਛ ਪੁੰਨ ਦਾਨ ਕਰੇ। ਸਭ ਤੋਂ ਪਹਿਲੀ ਚੀਜ਼ ਦਇਆ ਤੋਂ ਧਰਮ ਨੇ ਪੈਦਾ ਹੋਣਾ ਹੈ। ਜਿੰਨੇ ਵੀ ਜੀਵ ਮਾਲਕ ਨੇ ਪੈਦਾ ਕੀਤੇ ਆ, ਕੋਈ ਪਰਪਸ ਹੈਗਾ ਮਾਲਕ ਦਾ, ਉਹਨਾਂ ਤੇ ਦਇਆ ਕਰਨੀ ਸਿੱਖ। ਆਪਣੇ ਵਰਗਾ ਸਮਝ ਸਾਰਿਆਂ ਨੂੰ, ਔਰ ਕੁਛ ਪੁੰਨ ਦਾਨ ਕਰ ਆਪਣੇ ਉੱਤੇ। ਆਪਣੇ ਵਾਸਤੇ ਨਾ ਜੀ, ਗਮਰੋੜ ਨਾ ਹੋ ਜਾ। ਜੇ ਤੇਰੇ ਕੋਲ ਕੁਛ ਹੈਗਾ ਤੇ ਵੰਡ ਕੇ ਖਾ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਸੱਚ ਤਾਂ ਜਾਣਿਆ ਜਾ ਸਕਦਾ ਜੇ ਆਤਮਾ ਦੇ ਤੀਰਥ ਦੇ ਉੱਤੇ ਜਾਏਗਾ, ਬਾਹਰਲੇ ਤੀਰਥਾਂ ਤੇ ਨਹੀਂ। ਆਤਮਾ ਦੇ ਤੀਰਥ ਤੇ ਨਿਵਾਸ ਕਰੇਗਾ। ਤੇਰੀ ਸੁਰਤ ਨੂੰ ਜਿਹੜਾ ਹੈਗਾ ਮਨ ਦੇ ਵਿੱਚ ਦੀ ਬਿੰਨ ਦੇ, ਅੱਗੇ ਆਤਮਾ ਦਾ ਤੀਰਥ ਆ ਜਾਏਗਾ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਕਹਿੰਦੇ ਸਤਿਗੁਰੂ ਨੂੰ, ਬ੍ਰਹਮ ਗਿਆਨ ਨੂੰ ਪੁੱਛ ਔਰ ਉੱਥੇ ਟਿਕ ਜਾ ਕੇ। ਮੈਨੂੰ ਤਾਂ ਕੁਛ ਹੋ ਨਹੀਂ ਰਿਹਾ, ਮੈਨੂੰ ਤਾਂ ਕੁਛ, ਮੇਰੇ ਤਾਂ ਪ੍ਰਕਾਸ਼ ਨਹੀਂ ਆ ਰਿਹਾ, ਮੇਰੇ ਤਾਂ ਕੁਛ ਜਿਹੜੇ ਬਾਜੇ ਨਹੀਂ ਵੱਜ ਰਹੇ, ਮੇਰੇ ਤਾਂ ਕੁਛ ਹੋ ਨਹੀਂ ਰਿਹਾ। ਹਾਲੇ ਕੋ ਤੁਰੀ ਨਹੀਂ ਤੇ ਪਹਿਲਾਂ ਹੀ ਧਿਆਈ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ। ਇਹ ਸੱਚ ਹੀ ਸਾਰੀਆਂ
ਬਿਮਾਰੀਆਂ ਦਾ ਇਲਾਜ ਹੈਗਾ ਭਾਈ, ਸਾਰਿਆਂ ਦਾ ਇਲਾਜ ਹੈ, ਸਾਰੀਆਂ ਬਿਮਾਰੀਆਂ ਦਾ ਇਲਾਜ ਹੈ। ਇਹਨੇ ਸਾਰੇ ਪਾਪ ਧੋ ਕੇ ਕੱਢ ਦੇਣੇ ਆ। ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਕਿੰਨਾ ਦੇ? ਮਹਾਰਾਜ ਕਹਿੰਦੇ ਬੇਨਤੀ ਕਰ ਰਹੇ ਭਾਈ, ਆਹ ਲੈ ਲਓ ਸੱਚ। ਜਿਨ੍ਹਾਂ ਦੇ ਪੱਲੇ ਹੈਗਾ ਸੱਚ, ਉਹਨਾਂ ਦੇ ਸਾਰੇ ਪਾਪ ਨਿਕਲ ਜਾਣਗੇ ਭਾਈ। ਹਾਂਜੀ ਵੀਰ ਜੀ। ਕਿਰਪਾਲ ਸਿੰਘ ਜੀ, ਤੁਸੀਂ ਆਪਣਾ ਪੰਜੇ ਦਾ ਨਿਸ਼ਾਨ ਬੰਦ ਕਰ ਦਿਓ ਜੀ। ਹਾਂਜੀ ਗੋਰਕੀ ਸਾਹਿਬ। ਦੇਖੋ ਸਾਧ ਸੰਗਤ ਜੀ, ਉਹ ਗੱਲ ਪਹਿਲੀ ਲਾਈਨ 'ਚ ਹੀ ਕਲੀਅਰ ਕਰ ਰਹੇ ਨੇ। ਆਪ ਦੇਖੋ, ਅੰਡਰਸਟੈਂਡ ਕਰੋ ਚੀਜ਼ ਨੂੰ। ਸੱਚ ਨੂੰ ਕਿਹੜਾ ਜਾਣੂਗਾ? ਜਿਹਦੇ ਹਿਰਦੇ 'ਚ ਸੱਚ ਆ। ਹਾਂ, ਜਿਹਦੇ ਹਿਰਦੇ 'ਚ ਆ ਗਿਆ ਵੀ ਮੈਂ ਜਾਣਨਾ ਚਾਹੁੰਦਾ। ਹਿਰਦੇ 'ਚ ਸੱਚ ਦਾ ਮਤਲਬ ਇਹ ਆ ਵੀ ਜਿਹਦੇ ਅੰਦਰ ਜਿਹੜੀ ਸੱਚ ਨੂੰ ਜਾਣਨ ਦੀ ਇੱਛਾ ਹਿਰਦੇ ਦੇ ਵਿੱਚ ਆ ਗਈ। ਹਾਂਜੀ ਵੀਰ ਜੀ। ਔਰ ਜਿਹਨੇ ਆਪਣਾ ਜੀਵਨ ਜੀ ਸੱਚ ਦੇ ਅਨੁਸਾਰ ਚਲਾਉਣਾ ਸ਼ੁਰੂ ਕਰਤਾ। ਬਸ ਅੱਛੀ, ਕਿੱਥੋਂ ਤੁਸੀਂ ਝੂਠ ਬੋਲ ਕੇ ਸੱਚ ਕੋ ਕਿੱਥੋਂ ਪਹੁੰਚ ਗਏ? ਕਿਹੜੀ ਗੱਲ ਕਰਦੇ ਜੋ? ਪੋਸੀਬਲ ਹੀ ਨਹੀਂ ਹੈਗਾ ਨਾ। ਠੀਕ ਹੈ ਨੀ ਜੀ ਸਾਹਿਬ? ਬਿਲਕੁਲ ਸਹੀ ਹੈ ਗੋਰਕੀ ਸਾਹਿਬ, ਬਿਲਕੁਲ ਸਹੀ ਹੈ। ਉਹ ਕਹਿੰਦੇ ਕਿ ਤੁਸੀਂ ਬਈ ਪਹਿਲਾਂ ਸੱਚ ਨੂੰ ਲਿਆਓ ਆਪਣੇ ਘਰੇ। ਤੇ ਸੱਚ ਕਿੱਥੇ ਆ? ਰੱਬ ਨੂੰ ਲੱਭੀ ਜਾਓ। ਰੱਬ ਰੂਪ ਨਹੀਂ ਜੋ ਮਿਲਣਾ। ਸਭ ਤੋਂ ਪਹਿਲਾਂ ਸੱਚ ਬੋਲੋ, ਸੱਚ ਸੁਣੋ, ਸੱਚ ਕਰੋ, ਸੱਚ ਖਾਓ, ਸੱਚ ਪੀਵੋ, ਸੱਚ ਦੇ ਵਿੱਚ ਰਹੋ। ਰੱਬ ਰੂਪ ਨਹੀਂ ਹੈਗਾ ਕਿਤੇ। ਕਿੱਥੇ ਰੱਬ? ਇਹੋ ਹੀ ਰੱਬ ਆ। ਇਹਨੂੰ ਛੱਡ ਕੇ ਹੁਣ ਤੁਸੀਂ ਕਿਸੇ ਬੰਦੇ ਨੇ ਠੱਗੀ ਮਾਰਨ ਦੇ ਜੋ, ਸੱਚ ਦੇ ਨਾਲ ਠੱਗੀ ਉਹਦੇ ਮਰ ਜਾਂਦੇ ਜੋ। ਤੋਂ ਕਹੋ ਰੱਬ ਦੇ ਮੰਦਿਰ ਕੋਲ ਜਾ ਕੇ ਕਿ ਮੈਨੂੰ ਬੜਾ ਮਿਹਰ ਕਰ, ਮੇਰੇ ਤੇ ਬਖਸ਼ ਦੇ। ਉਹ ਕਹਿੰਦਾ ਭਰਾਵਾ ਉਹ ਜਿਹੜਾ ਬੰਦਾ ਸੀ ਉਹਦੇ ਕੋਲ ਤੂੰ ਖੋਲਿਆ, ਕਿਉਂਕਿ ਮੈਂ ਦਿੱਤਾ ਸੀ ਉਹਨੂੰ, ਤੂੰ ਖੋਲਿਆ। ਇਹ ਤੇ ਨਾ ਸੱਚ ਹੋਇਆ ਨਾ। ਸੱਚ ਦਾ ਮਤਲਬ ਪਾਣੀ ਤੇ ਕਹਿੰਦੀ ਅੱਗੇ ਜਾ ਕੇ ਕਿਹਾ ਉਹਨਾਂ ਨੇ ਕਿ ਦੇ ਦੋ, ਖੋਇਓ ਨਾ। ਬਿਲਕੁਲ ਦੇ ਦੋ। ਦੇਣ ਦੀ ਗੱਲ ਹੋਈ ਹੈ। ਦਇਆ ਜਿਹੜੀ ਕਿਤੇ ਦਇਆ ਕਰ। ਦਇਆ ਦਾ ਮਤਲਬ ਕੀ ਹੁੰਦਾ? ਉਹ ਕਹਿੰਦਾ, ਆਪਾਂ ਕਹਿੰਦੇ ਮਹਾਰਾਜ ਇਹ ਤੇ ਨਾ ਦਇਆ ਕਰੋ ਤੇ ਮਿਹਰ ਕਰੋ। ਇਹ ਗਰੀਬ ਬੰਦਾ, ਮਤਲਬ ਕੋਈ ਏਦਾਂ ਦੀ ਲਿਖਤ ਨਾ ਲਿਖ ਦਿਓ ਕਿ ਇਹ ਵਿਚਾਰਾ ਰਗੜਿਆ ਜਾਵੇ। ਦਇਆ ਮਤਲਬ ਕਿ ਉੱਥੇ ਤਰਸ ਖਾਓ। ਤਰਸ ਖਾਓ। ਨਾਲੇ ਅੱਗੇ ਸਾਰੇ ਜੀਵਨ ਗੁਰਕੀ ਸਾਹਿਬ ਅੱਗੇ ਕਹਿੰਦੇ ਲੈ ਜਾਣੇ ਜੀ ਕਿ ਕੁਛ ਪੁੰਨਦਾਨ ਕਰੇ। ਪੁੰਨਦਾਨ ਐਕਸਟਰਾ ਕਿਹਾ ਹੈ ਉਹਨਾਂ ਨੇ। ਉਹ ਐਕਸਟਰਾ ਕਲਾਸ ਲਾਈ ਹੁੰਦਾ ਹੈ ਵੀ ਨਾ ਕੋਕੀ ਦਇਆ ਕਹੀ ਹੋ। ਮੇਰੇ ਵਰਗਾ ਕਿ ਕਹੀ ਜਾਵੇ ਜੀ ਮੈਨੂੰ ਬੜਾ ਲੋਕਾਂ ਦੇ ਤਰਸ ਆਉਂਦਾ, ਮੈਨੂੰ ਗਰੀਬਾਂ ਤੇ ਬਹੁਤ ਤਰਸ ਆਉਂਦਾ। ਕੋਈ ਤੇਰੇ ਤਰਸ ਕਹਿਣ ਦੇ ਨਾਲ ਗੱਲ ਥੋੜੀ ਬਣਨੀ ਆ। ਤੂੰ ਇੱਕ ਅੱਧੇ ਬੱਚੇ ਨੂੰ ਪੜ੍ਹਾ ਦੇ ਆ, ਬੜਾ ਪੰਜਾਬੀ ਦੀ ਸਟੱਡੀ ਦੇ ਪੈਸੇ ਦੇ। ਤੇਲਾ ਕੱਢਣਾ ਨਹੀਂ ਗੱਲ ਬਣਨੀ। ਜੇਬ ਚੋਂ ਤੇਲਾ ਕੱਢਣਾ ਨਹੀਂ ਹੈ। ਗੱਲੀ ਬਾਤੀ ਮੇਰੇ ਵਰਗਾ ਬੋਲੀ ਜਾਵੇ ਤੇ ਉਹਦੇ ਘਰੇ ਕੁਛ ਨਾ, ਪ੍ਰੈਕਟੀਕਲ ਚ ਜ਼ੀਰੋ ਆਊਟਪੁੱਟ ਫਿਰ ਕਿੱਥੋਂ ਨਿਕਲਣੀ ਆ? ਉਹ ਕਹਿੰਦੇ ਵੀ ਸੱਚ ਨਾਲ ਰਿਸ਼ਤਾ ਨਹੀਂ ਬਣੇਗਾ। ਫਿਰ ਅਗਲੇ ਬੰਦੇ ਕੂੜੇ ਕੇ ਮਲ ਉਤਰੇ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਧੋਏ। ਇਸ ਤਰ੍ਹਾਂ ਮੈਲ ਉਤਰ ਜਾਂਦੀ ਹੈ ਔਰ ਜਿਹੜਾ ਹੈਗਾ ਸਰੀਰ ਜਿਹੜਾ ਹੈਗਾ ਇਹ ਸੱਚ ਦਾ ਧਾਰਨੀ ਹੋ ਜਾਂਦਾ ਹੈ। ਹਾਂਜੀ ਵੀਰ ਜੀ। ਹਾਂ, ਔਰ ਕੂੜ ਦੀ ਦੇਖੋ ਤੁਹਾਡਾ ਮਨ ਤੇ ਤੁਹਾਡਾ ਤਨ ਦੋ ਹਿੱਸੇ ਨਹੀਂ ਆ। ਪਲੀਜ਼ ਆਪ ਅੰਡਰਸਟੈਂਡ ਕਰੋ। ਬਿਲਕੁਲ। ਮਨ ਤਨ ਪ੍ਰੈਕਟੀਕਲ ਹੈ ਨਾ। ਕਰਦੇ ਪੈ ਜੋ ਮਨ ਕੋਈ ਪਹੁੰਚਣ ਦਿਆ ਵਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਮਨ ਕਹਿੰਦਾ ਚੁੱਕ ਲਾ ਪੈਸੇ, ਪਰ ਹੱਥ ਨਾਲ ਕਰੋ, ਉੱਥੇ ਰਹਿਣ ਦੋ। ਕੀ ਕਰ ਲੋਗੇ? ਮਨ ਕੀ ਕਹੂਗਾ? ਮਨ ਨੇ ਰੌਲਾ ਪਾਉਣਾ, ਵਿਚਾਰ ਚ ਆਈ ਜਾਣਾ ਇਹਨੂੰ ਕੰਮ ਕਰ ਯਾਰ ਚਰਨਜੀਤ ਤੇ ਪੈਸੇ ਚੁੱਕ ਲਾ। ਚੁੱਕਦਾ ਕਿਉਂ ਨਹੀਂ ਪਿਆ? ਤੁਸੀਂ ਕਹੋ ਮੈਂ ਨਹੀਂ ਚੁੱਕਣੇ। ਹੱਥ ਹੀ ਨਾ ਗਾਂਹ ਕਰੋ, ਬੁੱਝ ਪਾਲੋ। ਮਨ ਚੁੱਕ ਲੂਗਾ? ਨਹੀਂ। ਮਨ ਨੇ ਤੁਹਾਨੂੰ ਰਹਿ ਹੀ ਦੇਣੀ ਆ। ਕਰਨਾ ਕੰਮ ਕਿ ਨਹੀਂ ਕਰਨਾ ਇਹ ਫੈਸਲਾ ਬੁੱਧੀ ਦਾ ਵਾ। ਤੇ ਬੁੱਧੀ ਨੂੰ ਅੱਗੇ ਲਿਆਓ। ਉਹਨੂੰ ਕਹੋ ਕਿ ਮਨ ਤੂੰ ਜੋ ਕਹਿ ਰਿਹਾ ਇਹ ਚੀਜ਼ ਸਹੀ ਨਹੀਂ ਹੈਗੀ, ਇਹ ਤੇ ਚੀਜ਼ ਮੇਰੀ ਨਹੀਂ ਹੈ, ਮੈਂ ਕੋਈ ਚੁੱਕ ਲਾ। ਫਿਰ ਉਹ ਕਹੂਗਾ ਨਹੀਂ ਤੈਨੂੰ ਕਿਹਨੇ ਕਿਹਾ ਤੇਰੀ ਨਹੀਂ ਆ? ਚਰਨਜੀਤ ਚੁੱਕ ਲੈ ਰੁਪਈਆ 20-25 ਲੱਖ ਹੀ, ਏਦਾਂ ਫਲਾਣੇ ਕੰਮ ਕਰਾਂਗੇ, ਭੋਗ ਵਿਲਾਸ ਕਰਾਂਗੇ। ਤੇ ਉਹਨੂੰ ਕਹੋ ਕਿ ਮੈਂ ਭੋਗ ਵਿਲਾਸ ਕੀ ਕਰਨੇ ਆ? ਇਹ ਜਦੋਂ ਪੈਸਾ ਹੀ ਮੇਰਾ ਨਹੀਂ, ਮੈਨੂੰ ਸੁੱਖ ਨਹੀਂ ਦਊਗਾ। ਤੁਹਾਡੇ ਅੰਦਰ ਵੇਖੋ ਵਿਚਾਰਾਂ ਦੀ ਜੰਗ ਹੋ ਜਾਣੀ ਉਸੇ ਟਾਈਮ ਹੀ। ਇੱਕ ਵਿਚਾਰ ਦੀ ਫੌਜ ਜਿਹੜੀ ਉਹ ਕਹਿੰਦੀ ਆ ਕਰਦੇ ਕੰਮ ਫਿਕਰ ਨਾ ਕਰ, ਦੂਜੀ ਕਹਿੰਦੀ ਨਹੀਂ ਇਹ ਨਾ ਕਰ, ਇਹ ਚੰਗਾ ਨਹੀਂ ਆ, ਇਹ ਤੇ ਪ੍ਰਮਾਤਮਾ ਤੋਂ ਉਲਟਾ ਹੈ। ਨਾਲੇ ਉਹ ਕਹਿੰਦੇ ਸੱਚ ਨੂੰ ਲਿਆ ਤੇ ਝੂਠ ਹੈ ਤੇ ਕੂੜ ਹੈ, ਮੈਂ ਨਹੀਂ ਕਰਨਾ ਕੰਮ। ਪਰ ਬਾਣੀ ਕਹਿੰਦੀ ਆ ਕਿ ਪੂਰਾ ਦੇ ਪੂਰੇ ਡੁੱਬ ਰਹੇ ਆ, ਕਿਉਂਕਿ ਉਹ ਅੰਦਰ ਕਾਉਂਸਲਿੰਗ ਨਹੀਂ ਕਰਦੇ, ਆਪਣੇ ਅੰਦਰ ਵਿਵੇਕ ਨਹੀਂ ਜਗਾਉਂਦੇ। ਉਹ ਸੋਚਦੇ ਨਹੀਂ ਕਿ ਇੱਕ ਤੇ ਪਹਿਲੀ ਗੱਲ ਤੇ ਮੈਨੂੰ ਰੱਬ ਨੇ ਨੌਕਰੀ ਦਿੱਤੀ ਆ, 40-50 ਹਜ਼ਾਰ ਰੁਪਏ ਤਨਖਾਹ ਵਾ। ਉਹ ਮੇਰੇ ਤੋਂ ਵਧੀਆ ਪੜ੍ਹੇ ਲਿਖੇ ਲੋਕ ਧੱਕੇ ਖਾਂਦੇ ਆ ਤੇ ਇੱਥੇ ਆ ਕੇ ਮੈਂ ਰਿਸ਼ਵਤਾਂ ਲੈਂਦੇ ਆ, ਠੱਗੀਆਂ ਮਾਰਦੇ ਆ, ਉਲਟੇ ਕੰਮ ਕਰਨੇ ਆ। ਤੇ ਇਹ ਜਿਹੜੇ ਇੰਨੇ ਤਾਮ-ਝਾਮ ਜਿਹੜੇ ਮੈਂ ਇੰਨੀਆਂ ਬਿਲਡਿੰਗਾਂ ਬਣਾਈਆਂ, ਇੰਨੇ ਹੋਟਲ ਖਰੀਦ ਲਏ, ਇਹਨਾਂ ਬੱਚਿਆਂ ਨੇ ਤੇ ਇੱਕ ਦਿਨ ਮੈਨੂੰ ਡਾਂਗਾਂ ਫੇਰਨੀਆਂ। ਪਰ ਉਹ ਤੋਂ ਮੋਹ ਚ ਆਇਆ। ਉਹ ਮੋਹ ਦੇ ਵਿੱਚ ਜਦੋਂ ਰੇਸ਼ਮ ਦਾ ਕੀੜਾ ਆ ਜਾਂਦਾ, ਵੇਖੋ ਕਿੱਦਾਂ ਆਪਣੇ ਦੁਬਾਰੇ ਰੇਸ਼ਮ ਦਾ ਜਾਲ ਬੁਣਦਾ ਨਾ,
ਫਿਰ ਇੱਕ ਸਮਾਂ ਆਉਂਦਾ ਹੈ ਉਹ ਕੀੜੇ ਦਾ ਅੰਤ ਉਹ ਉਸ ਰੇਸ਼ਮ ਦੇ ਜਾਲ ਦੇ ਅੰਦਰ ਹੁੰਦਾ ਨਿੱਜਰ ਸਾਹਿਬ, ਬਿਲਕੁਲ ਸਹੀ ਹੈ ਜੀ। ਮਰ ਜਾਂਦਾ ਉਹ ਚੰਗਾ ਲੱਗਦਾ ਹੈ, ਪਰ ਉਹ ਨਹੀਂ ਸੋਚਦਾ ਕਿ ਇਹ ਜਿਹੜਾ ਮੈਂ ਜਾਲਾ ਬਣਾਉਂਦੇ ਆ ਇਹ ਅਸਲ 'ਚ ਮੇਰੀ ਹੀ ਮੌਤ ਦਾ ਕਾਰਨ ਹੈ। ਬੰਦਾ ਵੀ ਤਾਂ ਉਲਟੇ ਪੁਲਟੇ ਕੰਮ ਕਰਕੇ ਉਹ ਕੂੜ ਦੇ ਨਾਲ ਸੱਜਣ ਦੋਸਤੀ ਬਣਾ ਕੇ ਫਿਰ ਉਹਨੂੰ ਕੋਈ ਚੰਗੇ ਬੰਦੇ ਨਹੀਂ ਮਿਲਦੇ ਜਾਂ ਉਹ ਚੰਗੇ ਬੰਦਿਆਂ ਦੀ ਸੰਗਤ ਨਹੀਂ ਕਰਨਾ ਚਾਹੁੰਦਾ, ਉਹ ਕੀ ਕਰਦਾ ਮੱਥਾ ਟੇਕਦਾ 2 ਮਿੰਟ 'ਚ ਬਾਹਰ ਚੱਲ ਪਹੁੰਚਦਾ ਦੁਕਾਨ ਤੇ, ਫਿਰ ਸ਼ਾਮ ਤੱਕ ਪਿਓ ਦਾ ਪੁੱਤ ਚੈਨ ਨਾਲ ਬਹਿੰਦਾ ਨਹੀਂ ਜਦ ਤੱਕ ਉਹ 40-50 ਹਜ਼ਾਰ ਸੰਸਕਾਰ ਨਹੀਂ ਇਕੱਠੇ ਕਰ ਲੈਂਦਾ। ਫਿਰ ਅਗਲੇ ਦਿਨ ਇੰਤਜ਼ਾਰ ਕਰਦਾ ਹੈ ਕਿ ਅੱਜ ਮੈਨੂੰ ਫਿਰ ਨੌਕਰੀ ਤੇ ਆਇਆ, ਫਿਰ ਮੁੱਛਾਂ ਨੂੰ ਤਾ ਦਿੰਦਾ ਹੈ ਅੱਜ ਕੋਈ ਮੁਰਗੀ ਹੈ ਹੀ ਨਹੀਂ। ਕਿੱਦਾਂ ਗੱਲ ਬਣੂਗੀ ਨਿੱਜਰ ਸਾਹਿਬ? ਬਿਲਕੁਲ। ਇਹ ਦੁਕਾਨ ਤੇ ਜਿਹੜੇ ਸਰਕਾਰੀ ਨੌਕਰੀਆਂ ਲੈਂਦੇ ਵੇਖੋ ਉਹਨਾਂ ਨੂੰ ਉੱਪਰਲੀ ਕਮਾਈ ਦਾ ਕਿੰਨਾ ਮੋਹ ਹੁੰਦਾ। ਬਿਲਕੁਲ ਸਾਨੂੰ ਉੱਤੋਂ ਪੈਸਾ ਆਇਆ ਨਹੀਂ, ਉਹ ਕਹਿੰਦੇ ਮੁਰਗੀ ਨਹੀਂ ਆਈ। ਯਾਰ ਗੱਲ ਨਹੀਂ ਬਣੀ ਯਾਰ ਕੀਤੀ ਨਾ, ਪਿਛਲੇ ਮਹੀਨੇ ਤੇ ਵਾਵਾ ਬਣ ਗਿਆ ਕਿ ਥੋੜੇ ਬਣੇ। ਸੋ ਬਾਣੀ ਇਹੋ ਕਹਿੰਦੀ ਹੈ, ਪਲੀਜ਼ ਅੰਡਰਸਟੈਂਡ ਕਰੋ। ਅਗਲੇ ਬੰਨੇ ਫੇਰ ਕਹਿ ਰਹੇ ਨੇ ਸੱਚ ਨੂੰ ਤਾਂ ਪਾਓ ਜਾਣੀਏ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਜੁਗਤੀ ਚਾਹੀਦੀ ਆ ਭਾਈ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਜੀਓ ਲਿਖਿਆ ਆ, ਜੀਓ ਦੀ ਜੁਗਤੀ, ਜੀਓ ਦੇ ਕੋਲ ਜੁਗਤੀ ਹੋਣੀ ਚਾਹੀਦੀ ਆ। ਆਤਮ ਤਲ ਤੇ ਜੀਓ ਦੇ ਤਲ ਤੇ ਕੰਮ ਕਰ ਪਾਏ, ਸਰੀਰ ਦੇ ਤਲ ਤੇ ਜੁਗਤੀਆਂ ਨਾ ਭਾਲ। ਹਾਂਜੀ ਵੀਰ ਜੀ। ਹਾਂ, ਜੁਗਤੀ ਦਾ ਮਤਲਬ ਦੇਖੋ ਇੱਕ ਮੰਜ਼ਿਲ ਹੈ। ਹੁਣ ਮੇਰੇ ਕੋਲ ਇੱਥੇ ਇੱਟਾਂ ਪਈਆਂ, ਰੇਤਾ ਪਈ, ਬਜਰੀ ਪਿਆ, ਸੀਮਟ ਪਿਆ, ਹਰ ਚੀਜ਼ ਪਈ, ਪਰ ਮੈਨੂੰ ਵਿਧੀ ਦਾ ਨਹੀਂ ਪਤਾ ਮੈਂ ਇਹਦਾ ਇਸਤੇਮਾਲ ਕਿੱਥਾਂ ਕਰੂੰਗਾ। ਦੱਸੋ ਮੈਨੂੰ, ਕਰ ਸਕਦਾ ਨਿੱਜਰ ਸਾਹਿਬ? ਮੈਂ ਬਿਲਡਿੰਗ ਤਿਆਰ ਕਰ ਦੂੰਗਾ ਨਾ, ਉਹ ਤੇ ਐਸੀ ਬਿਲਡਿੰਗ ਤਿਆਰ ਕਰੂੰਗਾ ਮੇਰੇ ਉੱਤੇ ਡਿੱਗ ਜਾਣਾ ਲੈਂਟਰ। ਬਿਲਕੁਲ। ਤੇ ਫਿਰ ਕੀ ਤਰੀਕਾ ਹੈ? ਉਹ ਕਹਿੰਦੇ ਜਾਓ। ਕਿੱਥੇ ਜਾਓ? ਉਹ ਕਹਿੰਦੇ ਜਿਹਨਾਂ ਨੂੰ ਕੰਮ ਆਉਂਦਾ ਪਹਿਲਾਂ ਨੂੰ ਕੋਈ ਜਾ ਕੇ 2-4 ਮਹੀਨੇ ਲਾ ਕੇ ਸਿੱਖੋ। ਫਿਰ ਨਹੀਂ ਸਿੱਖ ਸਕਦਾ ਤੇ ਫਿਰ ਏਦਾਂ ਕਰਕੇ ਉਹਨਾਂ ਨੂੰ ਥੋੜਾ ਬਹੁਤਾ ਖਰਚਾ ਦੇ। ਉਹ ਜਿਹੜੇ ਬੰਦੇ ਕੰਮ ਜਾਣਦੇ ਉਹ ਤੇਰਾ ਕੰਮ ਕਰ ਦੇਣਗੇ। ਬੱਤੀ ਦੀ ਤਾਰ ਆ, ਮਾਮੂਲੀ ਜੀ ਗੱਲ ਆ, ਤੇ ਉੱਥੇ ਹੱਥ ਲਾ ਕੇ ਕਰੰਟ ਥੋੜੀ ਮੈਂ ਪਾਉਣਾ। ਮੈਂ ਤੇ ਰੁਪਈਆ 100-150 ਦਊਂਗਾ ਤੇ ਉੱਥੋਂ ਗਿਆਨ ਲਊਂਗਾ। ਉਹਦਾ ਕੰਮ ਹੀ ਬੱਤੀ ਦਾ ਕੰਮ ਕਰਨਾ, ਮੈਂ ਉਹਦੀ ਪੇਮੈਂਟ ਕਰੂੰਗਾ, ਉਹ ਮੇਰਾ ਬੱਤੀ ਫਿਕਸ ਕਰ ਜੂਗਾ। ਇਸੇ ਹੀ ਤਰ੍ਹਾਂ ਬ੍ਰਹਮ ਗਿਆਨੀਆਂ ਨੇ ਬੜਾ ਜੀਵਨ ਹੰਡਾਇਆ। ਬਿਲਕੁਲ। ਉਹ ਸਾਡੇ ਤੋਂ ਕੁਛ ਨਹੀਂ ਮੰਗਦੇ, ਉਹ ਤੇ ਕਹਿੰਦੇ ਫ੍ਰੀ ਆ। ਬਿਲਕੁਲ ਫ੍ਰੀ ਆ। ਜੁਗਤੀ ਜਿਹੜੀ ਹੈਗੀ 2 ਤਰੀਕੇ ਹੈਗੇ, ਇੱਕ ਸਰੀਰ ਦੇ ਤਲ ਤੇ ਜੀਣਾ ਤੇ ਇੱਕ ਜਿਹੜਾ ਆਤਮਿਕ ਤਲ ਤੇ ਜੀਣਾ। ਆਹੀ ਜੁਗਤੀ ਹੈ, ਇਹਦੇ ਵਿੱਚ ਪਾਏ ਸ਼ਿਫਟ ਹੋਣਾ ਪਊਗਾ। ਹਾਂਜੀ ਵੀਰ ਜੀ। ਹਾਂ, ਜੁਗਤੀ ਤੋਂ ਨਾ ਪਹਿਲੀ ਤੁਕ ਚ ਦੱਸਦੀ ਹੈ ਕਿ ਕਹਿੰਦੇ ਕਿ ਤੂੰ ਸੱਚ ਨੂੰ ਲੈ ਕੇ ਆਏਗਾ ਤੇ ਤਾਂ ਹੀ ਸੱਚ ਮਿਲਣਾ ਹੈ। ਬਸ ਆਹੀ ਜੁਗਤੀ ਆ। ਔਰ ਜੁਗਤੀ ਆ, ਉਹ ਕਹਿੰਦੇ ਤੂੰ ਜਦੋਂ ਚਾਹੁੰਦਾ ਵਾ ਕਿ ਤੈਨੂੰ ਵਸਤੂ ਮਿਲੇ, ਉੱਥੇ ਨਕਲੀ ਸੋਨਾ ਨਹੀਂ ਉਹ ਚੱਲਣਾ ਤੇਰਾ, ਤੈਨੂੰ ਅਸਲੀ ਸੋਨਾ ਲਿਆਉਣਾ ਪੈਣਾ। ਵਸਤੂ ਤਾਂ ਮਿਲਣੀ, ਉਹ ਤਾਂ ਚਿਰ ਸੱਚ ਨਹੀਂ ਮਿਲਣਾ। ਬਿਲਕੁਲ ਭੁੱਲ ਜੀ, ਮਨ ਚੋਂ ਵਰਕਾ ਪਾੜ ਦੀ, ਤੇਰੇ ਮਨ ਚ ਕਨਫਿਊਜ਼ਨ ਨਾ ਪਾ ਦਿੱਤੀ ਹੋਵੇ ਕਿ ਤੂੰ ਗੁਰੂ ਧਾਰ ਲਿਆ, ਪਰ ਜਦੋਂ ਤੇਰੇ ਪੱਲੇ ਹਿਰਦੇ ਚ ਝੂਠ ਆ, ਤੈਨੂੰ ਸੱਚ ਕਿੱਥੋਂ ਮਿਲੂਗਾ? ਫਿਰ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ, ਫਿਰ ਜਿਹੜੇ ਕਹਿੰਦੇ ਵੀ ਕੱਚੇ ਵੇਲੇ ਸੁਣਦੇ ਪਏ ਉਹ ਵੀ ਕੱਚੇ, ਤੇ ਜਿਹੜੇ ਕਿ ਉਹ ਕੱਚਾ ਸੁਣ ਕੇ ਗਾਂ ਜੀਵਨ ਨੂੰ ਚਲਾਉਂਦੇ ਨੇ ਉਹ ਫਿਰ ਕੱਚੇ ਹੀ। ਹੁਣ ਲੋਕਾਂ ਨੇ ਵੇਖੋ ਆ ਦੁਨੀਆ ਭਰ ਦੇ ਬਾਬਿਆਂ ਦੀਆਂ ਘਰਾਂ 'ਚ ਫੋਟੋਆਂ ਲਾਈਆਂ, ਦੁਕਾਨਾਂ 'ਚ ਫੋਟੋਆਂ ਲਾਈਆਂ, ਤੇ ਉਹਨਾਂ ਦੀਆਂ ਜਿਹੜੀਆਂ ਉਹ ਬਾਣੀ ਵੀ ਕਹਿੰਦੀ ਕਰਤੂਤ ਪਸ਼ੂ ਕੀ ਮਾਨਸ ਜਾਤ। ਬਿਲਕੁਲ। ਜੇ ਉਹ ਬੰਦੇ ਦੀਆਂ ਕਰਤੂਤਾਂ ਨਹੀਂ ਸਹੀ, ਬਾਣੀ ਕਹਿੰਦੀ ਅਸੀਂ ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਉਹ ਬੰਦੇ ਬਹੁਤ ਵਧੀਆ ਨੇ, ਉਹਨਾਂ ਦੇ ਫਿਜ਼ੀਕਲੀ ਬਾਹਰ ਸਾਈਡ ਤੇ ਵੇਖੋ ਕਿੱਡਾ ਜ਼ਬਰਦਸਤ ਮੇਕਅਪ ਆ, ਪਰ ਅੰਦਰੋਂ ਪ੍ਰੈਕਟੀਕਲ ਉਹ ਜ਼ੀਰੋ। ਬਿਲਕੁਲ ਹੀ ਉਹ ਆਪੋਜਿਟ ਨੇ ਜੋ ਬਾਣੀ ਚ ਕਿਹਾ, ਬਿਲਕੁਲ ਹੀ ਉਹਦੇ ਆਪੋਜਿਟ। ਬਾਣੀ ਕਹਿੰਦੀ ਆ ਕਿ ਪਹਿਲਾਂ ਬੰਦੇ ਦਾ ਵੇਖੋ ਕਿ ਬੰਦੇ ਦਾ ਕਰੈਕਟਰ ਕੀ ਹੈ। ਤੂੰ ਐਵੇਂ ਨਾ ਕਿਸੇ ਨੂੰ ਆਪਣਾ ਬਣਾ ਲਈ, ਆਪਣਾ ਗੁਰੂ ਬਣਾ ਕੇ ਬਹਿ ਜੀ। ਉਹਦਾ ਵੇਖੋ ਕਿ ਉਹ ਸੱਚੀ ਉਹ ਚੀਜ਼ ਦੇ ਲਾਇਕ ਹੈਗਾ। ਜੇ ਕੋਈ ਤੂੰ ਗਿਆਨ ਵੀ ਲੈਣਾ, ਐਵੇਂ ਨਾ ਅਨਸੈਸਰੀ ਬੰਦੇ ਕੋਲ ਗਿਆਨ ਲੈ ਲਾ। ਤੂੰ ਬਾਣੀ ਕਹਿੰਦੀ ਸਭ ਤੋਂ ਪਹਿਲਾਂ ਬਾਣੀ ਕਹਿੰਦੀ ਕਿ ਉਸ ਬੰਦੇ ਨੂੰ ਆਪਣਾ ਜੀਵਨ ਉੱਚਾ ਕਰਨਾ ਚਾਹੀਦਾ ਹੈ। ਤੇ ਜੇ ਉਹਦਾ ਆਪਣਾ ਜੀਵਨ ਥੱਲੇ ਡਿੱਗਿਆ ਹੋਇਆ, ਉਹ ਤੁਹਾਨੂੰ ਜਿਹੜਾ ਬੰਦਾ ਖੂਹ ਚ ਡਿੱਗਿਆ, ਤੁਹਾਨੂੰ ਖੂਹ ਚ ਕਿੱਥੋਂ ਬਾਹਰ ਕੱਢ ਦੂਗਾ? ਨਹੀਂ ਕੱਢ ਸਕਦਾ। ਇਸ ਕਰਕੇ ਬਾਣੀ ਕਹਿੰਦੀ ਗਿਆਨ ਉੱਥੋਂ ਲਓ ਜਿੱਥੇ ਕੋਈ ਪੱਲੇ ਕਿਸੇ ਦੇ ਕੁਛ ਹੈ। ਹਾਂਜੀ, ਬਿਲਕੁਲ ਸਹੀ ਹੈ ਜੀ, ਬਿਲਕੁਲ ਨਹੀਂ ਕੱਢ ਸਕਦਾ ਕੋਈ। ਹਾਂ, ਜਿਹੜਾ ਬੰਦਾ ਖੂਹ ਚ ਡਿੱਗਿਆ ਭਾਈ ਤੁਹਾਨੂੰ ਕਿੱਥੋਂ ਕੱਢ ਦੂਗਾ? ਜੇਕਰ ਕਹਿੰਦਾ ਵੀ ਹੈ ਮੈਂ ਕੱਢ ਦੂੰਗਾ, ਤੇ ਫਿਰ ਵੀ ਤੁਹਾਡੀ ਮਰਜ਼ੀ ਹੈ, ਜ਼ਬਰਦਸਤੀ ਨਹੀਂ। ਅਗਲੇ ਬੰਨੇ ਨੇ ਜੈਸਾ ਬੋਲੀ ਧਰਤੀ ਕਮਾਏ ਤਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਤਰਤ ਕਾਇਆ ਸਾਧਕੈ, ਧਰਤੀ ਨੂੰ ਜਿਹੜਾ ਹੈਗਾ ਇਹ ਸਰੀਰ ਨੂੰ ਸਾਧਣਾ ਪੈਣਾ ਹੈ ਭਾਈ, ਤਾਂ ਇਹਦੇ ਵਿੱਚ ਨਾਮ ਵਾਲਾ ਬੀਜ ਬੀਜਣਾ ਪਊਗਾ। ਦੇ ਕਰਤਾ ਬੀਓ ਮਤਲਬ ਬੀਜ।
ਤਾਂ ਉਸ ਮਾਲਕ ਪਰਮਾਤਮਾ ਦੇ ਜਿਹੜਾ ਹੈਗਾ ਬੀਜ ਜਿਹੜਾ ਹੈਗਾ ਇਹ ਨਾਮ ਦਾ, ਪ੍ਰਭੂ ਦੇ ਨਾਮ ਦਾ, ਕਰਤੇ ਦੇ ਨਾਮ ਦਾ ਬੀਜ ਤਾਂ ਬੀਜਿਆ ਜਾਊਗਾ ਭਾਈ। ਹਾਂਜੀ ਵੀਰ ਜੀ। ਹਾਂ, ਉਹ ਕਹਿੰਦੇ ਸਾਧਨਾ ਸਾਧਨੇ ਦਾ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ। ਸਾਧਿਆ ਜੱਟ ਸਾਧ ਬਾਜ਼ਾਰ ਲੈਣਾ, ਕਿਸੇ ਚੀਜ਼ ਨੂੰ ਸਹੀ ਕਰਨਾ, ਨਿਜਰ ਸਾਹਿਬ ਬਿਲਕੁਲ ਤਿਆਰ ਕਰਨਾ। ਹਾਂ, ਜੱਟ ਜਿਹੜਾ ਹੈਗਾ ਦੇਖ ਲਓ ਕਿੰਨਾ 2-3 ਮਹੀਨੇ ਜਿਹੜਾ ਕਿੰਨੀ ਮਿਹਨਤ ਕਰਦਾ ਹੈ ਤਾਂ ਜਾ ਕੇ ਬੀਜ ਬੀਜਦਾ ਹੈ। ਹਾਂਜੀ ਹਾਂ, ਪਹਿਲਾਂ ਪਹਿਲੀ ਦੀ ਤਿਆਰ ਕਰਦਾ ਵੇਖਿਆ ਨਾ, ਉੱਥੇ ਪਹਿਲਾਂ ਹੱਲਾਂ ਚਲਾਉਂਦਾ, ਫਿਰ ਹੱਲਾਂ ਚਲਾ ਕੇ ਉਹਨੂੰ ਸੁੱਕਣੇ ਦਿੰਦਾ ਪੈਲੀ ਨੂੰ, ਫਿਰ ਸੁੱਕ ਜਾਂਦੀ ਆ, ਮਾੜਾ ਮੋਟਾ ਘਾਹ ਘੂ ਮਰ ਜਾਂਦਾ, ਫਿਰ ਹੱਲਾਂ ਚਲਾਉਂਦਾ, ਬਾਰ-ਬਾਰ ਉਹ ਕੰਮ ਕਰਦਾ। ਠੀਕ ਹੈ, ਬਿਲਕੁਲ ਇਸੇ ਹੀ ਤਰ੍ਹਾਂ ਸਾਨੂੰ ਇਹਨੂੰ ਆਪਣੇ ਆਪ ਨੂੰ ਸਾਧਨ ਦੇ ਲਈ ਸਾਡੇ ਕੋਲ 3 ਤਰੀਕੇ ਨੇ, ਜਪ, ਤਪ ਤੇ ਸੰਜਮ। ਤਪ ਦਾ ਮਤਲਬ ਦਿਲ ਕਰਦਾ ਕਰਨ ਨੂੰ, ਉਹਨੂੰ ਨਾ ਕਰਨ ਦੋ, ਰੋਕ ਲਓ ਉਹਨੂੰ, ਸੰਜਮ ਚ ਲੈ ਆਓ। ਸੰਜਮ ਦਾ ਮਤਲਬ ਇਹੋ ਹੀ ਹੈ ਕਿ ਜਿਹੜੀਆਂ ਇਹਦੀਆਂ ਅਨਵਾਂਟਡ ਇਹਦੀਆਂ ਰਿਕੁਆਇਰਮੈਂਟ ਹੈਗੀਆਂ ਨੇ, ਜੋ ਇਹਦੀਆਂ ਇੱਛਾਵਾਂ ਹੈਗੀਆਂ ਨੇ, ਉਹਨਾਂ ਦੀ ਪੂਰਤੀ ਨਾ ਕਰੋ, ਇਹਨੂੰ ਰੋਕੋ। ਇਹਨੂੰ ਰੋਕ ਸਕਦੇ ਨਾ। ਛੋਟੇ ਬੱਚੇ ਦੀਆਂ ਕਈ ਇੱਛਾਵਾਂ ਆਪਾਂ ਨਹੀਂ ਮੰਨਦੇ, ਇਸੇ ਤਰ੍ਹਾਂ ਤੁਹਾਡਾ ਬੱਚਾ ਹੈ ਮਨ, ਛੋਟਾ ਜਿਹਾ ਬੱਚਾ। ਬਾਣੀ ਕਹਿੰਦੀ ਇਹ ਮਨ ਆਰਸੀ, ਇਹ ਸ਼ੀਸ਼ਾ ਵਾ, ਔਰ ਇਹ ਮਨ ਬਾਣੀ ਚ ਵੀ ਕਿਹਾ ਕਿ ਛੋਟਾ ਬੱਚਾ ਹੈ, 1-2 ਗੱਲਾਂ ਚੰਗੀਆਂ ਵੀ ਕਰਦਾ ਤੇ ਖਰਾਬ ਵੀ ਕਰਦਾ, ਤੇ ਇਸ ਕਰਕੇ ਇਸ ਬੱਚੇ ਦੀ ਨਾ ਪਰਵਰਿਸ਼ ਚੰਗੇ ਤਰੀਕੇ ਨਾਲ ਕਰੋ। ਔਰ ਉਹ ਪਰਵਰਿਸ਼ ਕਰਨ ਦੇ ਲਈ 3 ਤਰੀਕੇ ਨੇ, ਜਪ, ਤਪ ਤੇ ਸੰਜਮ। ਇਹ ਤਿੰਨਾਂ ਦੇ ਵਿੱਚ ਲੈ ਆਓ, ਮਨ ਤੁਹਾਡਾ ਸ਼ੁੱਧ ਹੋ ਜੀ। ਇਹਨੂੰ ਮਨਾ ਨਹੀਂ ਕਰਨਾ, ਸੰਜਮ ਚ ਰੱਖਣਾ। ਹਾਂ ਕਰਾਂਗਾ ਮੈਂ, ਅੱਗੇ ਜਾ ਕੇ ਕਰਾਂਗਾ, ਤੈਨੂੰ ਮਨਾ ਨਹੀਂ ਕਰਨਾ। ਅੱਗੇ ਜਾ ਕੇ ਇਹਨੂੰ ਦੇਖੋਗੇ ਤੇ ਇਹ ਸੁਧਰ ਜਾਏਗਾ। ਫਿਰ ਕੀ ਹੋਊਗਾ ਨਿਜਰ ਸਾਹਿਬ, ਫਿਰ ਤੁਹਾਡੇ ਅੰਦਰ ਜਿਹੜਾ ਕਹਿੰਦੇ ਆ ਕਿ ਫਿਰ ਬੀਜ ਤਿਆਰ ਹੋਊਗਾ। ਹਜੇ ਤੁਸੀਂ ਪੈਲੀ ਤਿਆਰ ਕੀਤੀ ਹੈ, ਬੀਜਿਆ ਨਹੀਂ ਕੁਛ ਇਹਦੇ ਅੰਦਰ। ਹਾਂਜੀ ਬਿਲਕੁਲ ਸਹੀ ਗੱਲ ਹੈ। ਪੈਲੀ ਬੀਜ ਤਾਂ ਫਿਰ ਬੀਜ ਵੀ ਚਾਹੀਦਾ ਉਹ ਜਿਹੜਾ ਕਿ ਦੁਫਾੜ ਨਾ ਹੋਏ। ਆਪਣਾ ਮਨ ਤਾਂ ਦੁਫਾੜਿਆ, ਫਿਰ ਨਹੀਂ ਬੀਜਿਆ ਜਾਣਾ, ਫਿਰ ਗੜਬੜ ਹੋ ਜਾਏਗੀ, ਮਨ ਉੱਗੇਗਾ ਨਹੀਂ। ਔਰ ਮਨ ਦੇ ਵਿੱਚੋਂ ਹੀ ਰੱਬ ਨੇ ਪ੍ਰਗਟ ਹੋਣਾ ਜੀ, ਇਹ ਵੀ ਯਾਦ ਰੱਖਿਓ। ਹਾਂ, ਕਿੱਥੇ ਨਹੀਂ ਮਨ ਰੱਬ ਤੋਂ ਮਨ ਇੱਕ ਐਸਾ ਜਗ੍ਹਾ ਵਾ ਜਿਹਦੇ ਅੰਦਰ ਹੈ ਰੱਬ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ। ਲੋਕੀ ਕਹਿੰਦੇ ਆ ਗੁਰਮੁਖ ਹੋਵੇ ਤੇ ਕਾਇਆ ਖੋਜੇ। ਕਾਇਆ ਦਾ ਮਤਲਬ ਮਨ ਦੇ ਅੰਦਰ ਹੈ ਮਨ, ਰੱਬ। ਹੋਰ ਨਹੀਂ ਜੇ ਕਿਤੇ ਹੈਗਾ, ਕਿਤੇ ਲੱਭਣਾ ਚੱਲ ਜਿਓ। ਆਹ ਜਿਹੜੇ ਹਜੂਰ ਸਾਹਿਬ ਆ ਪਤਾ ਨਹੀਂ ਕਿਤੇ ਤੁਰੇ ਫਿਰਦੇ ਆ, ਇਹ ਭਰਮ ਪਾ ਦਿੱਤਾ ਹੈ। ਉੱਧਰ ਇੱਧਰ ਆਈ ਜਾਂਦੇ, ਇੱਧਰ ਉੱਧਰ ਤੁਰੇ ਜਾਂਦੇ ਆ। ਲੋਕੀ ਮੱਕੇ ਤੁਰੇ ਜਾਂਦੇ ਆ। ਗੁਰੂ ਨਾਨਕ ਪਾਤਸ਼ਾਹ ਨੇ ਉਦੋਂ ਹੀ ਸਮਝਾਇਆ ਸੀ ਕਿ ਮੱਕੇ 'ਚ ਕਿੱਥੇ ਰੱਬ ਆ, ਉਹ ਰੱਬ ਤੇਰੇ ਅੰਦਰ ਆ। ਅੰਦਰ ਵੀ ਤੇਰੇ ਮਤਲਬ ਤੇਰੇ ਮਨ ਦੇ ਅੰਦਰ ਆ। ਔਰ ਮਨ ਦੇ ਅੰਦਰ ਕਦੋਂ ਕਬੀਰ ਸਾਹਿਬ ਕਹਿੰਦੇ ਤੂੰ ਕਦਮ ਕਰਾਰੀ ਜੇ ਕਰੇ ਤੇ ਹਾਜ਼ਰਾ ਹਜੂਰ ਖੁਦਾਏ। ਜਿਸ ਤਰ੍ਹਾਂ ਮਨ ਰੁਕ ਜੇ ਨਾ, ਆ ਦੇਖੋ ਕੌਣ ਮਿਲੂਗਾ। ਗੋਰਖੀ ਸਾਹਿਬ ਬਾਣੀ ਤੀਸਰੀ ਲਾਈਨ ਜਿਹੜੀ ਆਪਾਂ ਹੁਣ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਇਸ ਤੋਂ ਬਾਅਦ ਸਿੱਖਿਆ ਚਾਹੀਦੀ ਹੈ, ਸੱਚੀ ਸਿੱਖਿਆ। ਉਹ ਸੱਚੀ ਸਿੱਖਿਆ ਹੈ ਕਿ ਬਈ ਆਪਣੇ ਮਨ ਦੇ ਵਿੱਚ ਵੜ। ਫਿਰ ਉਸ ਤੋਂ ਬਾਅਦ ਦਇਆ ਜਾਣੇ ਜੀ ਕਿ ਕਿਛ ਪੁੰਨ ਦਾਨ ਕਰੇ, ਕੁਛ ਪੁੰਨ ਦਾਨ ਕਰ ਤੇ ਦਇਆ ਕਰ। ਹੁਣ ਅਗਲੀ ਲਾਈਨ ਕਹਿ ਰਹੀ ਹੈ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਔਰ ਆਤਮਾ ਦਾ ਤੀਰਥ ਮਨ ਦੇ ਵਿੱਚ ਹੈਗਾ, ਆਤਮਾ ਤੇ ਮਨ ਦੇ ਅੰਦਰ ਹੈ। ਬਸ ਗੱਡੀ ਤਾਂ ਉੱਥੇ ਹੀ ਆਉਣੀ ਹੈ। ਕਿੱਥੇ ਜਾਣਗੇ? ਉਹ ਕਹਿੰਦੇ ਆਤਮਾ ਦੇ ਵਿੱਚ ਆ। ਆਤਮਾ ਕਿੱਥੇ ਆ? ਲੱਭ ਲੋ। ਆੜੀ ਫਿਲਮਾਂ 'ਚ ਬਣਾਈ ਉਹ ਥੋੜੀ ਆਤਮਾ ਹੈਗੀ ਆ, ਆਤਮਾ ਮਨ ਦੇ ਅੰਦਰ ਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਤੇ ਉੱਥੇ ਨਿਵਾਸ ਕਰਨਾ। ਉਹ ਨਿਵਾਸ ਕਰਨ ਦਾ ਮਤਲਬ ਇਹੋ ਹੀ ਨਿਰਵਿਚਾਰ ਹੋਣਾ, ਕਿਤੇ ਹੋਰ ਨਾ ਚੱਕਰਾਂ 'ਚ। ਉਹ ਕਹਿੰਦੇ ਇਹਦੀ ਕਨਫਿਊਜ਼ਨ ਨਹੀਂ, ਸਿੰਪਲ ਗੱਲਾਂ, ਕਲੀਅਰ ਗੱਲਾਂ। ਹਾਂਜੀ ਗੋਰਖੀ ਸਾਹਿਬ ਅੱਗੇ ਕਹਿੰਦੇ ਦੇਖ ਨਿਵਾਸ ਕਰਨ ਦੇ ਵਾਸਤੇ ਜੇ ਤੂੰ ਜਲਦੀ ਚਾਹੁੰਦਾ ਹੈ ਨਾ ਤੇ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਕਹਿੰਦੇ ਸਤਿਗੁਰੂ ਨੂੰ ਪੁੱਛ ਕੇ ਉੱਥੇ ਬੈਠ ਜਾ, ਬਸ ਦੁਆਰ ਦੇ ਉੱਤੇ ਬੈਠਾ ਰਹਿ, ਹਿਲਣਾ ਉੱਥੋਂ, ਬਸ ਵਿਚਾਰ ਬੰਦ ਕਰ ਆਪਣੇ, ਟਿਕ ਜਾ, ਆਪਣੇ ਆਪ ਨਿਵਾਸ ਹੋ ਜਾਊਗਾ, ਖੁੱਲ ਜਾਊਗਾ ਦਰਵਾਜ਼ਾ। ਹਾਂ, ਤੂੰ 2-4 ਦਿਨ ਬਹਿ ਕੇ ਵੇਖ, ਇੱਕ ਦਿਨ ਤੇਰਾ ਆਪੇ ਲੱਗ ਜਾਣਾ ਮਨ। ਲੱਗ ਗਿਆ ਤੇ ਗੱਲ ਖਤਮ ਹੋ ਗਈ ਬਸ। ਉਹ ਕਹਿੰਦੇ ਜਿਹਨੂੰ ਮੈਂ ਬਾਹਰ ਲੱਭਦਾ ਫਿਰਦਾ ਸਾਂ, ਫਿਰ ਰਾਮਾਨਾ ਦੇ ਕਹਿੰਦੇ ਆ ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਜਦੋਂ ਮੇਰਾ ਮਨ ਤੇ ਚਿੱਤ ਜਿਹੜੇ ਪੰਗ ਹੋ ਗਏ, ਚਿੱਤ ਰੁਕ ਗਿਆ ਤੇ ਫਿਰ ਘਰੇ ਰੰਗ ਲੱਗ ਗਿਆ। ਉਹ ਬਾਹਰ ਕਿੱਥੇ ਹੈ? ਇਹ ਸਭ ਵੇਖੋ ਬ੍ਰਹਮ ਗਿਆਨੀਆਂ ਦੀ ਆਵਾਜ਼ਾਂ ਵੇਖੋ, ਇਹ ਨਿਜਰ ਸਾਹਿਬ ਸਾਰੇ ਵੇਖੋ ਉੱਥੇ ਲੈ ਜਾਂਦੇ ਨੇ। ਬਿਲਕੁਲ ਗੱਲ ਤਾਂ ਉੱਥੇ ਹੈ ਹੀ, ਜਿਹੜਾ ਰਸਤਾ ਹੀ ਇੱਕ ਹੈ ਗੋਰਖੀ ਸਾਹਿਬ। ਦੂਜੇ ਰਸਤੇ ਤੇ ਕੌਣ ਲਿਜਾ ਸਕਦਾ ਹੈ? ਜਿਹੜਾ ਝੂਠਾ ਹੀ ਲਿਜਾਊਗਾ, ਸੱਚੇ ਤਾਂ ਇੱਕੋ ਰਸਤੇ ਤੇ ਲਿਜਾਣਗੇ।
ਪਰ ਨਿੱਜਰ ਸਾਹਿਬ ਜਿਹੜੇ ਬਾਬਿਆਂ ਦਾ ਕਰੀਏ ਜਿਹੜੇ ਬਾਹਰ ਲਈ ਫਿਰਦੇ ਆ, ਬਸ ਇਹ ਪਤਾ ਕੀ ਕਰਦੇ ਜੋ, ਇਹ ਤੁਹਾਡੀ ਹੋਂਦ ਨੂੰ ਖੋਣਾ ਚਾਹੁੰਦੇ ਹੋ। ਉਹ ਕਹਿੰਦੇ ਕਿ ਤਾਰਾ ਬਣ ਜਾਓ। ਬ੍ਰਹਮ ਗਿਆਨੀ ਕਹਿੰਦਾ ਨਹੀਂ, ਜੇ ਤੁਸੀਂ ਸੂਰਜ ਬਣੋ, ਤੁਸੀਂ ਕੋਈ ਤਾਰਿਆਂ ਦੀ ਭੀੜ ਚ ਜਾਣਾ, ਉਹ ਤਾਂ ਤੁਹਾਡੀ ਹੋਂਦ ਨੂੰ ਫਿਰ ਉਹ ਫਿਰ ਤਾਰਿਆਂ ਨੂੰ ਕੋਈ ਲੀਡ ਕਰ ਰਿਹਾ ਹੈ। ਸੂਰਜ ਕਿਸੇ ਦੇ ਅਧੀਨ ਨਹੀਂ ਹੈਗਾ, ਸੂਰਜ ਆਪਣਾ ਮਾਲਕ ਆ। ਬ੍ਰਹਮ ਗਿਆਨੀ ਦਾ ਮਤਲਬ ਤੁਸੀਂ ਆਪਣੇ ਮਾਲਕ ਬਣੋ, ਆਪਣੇ ਫੈਸਲਿਆਂ ਦੀ ਜ਼ਿੰਮੇਵਾਰੀ ਚੁੱਕੋ। ਆ ਦਾਨ ਪੁੰਨ ਜਿਹੜਾ ਕਿਹਨੇ ਕਰਨਾ ਹੈ? ਇਹ ਭੀੜ ਕਰਦੀ ਆ? ਭੀੜ ਭੂੜ ਕੋਈ ਨਹੀਂ ਕਰਦੀ, ਤੁਸੀਂ ਕਰੋ। ਕਮ ਸੇ ਕਮ ਪਤਾ ਲੱਗੇ ਨਾ, ਜੈਸਾ ਮੈਂ ਕੀਤਾ ਫਿਰ ਮੈਂ ਜ਼ਿੰਮੇਵਾਰ ਵੀ ਹਾਂ। ਜਦੋਂ ਮੈਂ ਖੁਦ ਨਹੀਂ ਕੀਤਾ, ਮੈਂ ਕਿਹਾ ਭੀੜ ਚ ਕੀਤਾ, ਤੇ ਭੀੜ ਤੇ ਤੁਹਾਨੂੰ ਪਤਾ ਹੀ ਆ। ਮੈਂ ਉੱਧਰ ਲੰਗਰ ਹਾਲ ਚ ਗਿਆ ਹਾਂ, ਧੱਕਾ ਮਾਰਿਆ, ਮੈਨੂੰ ਅੰਦਰ ਲੈ ਗਈ। ਉਹ ਧੱਕਾ ਮਾਰਦੀ ਨਾਲ ਹੀ ਮੈਨੂੰ ਬਾਹਰ ਕੱਢ ਦਿੰਦੀ। ਮੇਰੀ ਇੱਛਾ ਦੀ ਸੁਣਦੀ ਨਹੀਂ ਉੱਥੇ ਕੋਈ। ਭੀੜ ਦਾ ਮਤਲਬ ਤੇ ਇਹ ਨਿੱਜਰ ਸਾਹਿਬ ਤੁਹਾਡੀ ਇੱਛਾ ਥੋੜੀ ਹੈਗੀ ਉੱਥੇ ਨਾ, ਉੱਥੇ ਭੀੜ ਦੀ ਇੱਛਾ ਵਾ। ਇਸੇ ਲਈ ਬਾਣੀ ਕਹਿੰਦੀ ਭੀੜ ਚੋਂ ਬਾਹਰ ਆ ਜਾ। ਕਮ ਸੇ ਕਮ ਤੂੰ ਸੱਜੇ ਜਾ, ਖੱਬੇ ਜਾ, ਉੱਪਰ ਉੱਠ, ਥੱਲੇ ਬਹਿ, ਤੇਰਾ ਕੰਟਰੋਲ ਹੋਵੇ। ਤੇ ਭੀੜ ਚ ਤੇਰਾ ਕੰਟਰੋਲ ਕੋਈ ਨਹੀਂ, ਕਿਉਂਕਿ ਭੀੜ ਨੇ ਤੈਨੂੰ ਹਿੱਕ ਕੇ ਲੈ ਜਾਣਾ। ਸਿਨੇਮੇ ਹਾਲ ਚ ਵੇਖੋ ਕਿੱਦਾਂ ਧੱਕਾ ਧੁੱਕਾ ਮਾਰ ਕੇ, ਲੰਗਰ ਹਾਲ ਬਾਬੇ ਬੁੱਢੇ, ਇੰਨੀ ਭੀੜ ਤੇ ਲੋਕੀ ਧੱਕਾ ਧੁੱਕਾ ਮਾਰ ਕੇ, ਬੰਦਾ ਪਤਾ ਹੀ ਉਦੋਂ ਲੱਗਦਾ ਜਦੋਂ ਉਹ ਅੰਦਰ ਵੜ ਜਾਂਦਾ ਲੰਗਰ ਹਾਲ ਦੇ ਨਿੱਜਰ ਸਾਹਿਬ। ਬਿਲਕੁਲ, ਉੱਥੇ ਤੁਹਾਡੀ ਤੇ ਪਾਵਰ ਚੱਲਣੀ ਨਹੀਂ। ਇਸੇ ਕਰਕੇ ਬਾਣੀ ਕਹਿੰਦੀ ਭੀੜ ਚ ਨਾ ਜਾ, ਤੂੰ ਕੱਲਾ ਬਣ। ਤੇ ਕੱਲਾ ਬਣ ਲੱਗਿਆ ਬੰਦੇ ਨੂੰ ਡਰ ਲੱਗਦਾ, ਉਹ ਸੋਚਦਾ ਕਿਤੇ ਮੈਂ ਗਲਤ ਨਾ ਹੋਏ। ਪਰ ਕਮ ਸੇ ਕਮ ਭੋੜਿਆ, ਜਿੱਦਾਂ ਤੂੰ ਸੰਸਾਰ ਤੇ ਆਇਆ, ਤੂੰ ਕੱਲਾ ਆਇਆ ਹਾਂ, ਜਾਣਾ ਵੀ ਤੂੰ ਕੱਲਿਆ, ਤੇ ਭੀੜ ਦਾ ਹਿੱਸਾ ਬਣ ਕੇ ਤੈਨੂੰ ਡਰ ਲੱਗਣਾ ਮੁੜ ਕੇ ਕੱਲਾ ਹੋਣ ਲਈ, ਕਿਉਂਕਿ ਉਹ ਆਦਤ ਪੈ ਗਈ ਨਾ ਨਿੱਜਰ ਸਾਹਿਬ ਭੀੜ ਦੀ। ਬਿਲਕੁਲ। ਤੇ ਉੱਥੇ ਤਾਰਿਆਂ ਨੂੰ ਲੱਭੀ ਜਾਓ, ਫਿਰ ਤਾਰਾ ਕਿਤੇ ਕਿਹੜਾ ਤਾਰਾ, ਇੱਥੇ ਇੰਨੇ ਤਾਰੇ ਪਤਾ ਨਹੀਂ ਲੱਖਾਂ ਹੀ ਕਰੋੜਾਂ ਅਰਬਾਂ ਤਾਰੇ, ਤੁਹਾਡੀ ਉਹ ਪਛਾਣ ਨਹੀਂ ਹੈ। ਸੂਰਜ ਬਣ ਕੇ ਬਾਹਰ ਆ ਜਾਓ, ਆਪਣੀ ਜ਼ਿੰਦਗੀ ਦੀ ਸਟੈਂਡ ਲਓ ਔਰ ਆਪਣੇ ਫੈਸਲੇ ਚੁੱਕੋ। ਬਾਕੀ ਕੁਛ ਵੀ ਨਹੀਂ ਕਿਹਾ ਬਾਣੀ ਚ। ਅੱਗੇ ਬੋਲੋ ਨਿੱਜਰ ਸਾਹਿਬ ਪਲੀਜ਼। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ। ਦੇਖ ਲਾ ਪਾਈ ਝੂਠ ਜੇ ਚ ਅਜੇ ਆਪਣੇ ਜੀਵਨ ਚੋਂ ਝੂਠ ਕੱਢਣਾ ਚਾਹੁੰਦਾ ਹੈ, ਪਾਪ ਕੱਢਣਾ ਚਾਹੁੰਦਾ ਹੈ, ਮੈਲ ਹਟਾਉਣਾ ਚਾਹੁੰਦਾ ਹੈ, ਤੇ ਸੱਚ ਹੈਗਾ, ਸੱਚ ਨੂੰ ਲਿਆਉਣਾ ਪੈਣਾ ਆ, ਸੱਚ ਦੇ ਨਾਲ ਜੁੜਨਾ ਪੈਣਾ ਪਾਏ। ਆਹੀ ਦਵਾਈ ਹੈਗੀ ਆ। ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਕਹਿੰਦੇ ਭਾਈ ਮੈਂ ਤਾਂ ਉਹਨਾਂ ਦੇ ਅੱਗੇ ਨਤਮਸਤਕ ਹੈਗਾ ਜਿਨ੍ਹਾਂ ਦੇ ਅੱਗੇ ਜਿਹੜਾ ਹੈਗਾ ਸੱਚ ਹੈਗਾ ਜਿਨ੍ਹਾਂ ਦੇ ਕੋਲ। ਹਾਂਜੀ ਵੀਰ ਜੀ। ਹਾਂਜੀ, ਫਿਰ ਉਹ ਕਹਿੰਦੇ ਕਿ ਬਈ ਦਾਰੂ ਕੀ ਹੈ? ਦਾਰੂ ਦਾ ਮਤਲਬ ਕੀ ਹੈ? ਕਹਿੰਦੇ ਕੋਈ ਬੁਖਾਰ ਚੜ ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਤੇ ਕਿੱਦਾਂ ਉਤਰੂਗਾ? ਉਹ ਕਹਿੰਦੇ ਸੱਚ ਦੀ ਦਵਾਈ ਪਾਓ ਇਹਨੂੰ, ਤੇ ਫਿਰ ਕੀ ਹੋਊਗਾ? ਬਾਣੀ ਕਹਿੰਦੀ ਨਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤੇ ਮਨ ਤਨ ਪਿਆ ਅਰੋਗਾ। ਉਹ ਥੋੜੀ ਕਹਿੰਦੇ ਕਿ ਤੂੰ ਬ੍ਰਹਮ ਗਿਆਨੀ ਬਣ ਜਾ, ਉਹ ਕਹਿੰਦੇ ਤੂੰ ਸਿਮਰਨ ਕਰ, ਬਸ ਪਰਮਾਤਮਾ ਦਾ ਸਿਮਰਨ ਕਰ। ਫਿਰ ਕੀ ਹੋਊਗਾ? ਉਹ ਕਹਿੰਦੇ ਆ ਜਿਹੜਾ ਦਾਰੂ ਮਲੀਨਤਾ ਨੂੰ ਆਪਣੇ ਆਪ ਹੀ ਖਤਮ ਕਰ ਦੇਗਾ। ਹੁਣ ਸਾਬਣ ਕਿੱਦਾਂ ਮੈਲ ਨੂੰ ਕੱਢਦਾ ਕੱਪੜਿਆਂ ਚ, ਸਾਨੂੰ ਥੋੜੀ ਪਤਾ ਲੱਗਦਾ, ਅਸੀਂ ਤੇ ਕੇਵਲ ਤੇ ਰਗੜਦੇ ਹੀ ਹਾਂ ਨਿੱਜਰ ਸਾਹਿਬ। ਇਹਦੇ ਵੀ ਗੋਰਖੀ ਸਾਹਿਬ ਜਿਹੜੇ ਕਰ ਇਸ਼ਨਾਨ ਦੇ ਕਹਿੰਦੇ ਪਹਿਲਾਂ ਬਾਹਰ ਇਸ਼ਨਾਨ ਕਰੋ, ਫਿਰ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਸਿਮਰਨ ਕਰੋ। ਬਾਣੀ ਤਾਂ ਕਹਿੰਦੀ ਆ ਭਾਈ ਜਿਹੜਾ ਸਿਮਰਨ ਕਰ ਰਿਹਾ ਇਹੀ ਇਸ਼ਨਾਨ ਆ, ਇਹਨੇ ਮਨ ਦੀ ਮੈਲ ਲਾਉਣੀ ਆ। ਨਿੱਜਰ ਸਾਹਿਬ ਇਸ਼ਨਾਨ ਦਾ ਮਤਲਬ ਤੇ ਇਹੀ ਆ ਕਿ ਮਨ ਦਾ ਇਸ਼ਨਾਨ, ਮਨ ਦਾ ਇਸ਼ਨਾਨ। ਹੁਣ ਦੇਖੋ, ਹੁਣ ਜਿੱਦਾਂ ਆਪਾਂ ਕਈ ਕਹਿੰਦੇ ਕਿ ਮੈਨੂੰ 10 ਦਿਨ ਭਗਤੀ ਕਰਕੇ, ਵੀਰ ਜੀ ਕੋਈ ਗੱਲ ਬਣੇਗੀ। ਮੈਂ ਕਿਹਾ ਤੁਸੀਂ ਜਦੋਂ ਜਿੰਮ ਗਏ ਸੀ, ਹਾਂ ਕਦੀ ਭਾਜੀ ਐਕਸਰਸਾਈਜ਼ ਤੇ ਕਰੀ ਦੀ ਆ, ਮੈਂ ਤੇਰੇ ਡੋਲੇ ਇੱਕਦਮ ਬਣ ਗਏ ਸੀ। ਕਹਿੰਦਾ ਨਹੀਂ ਉਹ ਭਾਜੀ 7-8 ਮਹੀਨੇ ਤੇ ਲੱਗ ਹੀ ਜਾਂਦੇ ਆ। ਤੇ ਮੈਂ ਭਗਤੀ ਚ ਫਿਰ ਐਡਾ ਕਿਉਂ ਆਪਾਂ ਚਾਹੁੰਦੇ ਕਿ ਉਸੇ ਟਾਈਮ ਹੀ ਰਿਜ਼ਲਟ ਮਿਲ ਜੇ, ਇੰਨੇ ਅਧੀਰ ਹੋ ਜਾਂਦੇ ਆ। ਹੈ ਉੱਥੇ ਤੇ ਨਹੀਂ ਆਪਣੇ ਕੋਈ ਚਿੰਨਾ ਨਹੀਂ ਸਰ, ਬਹੁਤ ਵਿਚਾਰ ਆ ਰਹੇ ਆ। ਮੈਂ ਠੀਕ ਹੈ, ਤੇ ਮੈਂ ਉੱਥੇ ਮਸ਼ੀਨਾਂ ਕਿੰਨੀਆਂ ਹੁੰਦੀਆਂ, ਤੂੰ ਸਾਰੀਆਂ ਚਲਾ ਲਈਆਂ ਇੱਕ ਦਿਨ? ਮੈਂ ਪਹਿਲੇ ਦਿਨ ਤਾਂ ਖੱਲੀਆਂ ਹੀ ਪੈ ਜਾਂਦੀਆਂ। ਇਸੇ ਤਰ੍ਹਾਂ ਮੈਂ ਭਗਤੀ ਜਦੋਂ ਕਰੀਦੀ ਆ, ਅਜੇ ਮਨ ਦੇ ਅੰਦਰ ਹੋਰ ਬਹੁਤ ਕੁਛ ਹੈ, ਉਹ ਕਈ ਸਕੀਮਾਂ ਲਾ ਕੇ ਬੈਠਾ ਹੈ। ਔਰ ਉਹ ਤੁਸੀਂ ਹੁਣ ਕਹੋ ਕਿ ਉਹ ਜਿਹੜੀਆਂ ਪਹਿਲਾਂ ਲਾਈਨ ਦੇ ਵਿੱਚ 40-50 ਬੰਦੇ ਖਿਲਾਰੇ ਆ, ਔਰ ਉਹਨਾਂ ਨੂੰ ਛੱਡ ਕੇ ਤੇ ਤੁਹਾਡਾ ਕੰਮ ਪਹਿਲਾਂ ਕਰਦੇ, ਏਡੀ ਸਥਿਤੀ ਪੋਸੀਬਲ ਨਹੀਂ ਹੈ। ਤੇ ਧੱਕਾ ਧੁੱਕਾ ਮਾਰੋ ਤੇ ਆਪ ਕਾਊਂਟਰ ਤੇ ਪਹੁੰਚ ਜਾਓ ਅਗਲੇ ਬੰਨੇ। ਕਿਉਂਕਿ ਮਨ ਦੇ ਕੋਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਰ ਟਾਈਮ ਅਵੇਲੇਬਲ ਨੇ ਕੰਮ ਕਰਨ ਵਾਸਤੇ। ਤੇ ਜੇ ਤੁਸੀਂ ਸੱਚ ਨੂੰ ਵੜਨਾ ਹੈ, ਤੇ ਸੱਚ ਨੂੰ ਐਵੇਂ ਵੜ ਨਹੀਂ ਦੇਣਾ ਉਹਨਾਂ ਨੇ ਨਾ। ਸੱਚ ਧੱਕਾ ਧੁੱਕਾ ਮਾਰੇ ਤੇ ਉਹਨਾਂ ਚੋਂ ਕਿਸੇ ਨੂੰ ਕਰੇ ਪਿੱਛੇ। ਬਿਲਕੁਲ ਸਹੀ ਗੱਲ ਹੈ।
ਉੱਥੇ ਜਿਹੜਾ ਟਿਕਟ ਨਹੀਂ ਮਿਲਦੀ ਨਿੱਜਰ ਸਾਹਿਬ, ਮੈਂ ਛੋਟਾ ਹੁੰਦਾ ਨਾ ਫਿਲਮ ਵੇਖਣ ਗਿਆ, ਉਹਦੇ ਵੱਡੇ ਬੱਚੇ ਆ, ਉਹ ਸਾਨੂੰ ਕਿਤੇ ਲਾਗੇ ਲੱਗਣ ਦਿੰਦੇ ਹੁੰਦੇ। ਇਸੇ ਤਰ੍ਹਾਂ ਤੁਹਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪਹਿਲਾਂ ਕਾਊਂਟਰ ਤੇ ਬੈਠੇ, ਉਹ ਕਹਿੰਦਾ ਮਨ ਨੂੰ, ਕਹਿੰਦੇ ਕਿ ਮਨ ਤੂੰ ਫੈਸਲਾ ਕਰ, ਤੇ ਅਸੀਂ ਤੇ ਕਰ ਦਿੰਦੇ ਕੰਮ ਮਿੰਟ ਚ, ਅਸੀਂ ਤੇ ਤੇਰੇ ਅਸੀਂ ਤੇ ਐਵਰੀ 24 ਅਸੀਂ ਅਵੇਲੇਬਲ ਹੈਗੇ ਹਾਂ। ਤੇ ਸੱਚ ਜਦੋਂ ਆਉਂਦਾ ਵਾ ਤੇ ਸਭ ਤੋਂ ਪਹਿਲਾਂ 5 ਖਲੋਤੇ ਹੁੰਦੇ ਆ, ਤੂੰ ਕੌਣ ਹੈ ਨਿੱਕਿਆ ਜਿਹਾ, ਤੂੰ ਕੌਣ ਹੈ, ਤੈਨੂੰ ਟਿਕਟ ਦਿੰਦੇ ਅਸੀਂ, ਪਹਿਲਾਂ ਤਾਂ ਅਸੀਂ ਖਲੋਤੇ ਆ। ਸੱਚ ਕਹਿੰਦਾ ਨਹੀਂ ਸਰ ਮੈਨੂੰ ਵੰਡ ਦੋ, ਉਹ ਕਹਿੰਦਾ ਚੱਲ ਸਰ ਦਾ ਬੰਦਾ ਨਾ ਹੋਵੇ, ਚੱਲ ਪੈਸੇ ਹੋ, ਚੱਲ ਪਿੱਛੇ ਖਲੋ। ਤੇ ਉਹ ਵੱਡੇ ਹੈਗੇ ਆ, ਉਹ ਘੁੰਮ ਕੇ ਉਹ ਕੰਮ ਕਰੀ ਜਾਂਦੇ, ਉਹ ਟਿਕਟਾਂ ਲਈ ਜਾਂਦੇ ਆ, ਉਹਦਾ ਸੱਚ ਵਿਚਾਰਾ ਉਹ ਪਿੱਛੇ ਖਲੋਤਾ ਹੈ। ਪਰ ਬਾਣੀ ਕਹਿੰਦੀ ਜਦ ਤੱਕ ਕੋਈ ਛੋਟੇ ਜਿਹੇ ਨੂੰ ਅੱਗੇ ਨਹੀਂ ਨਾ ਲੈ ਕੇ ਆਉਂਦਾ, ਉਹਨੇ ਕਿਤੇ ਕੰਮ ਨਹੀਂ ਬਣਨਾ, ਕਿਉਂਕਿ ਇਹਨਾਂ ਤੋਂ ਕੰਮ ਕਰਾ ਕੇ ਨਿੱਜਰ ਸਾਹਿਬ ਇਹ ਤਾਂ ਭਲਵਾਨ ਬਣਾ ਲਏ ਆ। ਬਿਲਕੁਲ ਸਹੀ ਭਲਵਾਨ, ਬਿਲਕੁਲ ਸਹੀ ਗੱਲ। ਬਾਣੀ ਫਿਰ ਬਾਣੀ ਕਹਿੰਦੀ ਕਿ ਮਨ ਮੈਲੇ ਤੇ ਸਭ ਕੁਛ ਮੈਲਾ, ਕਿਉਂਕਿ ਇਹ ਤੇਰੇ 4-5 ਜਿਹੜੇ ਭਲਵਾਨ ਤੁਰੇ ਫਿਰਦੇ ਆ ਨਾ, ਇਹਨਾਂ ਨੇ ਤੈਨੂੰ ਇਸ ਤਰ੍ਹਾਂ ਹਿਟਮੋਟਾਈਜ਼ ਕੀਤਾ ਹੈ, ਤੈਨੂੰ ਇਹਨਾਂ ਦੀ ਆਦਤ ਪੈ ਗਈ ਹੈ। ਪਰ ਬਾਣੀ ਕਹਿੰਦੀ ਹੈ ਇਹ ਆਦਤ ਤੇਰੇ ਲਈ ਚੰਗੀ ਨਹੀਂ ਹੈ, ਕੂੜ ਹੈਗਾ, ਇਹ ਤੇਰੇ ਲਈ ਬਹੁਤ ਮਾੜਾ ਹੈ, ਪਲੀਜ਼ ਅੰਡਰਸਟੈਂਡ ਕਰੋ। ਹਾਂਜੀ ਨਿੱਜਰ ਸਾਹਿਬ ਆਪ ਆ ਜਾਓ ਪੌੜੀ ਤੇ। ਹਾਂਜੀ ਪੌੜੀ ਬਸ ਇਹੀ ਕਹਿ ਰਹੀ ਹੈ ਜੀ, ਕਹਿੰਦੀ ਕਿ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਕਹਿੰਦੇ ਸਭ ਤੋਂ ਪਹਿਲਾਂ ਤਾਂ ਮੈਨੂੰ ਜਿਹੜਾ ਹੈਗਾ, ਜਿਹੜੇ ਬ੍ਰਹਮ ਗਿਆਨੀ ਹੈਗੇ, ਜਿਨ੍ਹਾਂ ਦੇ ਪੱਲੇ ਸੱਚ ਹੈਗਾ, ਮੈਨੂੰ ਉਹਨਾਂ ਦੀ ਡਾਇਰੈਕਸ਼ਨ ਚਾਹੀਦੀ ਹੈ ਭਾਈ, ਉਹਨਾਂ ਦੀ ਤਲੀਆਂ ਦੀ ਖਾਕ ਚਾਹੀਦੀ ਆ, ਉਹਨਾਂ ਦੀ ਗਾਈਡੈਂਸ ਚਾਹੀਦੀ ਆ, ਅਤੇ ਮੈਂ ਉਹਨੂੰ ਆਪਣੇ ਮੱਥੇ 'ਤੇ ਲਾਵਾਂ, ਆਪਣੀ ਬੁੱਧੀ ਪਾਸੇ ਕਰਾਂ, ਔਰ ਉਹਨਾਂ ਦੀ ਬੁੱਧੀ ਦੇ ਨਾਲ, ਜਿਹੜਾ ਵਿਵੇਕ ਬੁੱਧੀ ਦੇ ਨਾਲ ਜਿਹੜਾ ਹੈਗਾ ਆਪਣੀ ਜੀਵਨ ਨੂੰ ਜਾਂਚਾਂ। ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲੱਖ ਤੇ ਆਈਏ। ਕਹਿੰਦੇ ਕੂੜਾ ਲਾਲਚ ਛੱਡ ਦਈਏ, ਇਹ ਕੂੜ ਦਾ ਲਾਲਚ ਕਰਨਾ, ਜਿੰਨੀ ਕੁ ਜ਼ਰੂਰਤ ਹੈ ਓਨਾ ਕੁ ਲਈਏ, ਔਰ ਇੱਕ ਮਨ ਹੋ ਕੇ ਜਿਹੜਾ ਹੈਗਾ ਉਸ ਅਲੱਖ ਨਹੀਂ ਲਿਖਿਆ ਜਾਂਦਾ, ਜਿਹੜਾ ਨਹੀਂ ਦਿਸਦਾ ਉਹ ਮਾਲਕ ਪਰਮਾਤਮਾ, ਉਹਦੇ ਧਿਆਨ ਦੇ ਵਿੱਚ ਬੈਠੀਏ। ਫਲ ਤਿਵੇਂ ਹੋ ਪਾਈਏ ਜਿਵੇਂ ਹੀ ਕਾਰ ਕਮਾਈਏ। ਕਹਿੰਦੇ ਫਲ ਉਹੋ ਜਿਹੇ ਮਿਲਣੇ ਆ ਭਾਈ, ਜਿਹੀ ਜੀ ਜੋ ਕੋਈ ਐਕਸ਼ਨ ਕਰਾਂਗੇ ਫਲ ਉਹ ਮਿਲਣਾ ਹੈ ਭਾਈ। ਬੀਜੇ ਦਾਖ ਬਿਜੂਰੀਆਂ ਕਿੱਕਰ ਬੀਜੇ, ਲੋੜੇ ਦਾਖ ਬਿਜੂਰੀਆਂ ਕਿੱਕਰ ਬੀਜੇ ਜੱਟ, ਤੇ ਉਹ ਤਾਂ ਗੱਲ ਹੋਣਾ ਨਹੀਂ ਹੈ ਭਾਈ। ਫਲ ਤਿਵੇਂ ਹੋ ਪਾਈਏ ਜਿਵੇਂ ਹੀ ਕਾਰ ਕਮਾਈਏ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ। ਜੇ ਤੇਰੀ ਹੈ ਕੋਈ, ਤੇਰੀ ਲਿਖਤ ਦੇ ਵਿੱਚ ਤੇਰੀ ਇੱਛਾ ਹੈ, ਤੂੰ ਸੱਚ ਨੂੰ ਲੈਣ ਦੀ ਤੇਰੇ ਅੰਦਰ ਡਿਮਾਂਡ ਹੈਗੀ ਆ, ਤੇ ਭਾਈ ਮਿਲ ਜਾਏਗੀ ਉਹਨਾਂ ਦੀ ਧੂੜ ਪਾਈ। ਬ੍ਰਹਮ ਗਿਆਨੀਆਂ ਦੀ ਗਾਈਡੈਂਸ, ਮਤ ਥੋੜੀ ਸੇਵ ਗਵਾਈਏ। ਨਹੀਂ ਤਾਂ ਜਿਹੜਾ ਹੈਗਾ ਇਨਸਾਨ ਕੀ ਕਰਦਾ ਹੈ, ਆਪਣੀ ਮਤ, ਥੋੜੀ ਮਤ ਆ, ਛੋਟੀ ਮਤ ਆ, ਅਲਪ ਮਤ ਆ, ਉਹਦੇ ਨਾਲ ਹੀ ਜੀਵਨ ਯਾਤਰਾ ਕਰਦਾ ਹੈ, ਔਰ ਆਹ ਸੇਵਾ ਦਾ ਜਿਹੜਾ ਇਹ ਸੱਚ ਨੂੰ ਪਾਉਣ ਦਾ ਜਿਹੜਾ ਹੈਗਾ ਇਹ ਮੌਕਾ ਸੁਨਹਿਰੀ ਜਿਹੜਾ ਹੈਗਾ ਉਹਨੂੰ ਗਵਾ ਲੈਂਦਾ। ਹਾਂਜੀ ਵੀਰ ਜੀ ਠੀਕ ਹੈ। ਸਾਧ ਸੰਗਤ ਜੀ ਦੇਖ ਲਓ, ਕਹਿੰਦੇ ਆ ਕਿ ਜੀਵਨ ਨੂੰ ਕਿੱਦਾਂ ਬਤੀਤ ਕਰਨਾ ਹੈ। ਫਿਰ ਉਹ ਕਹਿੰਦੇ ਨੇ ਕਿ ਕਹਿੰਦੇ ਆ ਕਿ ਫਲ ਤੈਨੂੰ ਉਦਾਂ ਦਾ ਮਿਲਣਾ ਹੈ ਜੇ ਕਾਰ ਕਮਾਏਗਾ। ਬਿਲਕੁਲ ਹੁਣ ਕਾਰ ਤੁਸੀਂ ਕਿੱਦਾਂ ਦੀ ਕਮਾਉਂਦੇ ਜੀ, ਤੁਹਾਨੂੰ ਪਤਾ ਵਾ। ਇੱਥੇ ਬੜਾ ਪੁਆਇੰਟ ਆ ਗਿਆ। ਇਹ ਗੱਲਾਂ ਕਹਿੰਦੇ ਨਹੀਂ ਤੁਹਾਨੂੰ, ਇਹ ਤੇ ਦਾਦੇ ਵੀ ਨਹੀਂ ਏਦਾਂ ਦਾ ਕੁਛ ਕਿਹਾ ਬਾਣੀ ਚ। ਉਹ ਕਹਿੰਦੇ ਕਿ ਬਸ ਇੱਥੇ ਅੰਮ੍ਰਿਤ ਛਕ ਲਓ, 5 ਬਾਣੀਆਂ ਦਾ ਪਾਠ ਪੜੋ ਤੇ ਲਓ ਨਜ਼ਾਰੇ, ਤੁਸੀਂ ਬ੍ਰਹਮ ਗਿਆਨੀ। ਬਾਣੀ ਕਹਿੰਦੀ ਨਹੀਂ, ਚੱਲਣਾ ਪਊ ਭਾਈ, ਅਜੇ ਤੂੰ ਡਰੈਸ ਹੀ ਲਈ ਹੈ, ਅੱਗੇ ਗਤੀ ਕਰ, ਅੱਗੇ ਪਹੁੰਚ, ਸੱਚ ਨੂੰ ਕਮਾਉਣਾ ਹੈ। ਬਿਲਕੁਲ। ਉਹ ਲੋਕਾਂ ਨੇ ਕਿੱਡੀਆਂ ਵੱਡੀਆਂ ਦੁਕਾਨਾਂ ਤੇ ਫੋਟੋਆਂ ਲਾਈਆਂ, ਕਿੱਡੇ ਵੱਡੇ ਹਸਪੀਟਲ ਵੇਖੋ ਕਿੱਦਾਂ ਬਾਬਿਆਂ ਦੇ ਗਾਣੇ ਤੇ ਕਿੱਦਾਂ ਟੇਪਾਂ ਵਜਾਉਂਦੇ ਆ, ਉਹ ਖੇਖਣਬਾਜ਼ੀਆਂ ਹੀ ਆ। ਤੇ ਜਦੋਂ ਉਹਨਾਂ ਦੇ ਕੰਮ ਵੇਖੋ, ਉਹ ਕੰਮ ਜਿਹੜੇ ਬਿਲਕੁਲ ਉਲਟੇ। ਉੱਥੇ ਤੇ ਸੱਚ ਵਾਲੀ ਕੋਈ ਗੱਲਬਾਤ ਨਹੀਂ। ਉੱਥੇ ਵਿਚਾਰੇ ਨੂੰ ਕੀ ਪਤਾ ਕਿ ਮੇਰੇ ਅੰਦਰ ਕੀ ਪਾਇਆ, ਕੀ ਕੱਢਿਆ। ਉਹ ਕਹਿੰਦੇ ਬਈ ਇਹਨੇ ਲੱਖ ਸਾਡੇ ਕੋਲ ਦੇ ਜਾ ਬਸ। ਤੇ ਦੁਨੀਆ ਏਦਾਂ ਹੀ ਕਰੀ ਜਾਂਦੀ। ਹੋਰ ਲੋਕਾਂ ਵਿਚਾਰਿਆਂ ਨੂੰ ਪਤਾ ਨਹੀਂ ਲੱਗਣ ਦਿਆ ਕਿ ਇਹ ਤੈਨੂੰ ਏਡੀ ਵੱਡੀ ਪੋਜੀਸ਼ਨ ਹੈ, ਤੂੰ ਇੱਕ ਡਾਕਟਰ ਆ, ਕਿੱਡੀ ਵੱਡੀ ਗੱਲ ਹੈ। ਕਿਤੇ ਕਿੰਨੇ ਕੁ ਡਾਕਟਰ ਹੁੰਦੇ ਆ, ਹਜ਼ਾਰਾਂ ਕੀ ਲੱਖਾਂ ਚੋਂ ਇੱਕ ਡਾਕਟਰ ਬਣਦਾ। ਤੇ ਜੇ ਤੂੰ ਬਣ ਗਿਆ ਤੇ ਇਹਦਾ ਮਤਲਬ ਕਿ ਤੇਰੀ ਝੋਲੀ ਚ ਰੱਬ ਨੇ ਇੱਕ ਜ਼ਿੰਮੇਵਾਰੀ ਪਾਈ ਹੈ ਇਨਸਾਨ ਦੇ ਸਰੀਰ ਨੂੰ ਸਾਂਭਣ ਵਾਸਤੇ। ਔਰ ਤੂੰ ਆਪਣੇ ਧਰਮ ਤੋਂ ਦੂਰ ਹੋ ਕੇ ਕੁਝ ਉਲਟੇ ਪੁਲਟੇ ਕੰਮ ਕਰ ਰਿਹਾ।
ਫਿਰ ਤੂੰ ਮਾੜੇ ਚੀਜ਼ ਹੈ। ਫਿਰ ਆ ਬਾਣੀ ਚ ਉਹ ਮਨਾ ਕਰ ਰਹੇ, ਉਹ ਕਹਿੰਦੇ ਵੀ ਜਿੱਦਾਂ ਦੀ ਤੂੰ ਕਮਾਈ ਕੀਤੀ ਹੈ ਤੈਨੂੰ ਉਦਾਂ ਦਾ ਫਲ ਮਿਲ ਜਾਏਗਾ। ਸਹੀ ਨੇ ਜੀ ਸਾਹਿਬ, ਗਲਤ ਲਿਖਿਆ ਕਿ ਸਹੀ ਲਿਖਿਆ? ਬਿਲਕੁਲ ਕਿੱਦਾਂ ਲਿਖਿਆ ਨਾ, ਇਹੀ ਬਿਲਕੁਲ ਇਹੀ ਲਿਖਿਆ ਹੋਇਆ। ਔਰ ਜੇ ਤੇਰੀ ਡਿਮਾਂਡ ਹੈਗੀ ਤਾਂ ਬ੍ਰਹਮ ਗਿਆਨੀਆਂ ਦੀ ਗਾਈਡੈਂਸ ਮਿਲ ਜਾਏਗੀ, ਨਹੀਂ ਤਾਂ ਤੇਰੀ ਆਪਣੀ ਥੋੜ੍ਹੀ ਮੱਤ, ਛੋਟੀ ਮੱਤ ਦੇ ਨਾਲ ਜਿਹੜਾ ਹੈਗਾ ਆਹ ਸੁਨਹਿਰੀ ਅਵਸਰ ਮਨੁੱਖੀ ਜੂਨ ਮਿਲੀ ਹੋਈ ਆ, ਇਹ ਜਿਹੜੀ ਸੇਵਾ ਦਾ ਮੌਕਾ ਤੂੰ ਗਵਾ ਲਏਗਾ। ਹਾਂਜੀ ਵੀਰ ਜੀ, ਉਹ ਬਿਲਕੁਲ ਠੀਕ ਹੈ। ਉਹ ਕਹਿ ਰਹੇ ਨੇ ਕਿ ਜਿੱਦਾਂ ਦਾ ਤੂੰ ਕਰਮ ਕਰੇਗਾ ਵੀ ਉਦਾਂ ਦਾ ਤੈਨੂੰ ਫਲ ਮਿਲ ਜਾਏਗਾ। ਜੇ ਤੇਰੇ ਮਨ 'ਚ ਇੱਛਾ ਹੈਗੀ ਆ ਤੇ ਫਿਰ ਤੈਨੂੰ ਬ੍ਰਹਮ ਗਿਆਨੀ ਵੀ ਮਿਲ ਜਾਣਗੇ। ਹਾਂ, ਬਸ ਆਹ ਗੱਲ ਹੈਗੀ। ਬਾਕੀ ਜੋ ਤੂੰ ਕਰ ਰਿਹਾ ਉਹ ਤੇ ਤੂੰ ਪਹੁੰਚ ਹੀ ਜਾਣਾ ਵਾ, ਕਿਉਂਕਿ ਉੱਥੇ ਜਿਹੜੇ ਰਸਤੇ ਤੇ ਤੂੰ ਪਿਆ ਨਾ ਉਹ ਧਰਮਰਾਜ ਨੂੰ ਜਾਣਦਿਆ ਵਾ, ਉਹ ਬ੍ਰਹਮ ਗਿਆਨੀ ਵਾਲਾ ਨਹੀਂ ਰਸਤਾ ਹੈਗਾ। ਹਾਂ, ਬਾਣੀ ਤੇ ਕਹਿੰਦੀ ਆ ਉਹ ਬਿਖਮ ਮਾਰਗ ਤੇ ਚੱਲਣਾ, ਇਹ ਬਿਖਮ ਥੋੜੀ ਹੈ ਤੇ ਜੀਟੀ ਰੋਡ ਬਣਿਆ ਤੇਰਾ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉੱਥੇ ਤੇ ਤੇਰੇ ਆਲੇ ਦੁਆਲੇ ਭੀੜ ਪਈ ਲੋਕਾਂ ਦੀ, ਉਹ ਤੇ ਕਹਿੰਦੇ ਪੂਰਾਂ ਦੇ ਪੂਰ, ਤੇ ਤੇਰੇ ਵਰਗਾ ਉੱਦਾਂ ਹੀ ਫੁੱਲੀ ਜਾਂਦਾ ਚਰਨਜੀਤ ਵਰਗਾ ਕਿ ਮੈਂ ਬੜਾ ਵਧੀਆ ਜੀ। ਵੇਖੋ ਕਿੰਨਾ ਕਰੋੜਾਂ ਲੋਕ, ਉਦੋਂ ਪਰਮਜੀਤ ਜੀ ਵੀ ਕਹਿੰਦੇ ਸੀ ਕਿ ਭਾਜੀ ਉੱਥੇ ਬੜੇ ਲੋਕ ਨੇ, ਲੱਖਾਂ ਕਰੋੜਾਂ। ਤੇ ਮੈਂ ਬਾਣੀ ਚ ਵੀ ਪੂਰਾਂ ਦੇ ਪੂਰ ਹੀ ਕਹੇ ਉਹਨਾਂ ਨੇ, ਕਿਉਂਕਿ ਕਿ ਇੱਕ ਬੰਦਾ ਡੁੱਬਦਿਆ, ਉਹ ਕਹਿੰਦੇ ਪੂਰਾਂ ਦੇ ਪੂਰ ਜਾਣਦੇ। ਬਿਲਕੁਲ ਪੂਰਾਂ ਦੇ ਪੂਰ ਜਾਣਦੇ। ਭੀੜ ਤੋਂ ਬਚੋ ਪਲੀਜ਼, ਭੀੜ ਤੋਂ ਬਚੋ। ਅੱਜ ਦੀ ਵਿਚਾਰ ਇੱਥੇ ਨੇ ਜੋ ਸਾਹਿਬ। ਹਾਂਜੀ ਬਿਲਕੁਲ, ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂ ਪਲੀਜ਼ ਸਾਧ ਸੰਗਤ ਜੀ ਅੰਡਰਸਟੈਂਡ ਕਰੋ ਜੋ ਬਾਣੀ ਨੇ ਅੱਜ ਕਿਹਾ ਹੈ। ਅੱਜ ਦਾ ਜੋ ਸਮਰਾਈਜ਼ ਕਰਦਾ ਮੈਂ, ਬਾਣੀ ਇਹ ਕਹਿੰਦੀ ਹੈ ਕਿ ਤੂੰ ਜੋ ਕਰ ਰਿਹਾ ਹੈ ਨਾ ਇਹਨੂੰ ਦੁਬਾਰਾ ਰੀਚੈਕ ਕਰ। ਸੱਚ ਕਿ ਤੂੰ ਕਿਤੇ ਸਹੀ ਹੈ, ਐਵੇਂ ਤੇ ਨਹੀਂ ਕਿਤੇ ਹਵਾ ਚ ਉੱਡੇ ਫਿਰਨੇ ਆ। ਸੱਚ ਔਰ ਝੂਠ ਦੋ ਚੀਜ਼ਾਂ ਹੈਗੀਆਂ, ਦੋ ਪਾਸੇ ਜਾ ਸਕਦਾ ਹੈ। ਤੂੰ ਦੇਖ ਲੈ ਭਾਈ ਕਿਹਦਾ ਗਾਹਕ ਹੈਗਾ, ਤੂੰ ਕਿਹੜੀ ਚੀਜ਼ ਚਾਹੁੰਦਾ ਹੈਗਾ, ਬਸ ਇੰਨੀ ਗੱਲ ਹੈ। ਤੂੰ ਅੱਜ ਦਾ ਦਿਨ ਵੇਖ ਲਾ, ਤੂੰ ਅੱਜ ਦਾ ਦਿਨ ਵੇਖ ਲਾ, ਸ਼ਾਮ ਤੱਕ ਤੂੰ ਕੀ ਕੀਤਾ ਅੱਜ ਦਾ। ਹਾਂ, ਤੇ ਬਸ ਜੋ ਤੂੰ ਕੀਤਾ ਹੈ ਤੇ ਤੈਨੂੰ ਪਤਾ ਹੈ, ਬਸ ਫਿਰ ਸਮਝ ਲੈ ਕਿ ਤੂੰ ਜਿੱਧਰ ਤੂੰ ਜਾ ਰਿਹਾ ਉਹੀ ਰਸਤਾ ਹੀ। ਜੇ ਤੇਰਾ ਅੱਜ ਦਾ ਦਿਨ ਦਾ ਹੀ ਤੈਨੂੰ ਪਤਾ ਲੱਗਣਾ ਸ਼ਾਮ ਤੱਕ ਤੂੰ ਕਿੱਦਾਂ ਦਾ ਜੀਵਨ ਬਤੀਤ ਕੀਤਾ ਹੈ, ਤੇ ਉਹ ਕਹਿੰਦੇ ਜਿੱਦਾਂ ਦਾ ਤੂੰ ਕਰਮ ਕਰਨਾ ਹੈ ਫਲ ਤੈਨੂੰ ਉਦਾਂ ਦਾ ਹੀ ਮਿਲਣਾ ਹੈ। ਬਿਲਕੁਲ ਬਿਲਕੁਲ। ਇਹਦੇ ਵਿੱਚ ਉਹ ਕਹਿੰਦੇ ਅਸੀਂ ਇਹ ਨਹੀਂ ਕਹਿ ਰਹੇ ਕਿ ਤੂੰ ਇੱਕ ਸਾਈਡ ਤੇ ਤੂੰ ਇੱਥੇ ਕਣਕ ਵਾੜੇ ਤੇ ਦੂਜੀ ਸਾਈਡ ਤੇ ਬਦਾਮ ਨਿਕਲ ਜਾਣ। ਨਿਜਰ ਸਾਹਿਬ ਨਾ, ਇਹ ਨਹੀਂ ਹੋ ਸਕਦਾ। ਇਹ ਕਹਿੰਦੇ ਇਟ ਇਜ਼ ਪ੍ਰਕਿਰਤੀ ਦੇ ਪ੍ਰਕਿਰਤੀ ਵੀ ਏਦਾਂ ਨਹੀਂ ਕੰਮ ਕਰਦੀ, ਕਿਉਂਕਿ ਜੋ ਤੁਸੀਂ ਬੀਜਿਆ ਉਗਣਾ ਉਹੀ ਆ। ਉਹ ਪ੍ਰਕਿਰਤੀ ਨਹੀਂ ਮੰਨਣ ਦੀ ਤੇ ਤੁਹਾਡੇ ਉਹ ਧਰਮਰਾਜ ਕਿੱਥੋਂ ਐਕਸੈਪਟ ਕਰੂਗਾ? ਨਾ ਬਿਲਕੁਲ ਨਹੀਂ ਮੰਨਦਾ। ਹਾਂ, ਉਸ ਤੋਂ ਨਕਲੀ ਬਦਾਮ ਨਹੀਂ ਵਾੜਨੇ ਪੈਣੇ, ਅਸਲੀ ਬਦਾਮ ਵਾੜੋਗੇ ਤੇ ਤਾਂ ਹੀ ਉੱਥੇ ਬਦਾਮ ਰੋਗਣ ਨਿਕਲਦਾ। ਓਕੇ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ। ਸਾਧ ਸੰਗਤ ਜੀ ਬਿਲਕੁਲ ਸਹੀ ਗੱਲ ਹੈ। ਔਰ ਆਖਰੀ ਚ ਕਹਿੰਦੇ ਕਿ ਦੇਖ ਲੈ ਤੇਰੀ ਆਪਣੀ ਮੱਤ ਥੋੜੀ ਹੈਗੀ, ਛੋਟੀ ਮੱਤ ਹੈ, ਅਲਪ ਮੱਤ ਹੈਗੀ, ਤੇ ਬ੍ਰਹਮ ਗਿਆਨੀਆਂ ਦੀ ਮੱਤ ਲੈ ਲਾ ਤੇ ਗੱਲ ਬਣ ਜਾਏਗੀ। ਹਾਂਜੀ ਵੀਰ ਜੀ, ਹਾਂਜੀ ਬਿਲਕੁਲ ਠੀਕ ਹੈ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ ਕਿ ਤੋਂ ਛੋਟ ਤੇ ਚੁਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਸਮੱਤ ਬਖਸ਼ਣੀ, ਨਾਮਦਾਨ ਬਖਸ਼ਣਾ ਮੇਰੇ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜੀ ਦੇ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।